ਸਵਾਗਤ ਜੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਪ੍ਰਾਈਮ ਏਸ਼ੀਆ ਟੀਵੀ ਦੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਜਿਹਨੂੰ ਕਹਿੰਦੇ ਆ। ਮੈਂ ਉਹੀ ਜੀ ਗੁਰਪ੍ਰੀਤ ਸੰਧਾਵਾਲੀਆ ਤੁਹਾਡੇ ਨਾਲ। ਚੈਨਲ ਤੁਸੀਂ ਸੇਮ ਟਾਈਮ 'ਤੇ ਦੇਖਦੇ ਹੋ ਤੁਸੀਂ ਬੜਾ ਪਿਆਰ ਕਰਦੇ ਹੋ। ਜੇ ਇੱਕ ਟਾਈਮ ਨਾ ਦੇਖਿਆ ਜਾਵੇ ਬਾਅਦ 'ਚ ਵੀ ਦੇਖਦੇ ਹੋ, ਉਹਦੇ ਲਈ ਬੜਾ ਸ਼ੁਕਰੀਆ ਕਰਦੇ ਜੀ, ਧੰਨਵਾਦ ਹੈ ਇਸ ਕਰਦੇ। ਅਤੇ ਨਾਲ ਮੇਰੇ ਵੀਰ ਪਰਮਵੀਰ ਬਾਠ ਹੁਣੀ। ਅਤੇ ਕੀ ਹਾਲ ਬਾਠ ਸਾਹਿਬ? ਸਤਿ ਸ਼੍ਰੀ ਅਕਾਲ। ਹਾਲ ਚਾਲ ਬਹੁਤ ਠੀਕ, ਚੜ੍ਹਦੀ ਕਲਾ ਜੀ। ਅਤੇ ਮੈਨੂੰ ਇਹ ਸੀ ਵੀ ਮੈਂ ਇਹ ਤਾਂ ਕਿਹਾ ਵੀ ਤੁਸੀਂ ਜੀ ਪਹਿਲਾਂ ਨਾ ਟਾਈਮ ਲੱਗੇ ਬਾਅਦ 'ਚ ਵੇਖ ਲੈਂਦੇ ਹੋ, ਬਾਅਦ 'ਚ ਨਾ ਲੱਗੇ ਫਿਰ ਵੇਖ ਲੈਂਦੇ ਹੋ। ਮੈਂ ਕਿਹਾ ਵੀ ਅੱਜ ਆਪਾਂ ਨੂੰ ਕਾਫੀ ਪਿਆਰ ਕਰਨ ਵਾਲੇ ਪਰਿਵਾਰ ਦੇ ਮੈਂਬਰ ਮਿਲੇ, ਉਹਨਾਂ ਨੇ ਕਿਹਾ, ਮੈਂ ਕਿਹਾ ਵੀ ਆਪਾਂ ਉਹਨਾਂ ਦੇ ਹਿਸਾਬ ਨਾਲ ਦੱਸ ਦਈਏ ਵੀ ਸਾਨੂੰ ਪਤਾ ਲੱਗ ਗਿਆ। ਨਹੀਂ, ਸੰਧਾਲੀਆ ਸਾਹਿਬ ਬਿਲਕੁਲ ਸਰੀ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਅੱਜ ਨਗਰ ਕੀਰਤਨ ਸਜਾਇਆ ਗਿਆ। ਤਕਰੀਬਨ 2 ਸਾਲ ਬਾਅਦ ਹੀ ਕਹਿ ਲਓ ਕਿ 2 ਸਾਲ ਕੋਵਿਡ ਦੇ ਕਰਕੇ ਸੰਗਤ ਇਕੱਠੇ ਨਹੀਂ ਹੋ ਸਕੀ, ਲੋਕ ਇੱਕ ਦੂਸਰੇ ਨੂੰ ਮਿਲ ਜੁਲ ਨਹੀਂ ਸਕੇ, ਖੁਸ਼ੀਆਂ ਨਹੀਂ ਮਨਾਈਆਂ ਜਾ ਸਕੀਆਂ। ਅੱਜ ਨਗਰ ਕੀਰਤਨ ਸਜਾਇਆ ਗਿਆ, ਦਿਨ ਵੀ ਸੁੱਖ ਨਾਲ ਲੱਗ ਗਿਆ। ਹਾਲਾਂਕਿ ਇਸ ਇਲਾਕੇ 'ਚ ਹੜ੍ਹਾਂ ਦਾ ਪ੍ਰਕੋਪ ਹੈ, ਪਰ ਇਹਦੇ ਬਾਵਜੂਦ ਵੀ ਸੰਗਤ ਜੁੜੀ। ਤੁਸੀਂ ਇਹ ਦੇਖੋ ਕਿ ਕਈ ਚੀਜ਼ਾਂ ਇਕੱਠੀਆਂ ਹੋ ਗਈਆਂ ਸੀ। ਇੱਕ ਤਾਂ ਖੇਤੀਬਾੜੀ ਕਾਨੂੰਨਾਂ ਸੰਬੰਧੀ ਇੱਕ ਦਿਨ ਪਹਿਲਾਂ ਬੜੀ ਵੱਡੀ ਜਾਣਕਾਰੀ ਆਈ, ਉਹਦੇ ਕਰਕੇ ਲੋਕਾਂ ਦੇ ਚਿਹਰੇ ਖਿੜੇ ਹੋ। ਦੂਸਰੇ ਪਾਸੇ ਕੋਵਿਡ ਤੋਂ ਬਾਅਦ ਨਗਰ ਕੀਰਤਨ ਸਜਾਇਆ ਗਿਆ ਸ਼ਹਿਰ ਦੇ ਵਿੱਚ, ਜਿੱਥੇ ਪੰਜਾਬੀਆਂ ਦੀ ਵਸੋਂ ਬਹੁਤ ਹੈ, ਉਹਦੇ ਕਰਕੇ ਸੰਗਤਾਂ ਦੇ ਚਿਹਰੇ ਖਿੜੇ। ਤੀਸਰਾ, ਪੁਰਬੀ ਉਸ ਮਹਾਰਾਜ ਦਾ ਵੈਸੇ ਹੀ ਚਿਹਰੇ ਖਿੜੇ। ਤੇ ਚੌਥੇ ਨੰਬਰ ਦੇ ਉੱਤੇ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਬਹੁਤ ਸਾਰਾ ਪਿਆਰ ਦੇਣ ਵਾਲੇ ਸੱਜਣ ਮਿਲੇ, ਬਜ਼ੁਰਗ, ਛੋਟੇ ਛੋਟੇ ਬੱਚੇ। ਮੰਮੀ ਉਹ ਟੀਵੀ ਵਾਲੇ ਭਾਈ ਆ। ਤੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਭਾਈ ਕਈ ਵਾਰੀ ਕਈ ਸੰਗ ਜਾਂਦੇ ਆ, ਜੱਕ ਜਾਂਦੇ ਆ ਕਿ ਭਾਈ ਮਿਲੀਏ ਨਾ ਮਿਲੀਏ, ਪਤਾ ਨਹੀਂ ਮੂਹਰੇ ਹੋਏ ਭਾਈ ਟੀਵੀ ਵਾਲੇ ਬੁਲਾਉਣਗੇ ਕਿ ਨਹੀਂ ਬੁਲਾਉਣਗੇ। ਕੋਈ ਗੱਲ ਨਹੀਂ, ਵੈਸੇ ਅਸੀਂ ਤਾਂ ਜੇ ਕੋਈ ਦੂਰੋਂ ਅਜੇ ਅੱਧਾ ਬੁਲਾਉਣਾ ਚਾਹੁੰਦਾ ਹੋਵੇ, ਅੱਧਾ ਨਾ, ਤੇ ਉਹਨੂੰ ਵੀ ਧਾ ਦੇ ਕੇ ਮਿਲੀ ਦਾ। ਤੁਸੀਂ ਸਾਰੇ ਮਿਲੇ, ਤੁਹਾਡਾ ਧੰਨਵਾਦ। ਸੋ ਬੜਾ ਧੰਨਵਾਦ ਜੀ। ਸੋ ਜਿਨ੍ਹਾਂ ਨੇ ਅੱਜ ਸਾਨੂੰ ਉੱਥੇ ਦੇਖਿਆ ਜਾਂ ਮਿਲੇ, ਜਾਂ ਜਿਹੜੇ ਨਹੀਂ ਵੀ ਮਿਲ ਪਾਏ, ਦੂਰੋਂ ਸਤਿ ਸ਼੍ਰੀ ਅਕਾਲ ਹੋਈ। ਸੋ ਉਹਨਾਂ ਸਾਰਿਆਂ ਦਾ ਬੜਾ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਐਟਲੀਸਟ ਰੈਕਗਨਾਈਜ਼ ਕਰਦੇ ਹੋ, ਤੁਸੀਂ ਪਿਆਰ ਕਰਦੇ ਹੋ। ਇਸੇ ਕਰਕੇ ਸਾਡਾ ਵੀ ਇਹ ਉਤਸ਼ਾਹ ਵੱਧਦਾ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿੰਨਾ ਹੋ ਸਕੇ ਹੋਰ ਚੰਗੇ ਤਰੀਕੇ ਨਾਲ ਆਪ ਜੀ ਦੀ ਸੇਵਾ ਕਰ ਸਕੀਏ। ਅਤੇ ਗੱਲ ਇਹ ਆ ਵਟਸਐਪ ਵੀ ਹੁਣ ਕਿੱਧਰੋਂ ਕੰਨੀ ਫੜਨੀਆਂ ਪੱਲੀ ਦੀ, ਕਿਉਂਕਿ ਕੁੱਲ ਮਿਲਾ ਕੇ ਹੈ ਤੇ ਖਬਰਾਂ ਦੀ ਪਾਂਡੀ ਪਾਉਣੀ ਹੁੰਦੀ ਆ। ਅਤੇ ਥੱਬਾ ਪਹਿਲਾਂ ਇੱਕ ਰੱਖ ਲਾ, ਫਿਰ ਦੂਜਾ, ਫਿਰ ਤੀਜਾ, ਫਿਰ ਜਿਵੇਂ ਟਾਈਮ ਹੋ ਜਾਂਦਾ ਫਿਰ ਇੱਕ ਕੰਨੀ ਬੰਨ੍ਹ ਲਾ, ਫਿਰ ਦੂਜੀ ਬੰਨ੍ਹ ਲਾ, ਫਿਰ ਐਂ ਗੋਡਾ ਜਿਹਾ ਦੇ ਕੇ ਇੱਕ ਨਾ ਸੈੱਟ ਕਰਕੇ ਸਿਰ 'ਤੇ ਰੱਖ ਲਈ ਦੀ। ਨਹੀਂ, ਇੰਨੀ ਸੌਖੀ ਵੀ ਨਹੀਂ ਹੁੰਦੀ ਸੰਧਾਲੀਆ ਸਾਹਿਬ। ਜਦੋਂ ਤੁਹਾਡੇ ਵਰਗਾ ਬੰਦਾ, ਲੀਡਰ ਬੰਦਾ ਹੋਵੇ, ਜਿਹਨੂੰ ਐ ਹੋਵੇ ਕਿ ਹੁਣ ਮੈਂ ਅਜੇ ਨਹੀਂ ਕੰਮ ਕਰਨਾ, ਨੇੜੇ ਜਾ ਕੇ ਕਰਨਾ, ਉਹਨੂੰ ਕਹਿਣਾ ਪੈਂਦਾ ਚੱਜ ਨਾ ਫੜਾ, ਤਾਂ ਤੈਨੂੰ ਪਤਾ ਨਹੀਂ ਲੱਗਦਾ। ਨਹੀਂ, ਦੇਖੋ ਜਦੋਂ ਤੁਸੀਂ ਲੀਡਰ ਸ਼ਬਦ ਵਰਤਦੇ ਆ ਨਾ, ਇਹਦੇ ਪੰਡ ਪਾਉਣੀ ਥੋੜਾ ਉਹਨੇ, ਇਹਦੇ ਕਰਦਾ ਕੀ ਆ ਤੂੰ? ਉਹ ਕੋ ਹਲਾ ਲਾ ਗੋਡੇ ਗਿੱਟੇ, ਕੀ ਹੋਇਆ ਤੈਨੂੰ? ਇਹ ਖੜ ਜਾਣੇ ਐਂ ਇਹਨਾਂ ਤੋਂ ਕੰਮ ਲੈ ਲਾ ਕੋਈ ਚੱਜ ਦਾ। ਬਾਕੀ ਸੰਧਾਲੀਆ ਸਾਹਿਬ ਜੇ ਸ਼ੁਰੂ ਕਰਨਾ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਤੇ ਉਹਦੇ ਤੋਂ ਬਾਅਦ ਹੁਣ ਅੱਗੋਂ ਕੀ, ਉਹ ਸਾਰੀ ਚਰਚਾ ਚੱਲਦੀ ਹੈ। ਤਾਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰ ਲਈ ਹੈ। ਹੁਣ ਤੋਂ ਕੁਝ ਘੰਟੇ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸ਼ੁਰੂ ਹੋ ਜਾਣੀ ਹੈ। ਉਹਦੇ ਵਿੱਚ ਅਸਲ ਫੈਸਲੇ ਲਏ ਜਾਣੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਐਲਾਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਰਣਨੀਤੀ ਕੀ ਰਹੇਗੀ। ਹੁਣ ਪਹਿਲੀ ਗੱਲ ਕਿ ਯੋਗੇਂਦਰ ਯਾਦਵ ਹੋਰੀ 1 ਮਹੀਨੇ ਲਈ ਮੁਅੱਤਲ ਕੀਤੇ ਸੀ, ਉਹ ਮੋਰਚੇ 'ਚ ਵਾਪਸ ਆ ਗਏ। ਉਹਨਾਂ ਦੀ ਉਹ ਸਮਾਂ ਸੀਮਾ ਪੂਰੀ ਹੋ ਗਈ ਹੈ, ਜਿੱਦਾਂ ਪਹਿਲਿਆਂ ਦੀ ਪੂਰੀ ਹੋ ਜਾਂਦੀ ਸੀ। ਜੇ ਕੋਈ ਬੰਦਾ ਇਹ ਆਖੇ ਕਿ ਭਾਈ ਉਹ ਬੰਦਾ ਉੱਥੇ ਕੀ ਕਰਦਾ, ਤਾਂ ਮਹੀਨਾ ਉਹਦਾ ਮੁਕੰਮਲ ਹੋ ਗਿਆ। ਇਹ ਮੈਂ ਕਿ ਕਲੀਅਰ ਕਰਦੀ ਇਹ ਗੱਲ। ਨਹੀਂ, ਇਹ ਬੜਾ ਜ਼ਰੂਰੀ ਆ। ਅਤੇ ਆਪਾਂ ਇਹ ਵੀ ਦੱਸ ਦਈਏ ਵੀ ਹੋ ਸਕਦਾ ਕਈਆਂ ਨੂੰ ਚੇਤਾ ਭੁੱਲ ਗਿਆ ਹੋਵੇ ਵੀ ਯਾਰ ਯੋਗੇਂਦਰ ਯਾਦਵ ਤਾਂ ਵਿੱਚ ਹੀ ਸੀਗਾ, ਪਰ ਉਹ ਕਿਉਂਕਿ ਲਖੀਮਪੁਰ ਖੀਰੀ ਵਾਲੇ ਮਾਮਲੇ ਜਦੋਂ ਬੰਦਾ ਉੱਥੇ ਗਿਆ ਸੀ ਅਤੇ ਉੱਥੇ ਜਿਸ ਘਰ ਨਹੀਂ ਸੀ ਜਾਣਾ ਚਾਹੀਦਾ, ਉੱਥੇ ਜਾਣ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਮੁਅੱਤਲ ਕੀਤਾ ਜੀ। ਉਹਦੇ ਤੋਂ ਇਲਾਵਾ ਹੁਣ ਜਦੋਂ 32 ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ, ਮੀਟਿੰਗ ਹੋਈ, ਮੀਡੀਆ ਵਾਲੇ ਬਾਹਰ ਤੱਕਦੇ ਸੀ ਕੁਝ ਕਹਿਣਗੇ। ਉਹ ਕਹਿੰਦੇ ਜੀ ਅਸੀਂ ਕੁਝ ਕਹਿਣਾ ਨਹੀਂ, ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਅਧੀਨ ਹੀ ਆ। ਅਸੀਂ ਤਾਂ ਪੰਜਾਬ ਵਾਲਿਆਂ ਨੇ ਪੰਜਾਬ ਦੀ ਸਥਿਤੀ ਦੇ ਮੁਤਾਬਕ ਪਹਿਲਾਂ ਆਪਣੀ ਇੱਕ ਰਾਏ ਕੀਤੀ ਹੈ ਕਿ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਆ, ਅਤੇ ਉਹਦੇ ਵਿੱਚ ਆਪਣਾ ਪੱਖ ਕਿੱਦਾਂ ਰੱਖਣਾ ਹੈ, ਕੋਈ ਪ੍ਰਪੋਜ਼ਲ, ਕੋਈ ਪ੍ਰਸਤਾਵ, ਕੀ ਚਾਹੁੰਦੇ ਹੋ, ਕਿਵੇਂ ਹੋਵੇ। ਉਹ 32 ਬੰਦਿਆਂ ਨੇ ਉੱਥੇ ਬੈਠ ਕੇ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਤੇ ਅੱਜ ਦੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਲਈ ਰੂਪਰੇਖਾ ਤੈਅ ਕਰ ਲਈ। ਪਰ ਕੁਝ ਗੱਲਾਂ ਜਿਹੜੀਆਂ ਬਿਲਕੁਲ ਕਲੀਅਰ, ਇੱਕ ਤਾਂ ਉਹਨਾਂ ਨੇ ਕਹਿਤਾ ਕਿ ਅਸੀਂ ਸਵਾਗਤ ਕਰਦੇ ਹਾਂ ਪ੍ਰਧਾਨ ਮੰਤਰੀ ਦੇ ਉਸ ਬਿਆਨ ਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲੈਣੇ, ਜਾਣੀ ਕਿ ਪੰਜਾਬ ਦੀਆਂ 32 ਜਥੇਬੰਦੀਆਂ ਨੇ ਸਵਾਗਤ ਕਰਤਾ। ਦੂਸਰਾ, ਪਰ ਉਹ ਕਹਿੰਦੇ ਕਿ ਅਸੀਂ ਜਾਣਾ ਨਹੀਂ ਇੱਥੋਂ, ਅਸੀਂ ਜਾ ਨਹੀਂ ਸਕਦੇ ਦਿੱਲੀ ਛੱਡ ਕੇ ਅਜੇ, ਕਿਉਂਕਿ ਅੱਜ ਵੀ ਆਪਾਂ ਨੂੰ ਨਗਰ ਕੀਰਤਨ ਤੇ ਵੀ ਬਹੁਤ ਸਾਰੇ ਲੋਕ ਮਿਲੇ, ਬਹੁਤ ਸਾਰੇ ਦੇ ਟੈਲੀਫੋਨ ਦੇ ਸੁਨੇਹੇ ਆਏ ਕਿ ਹੁਣ ਬਹੁਤਾ ਅੜਨਾ ਨਹੀਂ ਚਾਹੀਦਾ, ਹੁਣ ਬਹੁਤਾ ਖੜਨਾ ਨਹੀਂ ਚਾਹੀਦਾ। ਹੁਣ ਜੇ ਅਗਲਿਆਂ ਨੇ ਦਰਿਆ ਦਿੱਲੀ ਦਿਖਾਈ ਆ ਤਾਂ ਕਿਸਾਨਾਂ ਨੂੰ ਉੱਥੋਂ ਆ ਜਾਣਾ ਚਾਹੀਦਾ। ਜਿੱਦਾਂ ਕੈਪਟਨ ਅਮਰਿੰਦਰ ਸਿੰਘ, ਅਨਿਲ ਵਿਜ ਸਾਹਿਬ, ਨਾਲ ਦੀ ਨਾਲ ਮਨੋਹਰ ਲਾਲ ਖੱਟਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ, ਖੇਤੀਬਾੜੀ ਮੰਤਰੀ ਭਾਰਤ ਸਰਕਾਰ ਨਰਿੰਦਰ ਤੋਮਰ, ਉਹਨਾਂ ਨੇ ਆਖਿਆ
ਪਰ ਇਹ ਗੱਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਆਪਣੀ ਬੈਠਕ ਤੋਂ ਬਾਅਦ ਸਿੱਧੇ ਕਲੀਅਰ ਕਰ ਦਿੱਤੀ। ਉਹ ਕਹਿੰਦੇ ਕਿ ਬਹੁਤ ਚੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਖੁਦ ਬੋਲੇ ਆ ਕਿ 3 ਖੇਤੀਬਾੜੀ ਕਾਨੂੰਨ ਵਾਪਸ, ਪਰ ਉਹ ਕਹਿੰਦੇ ਕਿ ਸਾਡੇ ਕੋਲ ਮਸਲੇ ਹੋਰ ਬਹੁਤ ਨੇ। ਤੇ ਸੰਧਾਲੀਆ ਸਾਹਿਬ ਕਹਿਣ ਨੂੰ ਸੌਖਾ ਹੈ, ਅਗਲਿਆਂ ਦੇ ਕਿਹੜਾ ਉੱਥੇ ਮੱਛਰ ਨਹੀਂ ਲੜਦਾ ਜਾਂ ਅਗਲਿਆਂ ਦੇ ਕਿਹੜਾ ਉੱਤੇ ਪਾਣੀ ਦੀ ਮੀਂਹ ਦੀ ਜਿਹੜੀ ਉਹ ਬੂੰਦ ਨਹੀਂ ਪੈਂਦੀ। ਉਹਨਾਂ ਦੇ ਸਾਹਮਣੇ ਹੈ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਪਰਚੇ ਹੋਏ ਆ, ਭਾਵੇਂ ਉਹ 26 ਜਨਵਰੀ ਵਾਲੇ ਆ, ਭਾਵੇਂ ਉਹ ਕਿਸੇ ਹੋਰ ਮਸਲੇ ਤੇ ਆ, ਭਾਵੇਂ ਕਰਨਾਲ ਵਾਲਾ ਮਸਲਾ, ਭਾਵੇਂ ਕੋਈ ਹੈ, ਅਗਲਿਆਂ ਨੇ ਤਰੀਕਾ ਭੁਗਤਣ ਤਾਂ ਦਿੱਲੀ ਜਾਣਾ ਨਾ, ਉਹ ਪਰਚੇ ਵਾਪਸ ਕਰਾਉਣੇ ਆ। ਕੱਲ ਨੂੰ ਬੰਦੇ ਕਹਿਣ ਨਾ ਕਿ ਭਾਈ ਅਸੀਂ ਮੋਰਚੇ ਦੇ ਵਿੱਚ ਲੜੇ ਸੀ ਤਾਂ ਸਾਡੇ ਤੇ ਪਰਚੇ ਹੋਏ, ਮੁਕੱਦਮੇ ਹੋਏ, ਤਾਂ ਹੁਣ ਸਾਨੂੰ ਪੁੱਛਿਆ ਬਿਨਾਂ ਗਿਆ ਸਾਡਾ ਮਸਲਾ ਉੱਥੇ ਵਿਚਾਰਿਆ ਨਾ ਗਿਆ, ਉਹਨਾਂ ਨੂੰ ਇਕੱਲੇ ਨਹੀਂ ਛੱਡ ਸਕਦੇ। ਦੂਸਰਾ ਉਹ ਕਹਿੰਦੇ ਲਖੀਮਪੁਰ ਖੀਰੀ ਵਾਲਾ ਮਸਲਾ, ਅਸੀਂ ਲਖੀਮਪੁਰ ਖੀਰੀ ਵਾਲੇ ਮਸਲੇ ਤੇ ਇਨਸਾਫ ਲੈਣਾ। ਤੁਸੀਂ ਦੇਖੋ ਕਿ 4-5 ਬੰਦੇ ਸ਼ਹੀਦ ਹੋਏ ਨੇ ਉੱਥੇ, ਟੋਟਲ ਤਾਂ 8 ਦੀ ਮੌਤ ਹੋਈ ਹੈ। ਹੁਣ ਉਹਨਾਂ ਦੇ ਪਰਿਵਾਰਾਂ ਦੇ ਕੋਲ ਤਾਂ ਜੀ ਨਹੀਂ ਨਾ ਬਚਿਆ, ਤੇ 3 ਖੇਤੀਬਾੜੀ ਕਾਨੂੰਨ ਵਾਪਸ ਲਏ। ਉਹ ਕਹਿੰਦੇ ਜੇ ਅਸੀਂ ਏਦਾਂ ਹੀ ਮੁੜ ਆਈਏ, ਉਸ ਮਸਲੇ ਦੇ ਉੱਤੇ ਕੋਈ ਫੈਸਲਾ ਨਾ ਕਰਾਈਏ, ਪਰਿਵਾਰਾਂ ਨੂੰ ਇਕੱਲੇ ਛੱਡ ਦਈਏ, ਤਾਂ ਭਲਕ ਨੂੰ ਕੋਈ ਵੀ ਗੱਲ ਹੋਵੇ ਪਬਲਿਕ ਹਿੱਤ ਦੇ ਵਿੱਚ, ਲੋਕ ਹਿੱਤ ਦੇ ਵਿੱਚ, ਤਾਂ ਸਾਡੀ ਕਿਸੇ ਬਾਤ ਨਹੀਂ ਪੁੱਛਣੀ, ਸਾਡੇ ਮਗਰ ਨਹੀਂ ਕਿਸੇ ਤੁਰਨਾ। ਤੀਸਰੀ ਗੱਲ ਉਹ ਕਹਿੰਦੇ ਕਰਨਾਲ ਵਾਲਾ ਮਸਲਾ ਵੀ ਹੈ। ਤੇ ਚੌਥਾ MSP ਤਾਂ ਹੈਗੀ ਹੈ, ਕਿਉਂਕਿ ਬਾਕੀ ਸੂਬਿਆਂ ਦੇ ਕਿਸਾਨ ਜਦੋਂ ਨਾਲ ਤੁਰੇ ਸੀ 3 ਖੇਤੀ ਕਾਨੂੰਨ ਦਾ ਕੋਈ ਪ੍ਰਭਾਵ ਨਹੀਂ ਸੀ ਉਹਨਾਂ ਤੇ, ਪਰ MSP ਉਹਨਾਂ ਦੇ ਲਈ ਬਹੁਤ ਵੱਡੀ ਜ਼ਰੂਰੀ ਹੈ। ਉਹ ਕਹਿੰਦੇ ਅਸੀਂ ਇੱਦਾਂ ਤਾਂ ਨਹੀਂ ਜਾਂਦੇ, ਅਸੀਂ ਉਹਨਾਂ ਨਾਲ ਸਲਾਹ ਕਰਾਂਗੇ, ਜੋ ਉਹ ਕਹਿਣਗੇ, ਜਿਸ ਤਰੀਕੇ ਵੀ ਕਹਿਣਗੇ। ਬਿਜਲੀ ਵਾਲਾ ਵੀ ਹੈ, ਬੀਜਾਂ ਵਾਲਾ ਮਸਲਾ ਵੀ ਹੈ। ਉਹ ਕਹਿੰਦੇ 6 ਨੁਕਤੇ ਨੇ, 6 ਦੇ 6 ਸਾਹਮਣੇ ਰੱਖਾਂਗੇ, ਹੱਲ ਕਰਾਵਾਂਗੇ, ਉਹਦੇ ਤੋਂ ਬਾਅਦ ਫੈਸਲਾ ਲੈਣਾ। ਬਾਕੀ ਸੰਯੁਕਤ ਕਿਸਾਨ ਮੋਰਚਾ ਇਹ ਦੇਖੋ ਗੱਲ ਆ ਨਾ ਵੀ ਇੱਥੇ ਜਦੋਂ ਆਪਾਂ ਇਸ ਹਿਸਾਬ ਨਾਲ ਦੇਖਦੇ ਹਾਂ ਨਾ, ਤੇ ਕਿਦੋਂ ਬੜੀ ਲੰਮੀ ਲੜਾਈ ਹੁੰਦੀ ਆ, ਬੜਾ ਲੰਮਾ ਪੈਂਡਾ ਹੁੰਦਾ, ਤੇ ਅਚਾਨਕ ਜਦੋਂ ਮੰਨ ਲਓ ਆਪਾਂ ਫੌਜਾਂ ਲੜਦੀਆਂ ਦੇ ਹਿਸਾਬ ਨਾਲ ਦੇਖੀਏ, ਪੁਰਾਣੇ ਹਿਸਾਬ ਨਾਲ ਅੰਦਾਜ਼ਾ ਲਾ ਲਈਏ, ਹੁਣ ਫੌਜਾਂ ਲੜਦੀਆਂ ਆਉਂਦੀਆਂ ਦੇ ਸਾਹਮਣੇ ਕਿਲੇ ਵਾਲੇ ਪਾਸੋਂ ਐਲਾਨ ਹੋ ਜੇ ਵੀ ਜਿੱਤ ਹੋ ਗਈ ਏ। ਹੁਣ ਗੱਲ ਇਹ ਹੈ ਵੀ ਜਿਹੜੇ ਸਾਹਮਣੇ ਵਾਲੇ ਪਾਸੋਂ ਐਲਾਨ ਹੋਇਆ ਉਸ ਕਿਸੇ ਨੇ ਸੁਣਿਆ, ਕਿਸੇ ਨੇ ਨਹੀਂ ਸੁਣਿਆ। ਜਿਹੜਾ ਵਿਚਾਰਾ ਸਿਪਾਹੀ ਪਿੱਛੇ ਲੜਦਾ ਆਉਂਦਾ, ਉਹਨੇ ਅਜੇ ਵੇਖਿਆ ਤੇ ਇਹਨਾਂ ਵੀ ਹੋਇਆ ਕਿ ਨਹੀਂ ਹੋਇਆ। ਇਸ ਕਰਕੇ ਮੇਰਾ ਖਿਆਲ ਉਹ ਜਿਹੜਾ ਤੌਖਲਾ ਜਿਹਾ ਉਹਦਾ ਕਰਕੇ ਵੀ ਅਜੇ ਉਹਨਾਂ ਨੇ ਜਿਹੜੀ ਸਲਾਹ ਕੀਤੀ ਆ, ਉਹਦੇ 'ਚ ਉਹਨਾਂ ਨੇ ਕੋਈ ਅਧਿਕਾਰਤਾ ਆ ਕੇ ਬਾਹਰ ਸਪਸ਼ਟ ਨਹੀਂ ਕੀਤਾ ਵੀ ਅਸਲ 'ਚ ਹੈ ਕੀ। ਹੋ ਸਕਦਾ ਉਹਨਾਂ ਨੇ 2-3 ਤਰੀਕੇ ਨਾਲ ਆਪਣੀ ਗੱਲ ਬਣਾ ਲਈ ਹੋਵੇ ਵੀ ਜੇ ਇੱਥੇ ਜੇ ਗੱਲ ਬਣੀ ਤੇ ਇਦਾਂ ਕਰ ਲਾਂਗੇ, ਜੇ ਆਹ ਗੱਲ ਹੋ ਗਈ ਤੇ ਫਿਰ ਆਹ ਰਸਤੇ ਚੱਲ ਜਾਂਗੇ, ਜੇ ਅਗਲੇ ਕਹਿਣਗੇ ਵੀ ਯਾਰ ਸਾਡੇ ਨਾਲ ਹੋਰ ਥੋੜਾ ਜਿਹਾ ਚਿਰ ਚੱਲੋ ਤੇ ਆਪਾਂ ਉੱਦਾਂ ਚੱਲ ਪਵਾਂਗੇ। ਪਰ ਇੱਕ ਗੱਲ ਹੈਗੀ ਹੈ ਵਾਟ ਸਾਹਿਬ ਵੀ ਜੇ ਆਪਾਂ ਹੁਣ ਦੇ ਹਿਸਾਬ ਨਾਲ ਦੇਖੀਏ ਤੇ ਆਇਆ ਤੇ ਇੱਕ ਬਿਆਨ ਹੀ ਹੈ ਨਾ ਪ੍ਰਧਾਨ ਮੰਤਰੀ ਸਾਹਿਬ ਦਾ, ਜਿੱਦਾਂ ਦਾ ਉਹ ਬਿਆਨ ਦੇਖ ਕੇ ਉਹਨਾਂ ਨੇ ਕਿਹਾ ਵੀ ਆਪਾਂ ਰੱਦ ਕਰਤੇ ਮੰਨ ਲਓ, ਉੱਦਾਂ ਦਾ ਵਰਬਲੀ ਇਹਨਾਂ ਨੇ ਧੰਨਵਾਦ ਕਰਤਾ। ਹੁਣ ਜੇ ਪਹਿਲਾਂ ਕਾਨੂੰਨ ਬਣੇ ਸੀ ਉਹਦੀ ਇੱਕ ਪ੍ਰੋਪਰ ਪ੍ਰਕਿਰਿਆ ਸੀ, ਤੇ ਉਸ ਪ੍ਰਕਿਰਿਆ ਤੋਂ ਬਾਅਦ ਕਾਗਜ਼ ਸਾਹਮਣੇ ਆਏ, ਜਿਹੜੇ ਕਾਗਜ਼ ਨੂੰ ਪੜ੍ਹ ਕੇ ਬਾਅਦ 'ਚ ਕਿਸਾਨਾਂ ਨੇ ਜਿੰਨੀਆਂ ਮੀਟਿੰਗਾਂ ਕੀਤੀਆਂ ਉਹਦੇ ਜਾ ਕੇ ਕਿਹਾ ਵੀ ਭਾਈ ਸਾਹਿਬ ਆਹ ਮਾੜਾ ਜੀ, ਆਹ ਮਾੜਾ ਜੀ, ਆਹ ਮਾੜਾ ਜੀ, ਆਹ ਮਾੜਾ, ਉਹੋ ਜਿਹਾ ਕੋਈ ਨਾ ਕੋਈ ABCD ਕਾਗਜ਼ ਤੇ ਆਊਗਾ ਨਾ ਵੀ ਆਹ ਦੇਖੋ ਜੀ, ਆਹ ਵੀ ਰੱਦ, ਆਹ ਵੀ ਰੱਦ, ਤੇ ਆਹ ਵੀ ਰੱਦ, ਤੇ ਆਹ ਲਓ ਚਿੱਠੀ। ਤੇ ਇਸ ਹਿਸਾਬ ਨਾਲ 23 ਫਸਲਾਂ ਦੀ MSP ਆ, ਉਹਦੇ 'ਚੋਂ 23 ਦੀ ਮੰਨਣ, 2 ਦੀ ਮੰਨਣ ਜਾਂ 32 ਦੀ ਮੰਨਣ। ਇਹ ਅਜੇ ਸਾਰਾ ਕੁਝ ਜਦ ਤੱਕ ਮੇਰੇ ਖਿਆਲ ਨਾਲ ਲਿਖਤੀ ਨਹੀਂ ਆਉਂਦਾ ਉਦੋਂ ਤੱਕ ਉਹ ਰੁਕਣਗੇ ਤਾਂ ਸਹੀ। ਨਹੀਂ ਰੁਕਣਾ ਪਊਗਾ। ਉਹਨਾਂ ਨੇ ਕਲੀਅਰ ਕਰ ਦਿੱਤਾ ਕਿ 26 ਤਰੀਕ ਨੂੰ 1 ਸਾਲ ਹੋਣਾ, ਤੇ ਵੱਧ ਤੋਂ ਵੱਧ ਲੋਕ ਦਿੱਲੀ ਦੀਆਂ ਬਰੂਹਾਂ ਤੇ ਇਕੱਠੇ ਹੋਵੋ। ਉਹਨਾਂ ਨੇ ਸੱਦਾ ਦਿੱਤਾ, ਕਹਿੰਦੇ ਐਜ਼ ਇਟ ਇਜ਼ ਕਾਇਮ ਹੈ, ਤਿਆਰੀਆਂ ਹੋ ਰਹੀਆਂ। ਦੂਸਰਾ ਉਹ ਕਹਿੰਦੇ ਕਿ ਅਜੇ ਤੱਕ ਸਾਡਾ 29 ਤਰੀਕ ਨੂੰ ਪਾਰਲੀਮੈਂਟ ਵੱਲ ਜਾਣ ਦਾ ਪ੍ਰੋਗਰਾਮ ਬਿਲਕੁਲ ਐਜ਼ ਇਟ ਇਜ਼ ਪਿਆ, ਅਸੀਂ ਪਰਾਂ ਨਹੀਂ ਹਟ ਸਕਦੇ। ਨਾਲ ਦੀ ਨਾਲ ਸੰਧਾਲੀਆ ਸਾਹਿਬ ਇੱਕ ਬਹੁਤ ਜ਼ਰੂਰੀ ਜਿਹੜੀ ਗੱਲ ਹੈ ਕਿ ਆਮ ਲੋਕਾਂ ਨੂੰ ਲੀਡ ਕੀਤਾ ਕਿਸਾਨ ਆਗੂਆਂ ਨੇ, ਬੜੇ ਦੋਸ਼ ਲੱਗੇ ਉਹਨਾਂ ਤੇ, ਇਹ ਤਾਂ ਜੀ ਫਲਾਨੇਵਾਦੀ ਆ, ਇਹ ਤਾਂ ਜੀ ਕਿਸੇ ਸਿਆਸੀ ਪਾਰਟੀ ਦੇ ਚੱਕੇ ਚਕਾਏ ਆ, ਇਹ ਤਾਂ ਕੁਛ ਕਰਦੇ ਆ। ਉਹ ਮਾੜਾ ਤਾਂ ਨਹੀਂ ਬੋਲੇ ਸੀ, ਉਹ ਚੁੱਪਚਾਪ ਆਪਣਾ ਕੰਮ ਕਰਦੇ ਰਿਹਾ। ਕਿੰਨੇ ਲੋਕ ਸੀ ਕਹਿੰਦੇ ਜੀ ਕਿਸਾਨਾਂ ਨੇ ਅੱਗੇ ਨਹੀਂ ਜਾਣਾ, ਇਹ ਲੀਡਰ ਜਿਹੜੇ ਅੱਗੇ ਜਾਣ ਜੋਗੇ ਹੈ ਹੀ ਨਹੀਂ, ਇਹਨਾਂ ਦੇ ਪੱਲੇ ਕੀ ਹੈ। ਅੱਜ ਉਹਨਾਂ ਨੇ ਫਿਰ ਫੈਸਲਾ ਸੋਚ ਵਿਚਾਰ ਕੇ ਲੈਣਾ। ਜਿਹੜੇ ਮਾਹਿਰਾਂ ਨੂੰ ਉਹ ਸੱਦਦੇ ਰਹੇ ਆ, ਜਿਹੜੇ ਐਕਸਪਰਟਾਂ ਨੂੰ ਉਹ ਸੱਦਦੇ ਰਹੇ ਆ, ਜਿਨ੍ਹਾਂ ਤੋਂ ਸਲਾਹ ਲੈਂਦੇ ਰਹੇ ਆ, ਉਹ ਸਾਰਾ ਕੁਝ ਦੱਸਣਗੇ। MSP ਦੇ ਬਾਰੇ ਦੱਸਣਗੇ ਕਿ ਇਦਾਂ ਹੋ ਸਕਦਾ, ਆ ਹੋ ਸਕਦਾ, ਦੇਸ਼ ਦੀ ਸਥਿਤੀ ਆ, ਕਿਉਂਕਿ ਸਰਕਾਰ ਸਾਰੀਆਂ ਫਸਲਾਂ ਦੀ MSP ਤਾਂ ਦੇ ਨਹੀਂ ਸਕਦੇ, ਬੜੀ ਕਲੀਅਰ ਆ। ਪਰ ਕੁਝ ਵਿਸ਼ੇਸ਼ ਫਸਲਾਂ ਜਿਹੜੀਆਂ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮੋਟਾ ਬਚਾ ਸਕਣ, ਉਧਰਲੇ ਪਾਸੇ ਉਹਨਾਂ ਨੇ ਦੇਖਣਾ ਹੈ। ਪਰ ਪੰਜਾਬ 'ਚ 150 ਥਾਵਾਂ ਤੇ ਧਰਨੇ ਲੱਗੇ ਆ, ਜਿਨ੍ਹਾਂ ਦੀ ਖਬਰ ਵੀ ਆਉਣੋਂ ਹਟ ਗਈ ਸੀ, ਪਰ ਲੋਕ ਬਹਿੰਦੇ ਸੀ। ਸੰਧਾਲੀਆ ਸਾਹਿਬ 2 ਦਿਨ ਹੋ ਗਿਆ ਜਲਾਓ ਦੇਖਣ ਵਾਲਾ ਕਿ ਉੱਥੇ ਜਿਸ ਤਰੀਕੇ ਉਤਸ਼ਾਹ ਆ, ਅੱਗੇ ਕੱਲੀ ਚਾਹ ਆਉਂਦੀ ਸੀ, ਨਾਲ ਲੱਡੂ ਆ ਰਹੇ ਆ, ਨਾਲ ਮੱਠੀਆਂ ਆ ਰਹੀਆਂ, ਉੱਥੇ ਜਿਹੜੇ ਜਕਾਰੇ ਲੱਗ ਰਹੇ ਉਹਨਾਂ ਦੀ ਗੂੰਜ ਹੀ ਦੁੱਗਣੀ ਤਿੱਗਣੀ ਚੌਗਣੀ ਹੋ ਗਈ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਭੰਗੜੇ ਪਾ ਰਹੇ ਆ, ਉਹ ਭਾਂਡੇ ਧੋਂਦੇ ਵੀ ਗਾਈ ਜਾਂਦੇ ਆ, ਭੰਗੜੇ ਪਾਈ ਜਾਂਦੇ ਆ, ਢੋਲ ਵੱਜੀ ਜਾਂਦੇ, ਕੋਈ ਡੋਲੂ ਹੀ ਖੜਕਾਈ ਜਾਂਦਾ। ਜਿਨ੍ਹਾਂ ਲੋਕਾਂ ਨੇ 700 ਲੋਕਾਂ ਨੂੰ ਆਪਣੇ ਨਾਲ ਸ਼ਹੀਦ ਹੁੰਦਿਆਂ ਮਰਦਿਆਂ ਤੱਕਿਆ, ਜਿਨ੍ਹਾਂ ਨੇ ਦੇਖਿਆ ਕਿ ਭਾਈ ਬੱਟੇ ਪੈਂਦੇ ਆ, ਤੰਬੂ ਸਾੜੇ ਜਾ ਰਹੇ, ਕੋਈ ਬੰਦਾ ਵੱਢ ਕੇ ਟੰਗ ਤਾਹ ਕਰ ਦਿੱਤਾ, ਪਰਚੇ ਕਰ ਦਿੱਤੇ, ਕੀ ਕੁਛ ਨਹੀਂ ਹੋਇਆ। ਜਦੋਂ ਇੰਨੀ ਗਰਮੀ ਤੋਂ ਬਾਅਦ ਠੰਡੀ ਹਵਾ ਦਾ ਬੁੱਲਾ ਆਵੇ ਨਾ,
ਪੈਰ ਧਰਤ ਤੇ ਨਹੀਂ ਲੱਗਦੇ ਹੁੰਦੇ। ਪਰ ਮੈਂ ਕਹਿੰਦਾ ਕਿ ਇੱਕ ਵੀ ਬੰਦਾ ਉੱਥੋਂ ਹਿੱਲਿਆ ਨਹੀਂ, ਇੱਕ ਵੀ ਜਥੇਬੰਦੀ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਸਾਨੂੰ ਹੁਣ ਚਲੇ ਜਾਣਾ ਚਾਹੀਦਾ। ਜਿੰਨੇ ਜ਼ਾਬਤੇ 'ਚ ਰਹਿ ਕੇ ਉਹ ਚੱਲ ਰਹੀਆਂ, ਇਸ ਕਰਕੇ ਭਾਵੇਂ ਕੋਈ ਬੰਦਾ ਦੇਸ਼ 'ਚ ਬੈਠਾ ਭਾਵੇਂ ਵਿਦੇਸ਼ 'ਚ ਬੈਠਾ, ਸੰਯੁਕਤ ਕਿਸਾਨ ਮੋਰਚਾ ਫੈਸਲਾ ਕੀ ਲੈਂਦਾ ਸੋਚ ਸਮਝ ਕੇ ਲੈਣਗੇ, ਉਧਰਲੇ ਪਾਸੇ ਧਿਆਨ ਦੇ ਕੇ ਤੁਰਨਾ ਪਊਗਾ। ਬਿਲਕੁਲ, ਮੇਰੇ ਖਿਆਲ ਨਾਲ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਹੁਣ ਜਿੱਥੇ ਕਿ ਜਾ ਕੇ ਗੱਲ ਖੜ ਗਈ ਜੀ, ਹੁਣ ਸਿਰਫ ਤੇ ਸਿਰਫ ਇਸ ਚੀਜ਼ ਦਾ ਇੰਤਜ਼ਾਰ ਹੈ ਵੀ ਇੱਕ ਸਿਆਣਪ ਤਰੀਕੇ ਦੇ ਨਾਲ ਇਹ ਸਾਰੇ ਕੁਝ ਨੂੰ ਸਮਾਪਤ ਕੀਤਾ ਜਾਵੇ, ਤਾਂ ਜੋ, ਕਿਉਂਕਿ ਇਹ ਤਾਂ ਗੱਲ ਹੋਊਗੀ ਵੀ ਹੁਣ ਦੇਸ਼ ਦੁਨੀਆ ਜਿੱਥੋਂ ਤੱਕ ਵੀ ਚਲੇ ਗਏ, ਜਿਹੜੇ ਲੋਕਾਂ ਨੂੰ ਬੋਲੀ ਭਾਸ਼ਾ ਵੀ ਨਹੀਂ ਆਉਂਦੀ, ਜਿਨ੍ਹਾਂ ਨੂੰ ਮਸਲੇ ਵੀ ਨਹੀਂ ਆਉਂਦੇ, ਉਹਨਾਂ ਨੂੰ ਵੀ ਪਤਾ ਲੱਗਿਆ ਵੀ ਕੁਛ ਇੱਥੇ ਹੋਇਆ। ਤੇ ਜਦੋਂ ਪੂਰੇ ਕੁਛ ਦੀ ਹਿਸਟਰੀ ਕੱਲ ਨੂੰ ਪੜ੍ਹਿਆ ਕਰਨਗੇ ਜਾਂ ਲਿਖਣਗੇ, ਤੇ ਅਖੀਰ ਫਿਰ ਜਿਹੜਾ ਆਖਰੀ ਪੰਨਾ ਹੁੰਦਾ ਜਿੱਥੇ ਜਾ ਕੇ ਉਹਨਾਂ ਨੇ ਨਤੀਜਾ ਲਿਖਣਾ, ਉਹ ਜਦੋਂ ਨਤੀਜਾ ਲਿਖਣ ਤੇ ਉਦੋਂ ਉਹਨਾਂ ਨੂੰ ਇਹ ਨਾ ਲੱਗੇ ਵੀ ਯਾਰ ਇੱਥੇ ਆ ਕੇ ਥੋੜੀ ਜਿਹੀ ਇਸ ਚੀਜ਼ ਦੀ ਕਮਜ਼ੋਰੀ ਰਹਿ ਗਈ। ਸੋ ਉਹ ਜਿਹੜੀ ਕਿਤਾਬ ਪੂਰੀ ਦੀ ਪੂਰੀ ਲਿਖੀ ਗਈ, ਉਸ ਕਿਤਾਬ ਦੇ ਆਖਰੀ ਪੰਨੇ ਦੇ ਉੱਪਰ ਲਿਖੀਆਂ ਜਾਣ ਵਾਲੀਆਂ ਸਤਰਾਂ ਸੋਹਣੀਆਂ ਹੋਣ, ਤੇ ਜਦੋਂ ਕਿਤਾਬ ਬੰਦਾ ਪੜ੍ਹ ਕੇ ਉਹਨੂੰ ਬੰਦ ਕਰੇ ਤੇ ਫਿਰ ਉਹ ਆਖੇ ਵੀ ਹਾਂ ਯਾਰ ਆਹ ਹੋਈ ਨਾ ਗੱਲ। ਸੋ ਆਹ ਮੋੜ ਹੈ ਇਸ ਵਕਤ। ਸੋ ਮੇਰੇ ਖਿਆਲ ਨਾਲ ਜੇ 5-10 ਦਿਨ ਹੋਰ ਵੀ ਲੱਗ ਜਾਂਦੇ ਤੇ ਕੋਈ ਬਹੁਤਾ ਫਰਕ ਹੈ ਨਹੀਂ। ਦੇਖੋ, ਦਸੰਬਰ ਦਾ ਅੱਧ ਤਾਂ ਆਉਣਾ ਹੀ ਆ, ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲਣਾ, ਉਹਦੇ ਵਿੱਚ ਹੀ ਸਾਰਾ ਕੁਝ ਹੋਣਾ। ਮੈਨੂੰ ਲੱਗਦਾ ਕਿ ਜਿਹੜਾ ਬੰਦਾ ਕੋਈ ਕਾਹਲਾ ਪੈਂਦਾ, ਜੋ ਉਹਨੂੰ ਲੱਗਦਾ ਉਹ ਇਹਨੂੰ ਇੱਕ ਵਿਆਹ ਵਾਂਗੂ ਸਮਝੇ। ਸਾਡੀ ਪੰਜਾਬੀਆਂ ਦੀ ਇੱਕ ਆਦਤ ਹੈ, ਸਾਨੂੰ ਵਿਆਹ ਦਾ ਪਹਿਲਾ ਹਿੱਸਾ ਸਾਰਿਆਂ ਨੂੰ ਪਤਾ ਕਿ ਉਹਦੇ ਵਿੱਚ ਮੰਜੇ ਬਿਸਤਰੇ ਇਕੱਠੇ ਕਰੀਦੇ ਆ, ਉਹਦੇ ਵਿੱਚ ਟੈਂਟ ਵਾਲੇ ਨੂੰ ਕਹੀਦਾ, ਉਹਦੇ ਵਿੱਚ ਫੁੱਫੜ ਆਉਂਦਾ ਹੈ, ਉਹਦੇ ਵਿੱਚ ਪ੍ਰਾਹੁਣਾ ਆਉਂਦਾ ਹੈ, ਉਹਦੇ ਵਿੱਚ ਦਾਜ ਜਾਂ ਬਰੀ ਖਰੀਦ ਕੇ ਲਿਆਉਂਦੇ ਆ, ਉਹਦੇ ਵਿੱਚ ਨਾਨਕਾ ਮੇਲ ਆਉਂਦਾ ਹੈ, ਉਹਦੇ ਵਿੱਚ ਜਾਗੋ ਕੱਢਦੇ ਆ, ਉਹਦੇ ਵਿੱਚ ਵਿਆਹ ਹੁੰਦਾ, ਸਾਰਾ ਕੁਝ ਆਉਂਦਾ। ਪਰ ਉਹਦੇ ਤੋਂ ਬਾਅਦ ਵੀ ਇੱਕ ਪ੍ਰਕਿਰਿਆ ਹੁੰਦੀ ਹੈ, ਜਿੱਦਾਂ ਹੀ ਮੰਜੇ ਬਿਸਤਰੇ ਲਿਆਈਦੇ ਆ ਉਦਾਂ ਹੀ ਲੱਭ ਕੇ ਮੋੜ ਕੇ ਦੇਈਦੇ। ਉਹਦੇ ਵਿੱਚੋਂ ਕਈਆਂ ਤੇ ਦਾਲ ਡੁੱਲੀ ਹੁੰਦੀ ਹੈ, ਚਾਦਰ ਧੋ ਕੇ ਦੇਣੀ ਪੈਂਦੀ। ਉਹ ਕਦੇ ਕਿਸੇ ਫਿਲਮ 'ਚ ਨਹੀਂ ਦਿਖਾਇਆ ਜਾਂਦਾ, ਕਦੇ ਉਹ ਸਾਡੇ ਚੇਤਿਆਂ ਦੇ ਵਿੱਚ ਨਹੀਂ ਆਉਂਦਾ, ਕਦੇ ਉਹ ਸਾਡੇ ਗਾਣਿਆਂ ਦੇ ਹਿੱਸੇ 'ਚ ਨਹੀਂ ਆਉਂਦਾ। ਜਿੱਦਾਂ ਵਿਆਹ ਦੇ ਵਿੱਚ ਮੰਜੇ ਬਿਸਤਰੇ ਮੋੜਨੇ ਹੁੰਦੇ ਆ, ਜਿੱਦਾਂ ਟੈਂਟ ਵਾਲੇ ਦਾ ਸਮਾਨ ਵਾਪਸ ਕਰਨਾ ਹੁੰਦਾ ਹੈ, ਜਿੱਦਾਂ ਗੁਰੂ ਘਰ ਦੇ ਭਾਂਡੇ ਗਿਣ ਕੇ ਕੱਲੇ ਚਿੱਬ ਪਿਆ ਗਲਾਸ ਬੀਬੀਆਂ ਕਹਿੰਦੀਆਂ ਹੁੰਦੀਆਂ ਇਹ ਘਰ ਰੱਖ ਲਓ, ਘਰੋਂ ਨਵਾਂ ਕੱਢ ਕੇ ਦਿਓ ਬਾਬੇ ਦੇ ਘਰ ਦਾ, ਉਹ ਸਾਰੀ ਪ੍ਰਕਿਰਿਆ ਇਦਾਂ ਹੀ ਕਿਸਾਨ ਮੋਰਚੇ ਦੇ ਵਿੱਚੋਂ ਹੋਣੀ ਆ। ਤੇ ਉੱਥੇ ਕਿਸੇ ਦੇ ਪੈਸੇ ਰਹਿ ਗਏ, ਕਿਸੇ ਦਾ ਕੋਈ ਝੱਗਾ ਚੁੰਨੀ ਗਵਾਚ ਗਿਆ, ਕਿਸੇ ਦੀ ਜੁੱਤੀ ਗਵਾਚ ਗਈ, ਉਹ ਚੀਜ਼ਾਂ ਬਾਅਦ ਚ ਲੱਭਦੀਆਂ ਹੁੰਦੀਆਂ। ਕਿਸੇ ਨੂੰ ਚੇਤਾ ਭੁੱਲ ਗਿਆ, ਮਾਫੀਆਂ ਮੰਗਣੀਆਂ ਪੈਂਦੀਆਂ ਜੀ, ਕਾਰਡ ਨਹੀਂ ਦੇ ਹੋਇਆ, ਕਾਹਲੀ ਬੜੀ ਸੀ, ਕੋਈ ਰੁੱਸ ਜਾਂਦਾ, ਉਹਨੂੰ ਮਨਾਉਣਾ ਪੈਂਦਾ। ਜਿੱਦਾਂ ਵਿਆਹ ਬਾਅਦ ਚ ਸੋਧੀ ਦਾ, ਪਰ ਉਹ ਕਿਸੇ ਖਾਕੇ 'ਚ ਨਹੀਂ ਆਉਂਦਾ। ਉਸੇ ਤਰੀਕੇ ਆ ਕਿਸਾਨ ਮੋਰਚੇ ਲੱਗੇ ਨੂੰ ਜੇ ਸਾਲ ਹੋ ਗਿਆ ਨਾ, ਤਾਂ ਇਹਨੂੰ ਪੁੱਟਦਿਆਂ, ਇਹਨੂੰ ਨਿਬੇੜਦਿਆਂ, ਇਹਨੂੰ ਸਹੇਜਦਿਆਂ, ਇਹਨੂੰ ਚੰਗੇ ਤਰੀਕੇ ਤੈਅ ਕਰਕੇ ਧੁੱਪ ਲਾ ਕੇ ਫਿਰ ਬੇਬੇ ਦੀ ਸੰਦੂਕ 'ਚ ਰੱਖਦਿਆਂ ਵੀ ਸਮਾਂ ਲੱਗਣਾ, ਸਬਰ ਜ਼ਰੂਰ ਰੱਖੋ। ਨਹੀਂ ਸਬਰ ਹੈਗਾ, ਤੇ ਮੇਰੇ ਖਿਆਲ ਨਾਲ ਚਲੋ ਕਰਨਗੇ ਵੀ, ਰੱਖਣਗੇ ਵੀ। ਦੂਜੀ ਗੱਲ ਆਪਾਂ ਇਹ ਵੀ ਕਰ ਲਈਏ ਨਾਲ ਬਾਟ ਸਾਹਿਬ, ਵੀ ਦੇਖੋ ਇਹ ਸਾਰਾ ਕੁਝ ਹੋਣ ਤੋਂ ਬਾਅਦ ਦੋ ਤਰ੍ਹਾਂ ਦੇ ਬਿਆਨ ਆਉਣ ਲੱਗ ਪਏ। ਇੱਕ ਬਿਆਨ ਉਹ ਆਉਣ ਲੱਗ ਪਿਆ ਜਿਹਦੇ ਵਿੱਚ ਇਹ ਕਿਹਾ ਜਾਣ ਲੱਗ ਪਿਆ ਜੀ ਵੀ ਬਹੁਤ ਹੀ ਵਧੀਆ ਪ੍ਰਧਾਨ ਮੰਤਰੀ ਸਾਹਿਬ ਨੇ ਕਮਾਲ ਕਰ ਦਿੱਤਾ। ਜਿਹੜਾ ਅਨਿਲ ਵਿਜ ਸਾਹਿਬ ਕਹਿੰਦੇ ਵੀ ਦੇਖੋ ਜੀ ਦਰਿਆ ਦਿਲੀ ਵਿਖਾਈ ਗਈ। ਮੈਂ ਨਾ ਚਲੋ ਵਧੀਆ ਗੱਲ ਹੈ, ਅਗਲਿਆਂ ਦੇ ਲੀਡਰ ਨੇ ਉਹ ਕਹਿੰਦੇ ਵੀ ਦਰਿਆ ਦਿਲੀ ਵਿਖਾਈ, ਪਰ ਜੇ ਦਰਿਆ ਦਿਲੀ ਕਰਦਿਆਂ ਜੇ ਆਪਾਂ ਥੋੜ੍ਹੀ ਜਿਹੀ ਖਾਲ ਦਿਲੀ ਕਰ ਲੈਂਦੇ ਤੇ ਉਹ ਜਾਣੇ 10-11 ਮਹੀਨੇ ਪਹਿਲਾਂ ਕਰ ਲੈਂਦੇ ਤੇ ਚਲੋ 700 ਨਾ ਸੀ, ਉਹ 'ਚੋਂ 500-400 ਹੀ ਬਚ ਜਾਂਦਾ, ਹੈ ਨਾ। ਠੀਕ ਹੈ, ਚਲੋ ਜੋ ਹੋ ਗਿਆ ਵਧੀਆ। ਦੂਜੇ ਪਾਸੇ ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਹੋਣ, ਜਿੱਦਾਂ ਵਰੁਣ ਗਾਂਧੀ ਸਾਹਿਬ, ਉਹ ਵੀ ਕਹਿੰਦੇ ਬਹੁਤ ਵਧੀਆ ਜੀ, ਕਮਾਲ ਹੋ ਗਈ, ਬੱਲੇ ਬੱਲੇ ਹੋ ਗਈ। ਬਸ ਇੱਦਾਂ ਹੀ ਕੋਈ MSP ਵਾਲਾ ਵੀ ਕਰ ਦਿਓ। ਹੁਣ ਚੱਕਰ ਇਹ ਹੋ ਗਿਆ ਵੀ ਆਪਣੀ ਪਾਰਟੀ ਦੇ ਵਿੱਚੋਂ ਦੋ ਤਰ੍ਹਾਂ ਦੀਆਂ ਰਾਏ BJP ਦੇ ਵਿੱਚੋਂ ਵੀ ਆਉਣ ਲੱਗ ਪਈਆਂ, ਤੇ ਇਸੇ ਤਰ੍ਹਾਂ ਦੇ ਇੱਕ ਬੰਦਾ ਬਿਹਾਰ ਵਾਲੇ ਪਾਸਿਓਂ, ਉਹ ਕਹਿੰਦਾ ਇਹ ਤਾਂ ਕੁਛ ਦਿਨ ਕੀ ਬਾਤ ਹੈ, आप देखना ये इलेक्शन निकल जाए फिर आएंगे कानून, बहुत मेहनत से बनाए हैं। ਮੈਨੂੰ ਸਮਝ ਨਹੀਂ ਆਇਆ ਵੀ ਭਲਿਆ ਲੋਕਾਂ ਵੀ ਜੇ ਹੁਣ ਖੱਫਣ ਹੈਗਾ ਤੇ ਜ਼ਰੂਰ ਪਾੜਨਾ ਹੀ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਹੈ ਕਿ ਸਵਾਗਤ ਪ੍ਰਧਾਨ ਮੰਤਰੀ ਸਾਹਿਬ ਦੇ ਬਿਆਨ ਦਾ ਕਰਨਾ ਚਾਹੀਦਾ, ਕਿਉਂਕਿ ਇੱਕ 18 ਮਿੰਟ ਦੇ ਭਾਸ਼ਣ ਤੋਂ ਬਾਅਦ ਜਲੌ ਵੱਖਰਾ। ਜਿਹੜੀ ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਲੋਕਾਂ ਦੇ ਗੁੱਸੇ ਦਾ ਪਾਤਰ ਬਣ ਗਈ ਸੀ, ਉਹ ਇੱਕਦਮ ਬਦਲ ਜੂਗੀ। ਮੈਂ ਨਹੀਂ ਕਹਿੰਦਾ ਕਿ ਉਹਨੂੰ ਚੋਣਾਂ ਚ ਲਾਭ ਮਿਲੂਗਾ, ਆਪਾਂ ਵੈਸੇ ਗੱਲ ਕਰਦੇ ਨੋਰਮਲ। ਆਪਾਂ ਪਿਛਲੇ ਦਿਨੀ ਇੱਕ ਪ੍ਰੋਗਰਾਮ ਦੇ ਵਿੱਚ ਬਾਰ-ਬਾਰ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕਿਹਾ ਵੀ ਇੱਕ ਵਾਰੀ ਮਾੜਾ ਜਿਹਾ ਜਿੱਦਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਾ ਜਾ ਕੇ ਕਹਿਓ ਮਾੜਾ ਜਿਹਾ। ਉਹਨਾਂ ਆਖਿਆ, ਉਹਨਾਂ ਨਹੀਂ ਆਖਿਆ, ਉਹਨਾਂ ਕਾਂ ਹੱਥ ਸੁਨੇਹਾ ਭੇਜਿਆ, ਚਿੜੀ ਹੱਥ ਸੁਨੇਹਾ ਭੇਜਿਆ, ਈਮੇਲ ਕੀਤੀ, ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਤੋਂ ਬਿਆਨ ਦਵਾਤਾ ਜਿਹੜਾ ਸਾਨੂੰ ਲੱਗਦਾ ਕਿ ਉਹ ਨੇਪਰੇ ਚੜ ਜਾਣਾ। ਤੇ ਹੁਣ ਉਹਨਾਂ ਦੇ ਲਈ ਬਹੁਤ, ਤੁਸੀਂ ਦੇਖੋ ਉਹਦੇ ਤੋਂ ਬਾਅਦ ਪੰਜਾਬ ਭਾਜਪਾ ਦੇ ਕਿਸੇ ਲੀਡਰ ਦੇ ਖਿਲਾਫ ਨਾ ਕੋਈ ਸੋਸ਼ਲ ਮੀਡੀਆ ਤੇ ਲਿਖਦਾ, ਨਾ ਉਹਨਾਂ ਦੇ ਖਿਲਾਫ ਕੋਈ ਬਿਆਨ ਆਉਂਦਾ ਇੱਕਦਮ, ਕਿਉਂਕਿ ਪੰਜਾਬੀ ਬੜੇ ਬਾਹਾਂ ਖਿਲਾਰ ਕੇ ਮਿਲਣ ਵਾਲੇ ਬੰਦੇ ਨੇ। ਇੱਕਦਮ ਦੂਜੇ ਪਾਸੇ ਆ ਗਿਆ, ਚਲੋ ਛੱਡੋ ਯਾਰ ਜਿਹੜੀ ਗੱਲ ਹੋਣੀ ਸੀ। ਤੁਸੀਂ ਹੋਰ ਦੇਖੋ ਨਵਜੋਤ ਸਿੰਘ ਸਿੱਧੂ ਦਾ ਤੇ ਕਈ ਪੰਜਾਬ ਦੇ ਲੀਡਰਾਂ ਦਾ ਬਿਆਨ ਆਇਆ, ਮਾਫ ਕਰ ਦਿਓ ਬਾਬੇ ਨਾਨਕ ਦੇ ਛੱਡੋ ਪੁਰਾਣਾ, ਹਾਲਾਂਕਿ 700 ਕੁਰਬਾਨੀਆਂ ਨੂੰ ਉਹ ਕਹਿੰਦੇ ਚੇਤੇ ਰੱਖੋ।
ਇਦਾਂ ਹੀ ਕਿਤੇ ਸੰਧਾਲੀਆ ਸਾਹਿਬ ਇੱਕ ਗੱਲ ਹੋਰ ਕਰਨੀ ਪੈਣੀ ਹੈ, ਕਿਉਂਕਿ ਇਲੈਕਸ਼ਨ ਦੇ ਨੇੜੇ 3-4 ਮਹੀਨੇ ਤੇਜ਼ ਚੱਲਣਾ ਪੈਂਦਾ ਹੈ। ਪੰਜਾਬ ਭਾਜਪਾ ਦੇ ਲੀਡਰ ਜਾਣ, ਐਤਕੀ ਤਾਂ ਮੌਕਾ ਵਧੀਆ, ਟੋਕਰੀ ਲੈ ਕੇ ਜਾਣ ਸੋਹਣੀ ਬਣਾ ਕੇ, ਉਹਦੇ ਵਿੱਚੋਂ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਨਾਲ ਹੀ ਅਮਿਤ ਸ਼ਾਹ ਸਾਹਿਬ ਨੂੰ ਬਿਠਾਉਣ, ਦੂਜੇ ਪਾਸੇ ਨਾਲ ਹੀ ਤੋਮਰ ਸਾਹਿਬ ਨੂੰ ਬਿਠਾ ਲੈਣ ਕਿ ਬਹੁਤ ਵਧੀਆ ਕੀਤਾ। ਪਿਊਸ਼ ਗੋਇਲ ਸਾਹਿਬ ਦਾ ਚੇਤਾ ਨਾ ਭੁੱਲਣ, ਉਹ ਵੀ ਮੀਟਿੰਗਾਂ 'ਚ ਹੁੰਦੇ ਸੀ। ਨਹੀਂ ਉਹਨੂੰ ਨਹੀਂ ਤੇ ਸੋਮ ਪ੍ਰਕਾਸ਼ ਨੂੰ ਇਧਰੋਂ ਹੀ ਲੈ ਜਾਣਾ, ਇਧਰੋਂ ਲੈ ਪੰਜਾਬ ਤੋਂ ਹੀ ਨਹੀਂ ਉਹ। ਨਹੀਂ ਉਹ ਤਾਂ ਵਧੀਆ, ਉਹਨਾਂ ਨੇ ਕਹਿਣਾ ਯਾਰ ਇਕੱਲੇ ਵੀ ਆ ਕਰਾ ਆਓ ਕਿਤੇ ਕੰਮ ਨਾ। ਹੁਣ ਉੱਥੇ ਜਾ ਕੇ ਕਹਿਣ ਕਿ ਭਾਈ ਬਹੁਤ ਵਧੀਆ ਕੀਤਾ, ਵੀ ਤੁਸੀਂ ਤਾਂ ਕਮਾਲ ਹੀ ਕਰਤੀ। ਏਦਾਂ ਕਰੋ ਮਾੜਾ ਜਿਹਾ ਨਾ, MSP ਵਾਲੀ ਕਮੇਟੀ ਤੁਸੀਂ ਪਾਰਲੀਮੈਂਟ ਦਾ ਸੈਸ਼ਨ ਨਾ ਅੜੀਕੋ, ਤੁਸੀਂ ਪਾਰਲੀਮੈਂਟ ਦਾ ਨਾ ਕੱਲ ਨੂੰ ਇੱਕ ਕਮੇਟੀ ਬਣਾ ਦਿਓ, 10 ਬੰਦੇ ਕਿਸਾਨਾਂ ਤੋਂ ਲੈ ਲਓ, ਸੂਬਿਆਂ ਦੇ ਇੱਕ ਲੈ ਲਓ, ਤੇ ਰੋਜ਼ 2-2 ਮੀਟਿੰਗਾਂ ਕਰੋ ਸਵੇਰ ਸ਼ਾਮ। ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਉਦੋਂ ਤੱਕ ਨੇਪਰੇ ਕੰਮ ਚੜਿਆ ਹੋਵੇ ਕਿ ਕਿੰਨੀਆਂ ਫਸਲਾਂ ਦੀ ਕਿੰਨੀ MSP ਕਿਵੇਂ ਦੇਣੀ ਹੈ, ਜਿਹਦੇ ਨਾਲ ਕਿ ਪਹਿਲੇ ਦਿਨ ਸ਼ਰਧਾਂਜਲੀਆਂ ਦਿਓ ਪਾਰਲੀਮੈਂਟ ਦੇ ਸੈਸ਼ਨ 'ਚ, 10 ਮਿੰਟਾਂ ਦੇ ਬਾਅਦ ਹੀ ਸੈਸ਼ਨ ਦੁਬਾਰਾ ਬਿਠਾ ਲਓ, ਬੰਦਿਆਂ ਨੂੰ ਸਤਿਕਾਰ ਦਿਓ ਜਿਹੜੇ ਪਿਛਲੇ ਸਮੇਂ 'ਚ ਵਿਛੋੜਾ ਦੇ ਗਏ। ਉਹਦੇ ਤੋਂ ਬਾਅਦ ਬਿੱਲ ਦੋਨੇ ਸਦਨਾਂ 'ਚ ਪੇਸ਼ ਕਰ ਦਿਓ, ਕਿਸੇ ਨੂੰ ਵੀ ਪੁੱਛ ਲਓ ਕਿ ਭਾਈ ਬਹਿਸ ਦੀ ਲੋੜ ਹੈ, ਘੰਟਾ ਬਹਿਸ ਦਾ ਦੇ ਦਿਓ, ਸ਼ਾਮ ਨੂੰ ਪੂਰਨ ਬਹੁਮਤ ਦੇ ਨਾਲ ਪਾਸ ਕਰ ਦਿਓ, ਉਦੋਂ ਹੀ ਰਾਸ਼ਟਰਪਤੀ ਸਾਹਿਬ ਕੋ ਭੇਜ ਦਿਓ, ਦੂਜੇ ਦਿਨ ਸਵੇਰੇ ਬੇਨਤੀ ਉਹਨਾਂ ਨੂੰ ਕਰਕੇ ਸਾਈਨ ਕਰਾ ਲਓ, ਦੂਜੇ ਦਿਨ ਹੀ ਸ਼ਾਮ ਨੂੰ ਨੋਟੀਫਿਕੇਸ਼ਨ ਕਰ ਦਿਓ। ਤੇ ਜੇ ਤੁਹਾਡੀ ਕਮੇਟੀ ਪਹਿਲਾਂ MSP ਵਾਲੀ ਬਣੀ ਹੋਊਗੀ, ਉਦੋਂ ਹੀ MSP ਦਾ ਫੈਸਲਾ ਕਰਕੇ ਦਸੰਬਰ ਚੜ੍ਹਨ ਹੀ ਨਾ ਦਿਓ, 30 ਤਰੀਕ ਤੱਕ ਕੰਮ ਨਿਬੇੜ ਦਿਓ। ਇਹ ਬੜਾ ਜ਼ਰੂਰੀ ਹੈ। ਮੇਰਾ ਖਿਆਲ ਅੱਗੇ ਵੀ ਅਸੀਂ ਬੜੀ ਵਾਰ ਆਪਾਂ ਜਦੋਂ ਇਸ ਪ੍ਰੋਗਰਾਮ 'ਚ ਗੱਲ ਕਰਦੇ ਹਾਂ, ਆਪਾਂ ਕਈ ਵਾਰ ਕਿਹਾ ਵੀ ਐਬਸੋਲਿਊਟ ਪਾਵਰ ਹੈ ਇਸ ਵਕਤ BJP ਦੇ ਕੋਲ, ਇਹਨੂੰ ਵਰਤ ਲਓ। ਚਲੋ ਇੰਨਾ ਚਿਰ ਲੱਗ ਗਿਆ, ਨਹੀਂ ਵਰਤੀ ਗਈ। ਹੁਣ ਜੇ ਆਪਾਂ ਅੱਗੇ ਵੀ ਗੱਲ ਕੀਤੀ ਵੀ ਇਹਨਾਂ ਵੱਲੋਂ ਵਰਤਾਈ ਗਈ, ਇਹਨਾਂ ਵੱਲੋਂ ਬੇਨਤੀ ਪੱਤਰ ਹੋਇਆ, ਜੋ ਹੋਇਆ ਸ਼ਾਬਾਸ਼ ਜੀ। ਹੁਣ ਜਿਸ ਹਿਸਾਬ ਨਾਲ ਇਹਨਾਂ ਦੇ ਕੋਲ ਪਾਵਰ ਆ, ਤੁਸੀਂ ਇਹ ਦੇਖੋ ਵੀ ਇੱਕ ਐਲਾਨ ਕਰਾ ਕੇ ਉਦਣ ਦੇ ਮੇਰੇ ਖਿਆਲ ਨਾਲ ਵਿਰੋਧੀਆਂ ਦੇ ਗੱਡੀਆਂ ਦੇ ਟਾਇਰ ਘਸ ਗਏ ਸੀ ਜੀ। ਸਪੀਕਰ ਨੂੰ ਵੀ ਅੱਧੇ ਭਾਸ਼ਣ ਯਾਦ ਹੋ ਗਏ ਸੀ ਵੀ ਹੋਰ ਕੁਝ ਹੋਵੇ ਨਾ ਹੋਵੇ, ਇਹਨੇ BJP ਵਾਲਿਆਂ ਦੇ ਗਿੱਟੇ ਛਾਂਗਣੇ ਹੁੰਦੇ ਸੀ ਨਾ ਗੱਲਾਂ। ਤੇ ਇੱਕ ਐਲਾਨ ਉਧਰੋਂ ਹੋਇਆ ਤੇ ਵਿਰੋਧੀਆਂ ਨੂੰ ਥਾਂ ਨਹੀਂ ਲੱਭਦਾ ਵੀ ਯਾਰ ਤੇਰਾ ਭਲਾ ਜੀ ਯਾਰ, ਇਹਨਾਂ ਨੇ ਕੀ ਕਰਤਾ ਹੀ, ਹੁਣ ਕਰਾਂਗੇ ਕੀ, ਹੈ ਨਾ, ਹੱਥ ਮਲ ਲੱਗ ਪਿਓ ਜੀ। ਮੇਰਾ ਖਿਆਲ ਹੈ ਜ਼ਰੂਰ ਪੰਜਾਬ, ਖਾਸ ਕਰਕੇ ਪੰਜਾਬ ਦੀ ਜਿਹੜੀ BJP ਦੇ ਲੀਡਰ ਸਾਹਿਬਾਨ ਆ, ਇਸ ਗੱਲ ਨੂੰ ਮੈਂ ਨਾ ਭੁਨਾ ਲੈਣ। ਇੱਕ ਹੁੰਦਾ ਵੀ ਆਹ ਮੌਕਾ ਇਹਨੂੰ ਭੁਨਾ ਲਓ ਜੀ, ਇਸ ਮੌਕੇ ਨੂੰ ਮੈਂ ਨਾ 2-3 ਮਹੀਨੇ ਐਸਾ ਰੱਖਣ ਕੰਮ ਵੀ ਜਿੱਦਾਂ ਤੁਸੀਂ MSP ਦੀ ਗੱਲ ਕੀਤੀ, ਹੋਰ 2-4-5 ਮਸਲੇ ਹੈਗੇ ਪੰਜਾਬ ਦੇ, ਕੋਈ ਵੱਡੀ ਗੱਲ ਨਹੀਂ। ਉਹ ਸਾਰਿਆਂ ਨੂੰ ਜੇ ਤੁਸੀਂ ਆਖਣ ਵੀ ਆਓ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਆ ਵੀ ਕਿਹਾ 3-4 ਵੱਡੀਆਂ ਰੈਲੀਆਂ ਕਰ ਲੈਣ, ਦੋਵਾਂ ਦੇ ਪ੍ਰਧਾਨ ਮੰਤਰੀ ਸਾਹਿਬ ਆ ਜਾਣ, ਦੋਵਾਂ ਤੇ ਅਮਿਤ ਸ਼ਾਹ ਹੋਰੀ ਆ ਜਾਣ, ਤੇ ਉਦੋਂ ਬਾਅਦ ਹੋ ਸਕਦਾ ਵੀ ਵਿਰੋਧੀ ਵਿਚਾਰੇ ਮਗਰੋਂ ਐ ਵੇਖਣ ਯਾਰ ਕੋਈ ਸਾਨੂੰ ਹੀ ਸੱਦ ਲਓ ਤੇ ਕੋਈ ਬੱਕੇ ਹੀ ਦੇ ਲਈਏ ਅਸੀਂ। ਅਸ਼ਵਨੀ ਸ਼ਰਮਾ ਸਾਹਿਬ, ਪਿਊਸ਼ ਗੋਇਲ ਸਾਹਿਬ ਨਾਲ ਦੀ ਨਾਲ ਜਿਹੜੇ ਪਹਿਲਾਂ ਫਗਵਾੜਿਓਂ ਸੀ, ਫਿਰ ਮੁੜ ਕੇ ਹੁਸ਼ਿਆਰਪੁਰੋਂ, ਅੱਜ ਕੱਲ੍ਹ ਕੇਂਦਰ ਦੇ ਵਿੱਚ ਮੰਤਰੀ ਨੇ ਆਪਣੇ, ਉਹਨਾਂ ਦੀ ਗੱਲ, ਅੰਮ੍ਰਿਤਸਰੋਂ ਰਾਜ ਸਭਾ ਵਾਲੇ ਮੈਂਬਰ, ਉਹਨਾਂ ਸਾਰਿਆਂ ਦੀ ਗੱਲ, ਗਰੇਵਾਲ ਸਾਹਿਬ ਵਿਸ਼ੇਸ਼ ਤੌਰ ਦੇ ਉੱਤੇ, ਉਧਰੋਂ ਜਿਆਣੀ ਸਾਹਿਬ, ਮੈਂ ਕਹਿੰਦਾ ਕਿ 2-3 ਕੰਮ ਤੁਸੀਂ ਹੋਰ ਕਰਾ ਗਏ ਨਾ, ਤਾਂ ਜੇ ਕੱਲ ਨੂੰ ਤੁਹਾਡੇ ਖਿਲਾਫ ਕੋਈ ਬੋਲਿਆ, ਲੋਕਾਂ ਨੇ ਆਪੇ ਹੋਰ ਕਿੰਨਾ ਕਰਨ, ਇੰਨਾ ਦਾ ਕੀਤਾ ਉਹਨਾਂ ਨੇ, ਤੁਹਾਨੂੰ ਬੋਲਣ ਦੀ ਲੋੜ ਨਹੀਂ ਰਹਿਣੀ। ਤੁਸੀਂ ਮੁੜ ਕੇ ਬਸ ਗੱਡੀ 'ਚ ਤੇਲ ਪਵਾ ਕੇ ਰੱਖਣਾ ਤੇ ਸ਼ਗਨ ਵਾਲੇ ਲਿਫਾਫੇ ਹੁਣੇ ਛਪਾ ਲਓ ਕਿ ਵੱਲੋਂ, ਹੈ ਨਾ, ਹੁਣੇ ਛਪਾ ਲਓ, ਉਹਨਾਂ 'ਚ ਪੈਸੇ ਪਾ ਕੇ ਰੱਖੋ, ਤੁਹਾਡੇ ਕੋਲ ਵੇਲ ਨਹੀਂ ਹੋਣੀ। ਪਰ ਇੱਕ ਬੇਨਤੀ ਅਸੀਂ ਇਹਨਾਂ ਨੂੰ ਕਰਦੇ ਹਾਂ ਕਿ ਤੁਹਾਡੇ ਅਧਿਕਾਰ ਖੇਤਰ 'ਚ ਪੰਜਾਬ BJP ਦੀ ਲੀਡਰਸ਼ਿਪ ਕੋਲ ਕੰਮ ਇੱਕ ਹੈਗਾ। ਇੱਕ ਇਹਨਾਂ ਦਾ ਮੈਂਬਰ ਪਾਰਲੀਮੈਂਟ ਹੈ ਸਾਕਸ਼ੀ ਮਹਾਰਾਜ, ਉਨਾਵ ਤੋਂ, UP ਤੋਂ। ਹੁਣ ਸਾਕਸ਼ੀ ਮਹਾਰਾਜ ਦਾ ਇੱਕ ਬਿਆਨ ਆਇਆ, ਉਹ ਕਾਨੂੰਨ ਬਣਦੇ ਟੁੱਟਦੇ ਰਹਿੰਦੇ ਆ, ਕਿਹੜੀ ਗੱਲ ਆ ਏਡੀ। ਇੱਕ ਤਾਂ ਤੁਹਾਡੇ ਕੱਪੜੇ ਧਾਰਮਿਕ ਨੇ ਸਾਕਸ਼ੀ ਮਹਾਰਾਜ ਜੀ, ਇੱਕ ਤੁਹਾਡੇ ਨਾਂ ਦੇ ਮਗਰ ਮਹਾਰਾਜ ਪੈਂਦਾ, 700 ਜਾਨਾਂ ਗਈਆਂ, ਰੱਬ ਦੇ ਬੰਦੇ ਸੀ ਉਹ। ਤੇ ਜੇ ਤੁਸੀਂ ਕਹੋ ਕਿ ਬਣਦੇ ਟੁੱਟਦੇ ਰਹਿੰਦੇ ਆ, ਸਗੋਂ ਤੁਸੀਂ ਕਹੋ ਕਿ ਔਖਾ ਹੋਇਆ ਪਰਿਵਾਰਾਂ ਨੂੰ ਵੀ ਦੇਖਦੇ ਆ। ਮੈਂ ਕਹਿੰਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਜਾ ਕੇ ਕਿ ਤੁਸੀਂ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਹੋ, ਆਪਾਂ ਹੁਣ ਮਹਾਰਾਜ ਦੀ ਕਿਰਪਾ ਹੋਈ ਹੈ ਜਿੱਥੇ ਕਾਨੂੰਨ ਵਾਪਸ ਕਰ ਦਿੱਤੇ, ਆਪਾਂ MSP ਵਾਲਾ ਕੰਮ ਵੀ ਕਰਾ ਕੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ 700 ਪਰਿਵਾਰ ਗਏ ਆ, ਆਪਾਂ ਛੱਡੀਏ ਕਿ ਕਿਵੇਂ ਗਏ ਆ, ਆਪਾਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਈਏ, 4 ਪੈਸੇ ਦਈਏ, ਉਹਨਾਂ ਨੂੰ ਵਸਾਈਏ, ਦੇਸ਼ ਦੇ ਨਾਗਰਿਕ ਨੇ, ਰੱਬ ਦੇ ਬਣਾਏ ਬੰਦੇ ਆ। ਪਰ ਸਾਕਸ਼ੀ ਮਹਾਰਾਜ ਜਿੱਦਾਂ ਕਹਿੰਦੇ ਬਣਦੇ ਟੁੱਟਦੇ ਰਹਿੰਦੇ ਆ, ਕੋਈ ਗੱਲ ਨਹੀਂ, ਇਹ ਦੁਬਾਰਾ ਫੇਰ ਬਣ ਜਾਣਗੇ। ਤੇ ਦੂਜੇ ਪਾਸੇ ਕਲਰਾਜ ਮਿਸ਼ਰਾ, ਰਾਜਸਥਾਨ ਦੇ ਰਾਜਪਾਲ ਨੇ, ਸੰਵਿਧਾਨਕ ਪੋਸਟ ਦਿਓ ਮਿਸ਼ਰਾ ਸਾਹਿਬ, ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਕਿ ਦੁਬਾਰਾ ਆ ਜਾਣਗੇ, ਪਹਿਲਾਂ ਆ ਜਾਣਗੇ। ਹਾਂ, ਜੇ ਤਾਂ ਤੁਹਾਡਾ 700 ਬਿਆਨ ਪਹਿਲਾਂ ਵੀ ਆਏ ਹੁੰਦੇ ਕਿ ਭਾਈ ਇਹ ਦੇਸ਼ ਦਾ ਨਾਗਰਿਕ ਸੀ, ਬੰਦਾ ਮਰਨਾ ਨਹੀਂ ਸੀ ਚਾਹੀਦਾ, ਗੱਲ ਕੀ ਹੋਈ ਹੈ, ਫਿਰ ਤਾਂ ਵੱਖਰੀ ਸੀ। ਤੁਹਾਡੇ ਰਾਜਸਥਾਨ ਦੇ ਜਿਹੜੇ ਸੂਬੇ ਤੁਸੀਂ ਰਾਜਪਾਲ ਹੋ, ਕੇਂਦਰ ਦੇ ਨੁਮਾਇੰਦੇ ਹੋ, ਉਸ ਰਾਜਸਥਾਨ ਦੇ ਕਿੰਨੇ ਕਿਸਾਨਾਂ ਦੇ ਡਾਂਗ ਫਿਰੀ ਇਸ ਕਿਸਾਨ ਅੰਦੋਲਨ 'ਚ। ਜੇ ਉਧਰਲੇ ਪਾਸੇ 4 ਸ਼ਬਦ ਤੁਸੀਂ ਬੋਲੇ ਹੁੰਦੇ ਤਾਂ ਆਹ ਸ਼ਬਦ ਵੀ ਤੁਹਾਡੇ ਲੋਕਾਂ ਨੇ ਸੁਣ ਲੈਣੇ ਸੀ, ਪਰ ਐਦਾਂ ਨਹੀਂ ਸੁਣਨੇ। ਉਹ ਠੀਕ ਆ, ਪਰ ਇਹ ਨਹੀਂ ਵੀ ਗੱਲ ਇਹ ਵੀ ਸਾਰੇ ਬੰਦੇ ਮਾੜੇ ਹੀ ਆ। ਹੁਣ ਉਹ
ਮਲਿਕ ਸਾਹਿਬ, ਸਤਿਆਪਾਲ ਮਲਿਕ ਉਹਨਾਂ ਦਾ ਨਾਮ, ਉਹਨਾਂ ਨੇ ਤਾਰੀਫ ਕੀਤੀ ਹੈ। ਧੰਨਵਾਦ ਉਹ ਕਹਿੰਦੇ ਕਰਦਾ ਵੀ ਨਾਲ ਹੀ। ਧੰਨਵਾਦ ਕਰਦੇ ਹਾਂ ਮੋਦੀ ਸਾਹਿਬ, ਇੰਨੀ ਗੱਲ ਸੀ ਆਹਾ ਵੀ ਜਿਹੜੀ ਤੁਸੀਂ ਕਰਤੀ ਤੇ ਕਦੋਂ ਤੋਂ ਮੈਂ ਬੇਨਤੀ ਕਰਨਾ। ਖੈਰ ਉਹ ਬੰਦੇ ਦੀ ਸ਼ਾਬਾਸ਼ ਏ ਵੀ ਰਾਜਪਾਲ ਹੋ ਕੇ, ਆੜੀ ਹੋ ਕੇ, ਉਹਨਾਂ ਦੇ ਵਿੱਚੋਂ ਹੀ ਹੋ ਕੇ ਵਾਰ-ਵਾਰ ਬੰਦਾ ਉਹਨਾਂ ਨੂੰ ਕਹਿੰਦਾ ਰਿਹਾ ਵੀ ਤੁਸੀਂ ਗਲਤ ਜੇ, ਮੈਂ ਤੈਨੂੰ ਦੱਸੀ ਹੈ ਨਾ ਇਹਦਾ ਨਾ ਕਰੋ। ਕਈ ਬੰਦੇ ਹੁੰਦੇ ਨਾ ਜਿਹੜੇ ਕਹਿੰਦੇ ਖੜੇ ਆ ਯਾਰ, ਮਲਿਕ ਸਾਹਿਬ ਖੜੇ। ਸੋ ਉਸ ਬੰਦੇ ਨੇ ਵੀ ਧੰਨਵਾਦ ਕੀਤਾ। ਪਰ ਦੂਜੇ ਪਾਸੇ ਆਪਾਂ ਇਹ ਵੀ ਬੇਨਤੀ ਕਰੀਏ, ਚਲੋ ਭਾਵੇਂ ਹੋਰ ਕਿਸੇ ਨੂੰ ਸਮਝ ਆਵੇ ਭਾਵੇਂ ਨਾ ਆਵੇ, ਪਰ ਖਾਸ ਕਰਕੇ ਪੰਜਾਬ ਬੀਜੇਪੀ ਦੇ ਵਿੱਚੋਂ ਬੜੇ ਸਿਆਣੇ ਲੀਡਰ ਆ, ਉਹਨਾਂ ਨੂੰ ਜ਼ਰੂਰ ਬੇਨਤੀ ਕਰਨੀ ਚਾਹੀਦੀ ਹੈ ਵੀ ਉਹ ਜਿਹੜੀ ਬੀਬੀ ਨੂੰ ਹੁਣੇ ਇੱਕ ਪੁਰਸਕਾਰ ਦਿੱਤਾ, ਘੱਟੋ ਘੱਟ ਉਹਨੂੰ ਕੋਈ ਬਹਿ ਕੇ ਸਮਝਾ ਲਓ ਯਾਰ, ਚਲੋ ਜਿਹੜੀ ਗੱਲ ਹੋ ਗਈ ਨਿਬੜ ਗਈ। ਜੇ ਬਹੁਤਾ ਹੀ ਦਿਲ ਕਰਦਾ ਵੀ ਮੈਂ ਫਲਾਨੀ ਚੀਜ਼ ਕਰਨੀ ਆ, ਮੈਂ ਕਹਿਣਾ ਹੀ ਤੂੰ ਆ ਬੀਬੀ ਕੋਈ ਤੀਲੀ ਪਰਿਆ ਉਹ ਬੰਬੇ ਲਾਗੇ ਸਮੁੰਦਰ, ਉਹਦੇ 'ਚ ਸੁੱਟੀ ਸੱਟੀ ਜਾ ਵੀ ਜੇ ਤੈਨੂੰ ਤੀਲੀ ਬਾਲਣ ਦਾ ਸ਼ੌਕ ਹੈ ਵੀ ਮੈਂ ਤੀਲੀ ਬਾਲਣੀ ਆ, ਮੈਂ ਅੱਗ ਲਾਉਣੀ, ਤੇ ਪਰਾਂ ਬਾਲ ਕੇ ਪਰਾਂ ਸਮੁੰਦਰ ਸੁੱਟ ਦੇ, ਕਿਤੇ ਹੋਰ ਨਾ ਲਾ। ਕਿਉਂਕਿ ਜਿੱਦਾਂ ਦੇ ਬਿਆਨ ਉਹਨੇ ਹੁਣ ਦਿੱਤੇ, ਖਾਸ ਕਰਕੇ ਜਿਹੜਾ ਉਹਨੇ ਦੁਬਾਰਾ ਪੋਸਟ ਪਾਈ ਇੰਦਰਾ ਗਾਂਧੀ ਨਾਲ ਰਿਲੇਟਡ ਐਂਡ ਜੋ ਕੁਝ ਉਹਦੇ ਵਿੱਚ ਲਿਖਿਆ, ਉਹ ਕਿਸੇ ਨੂੰ ਤੰਗ ਕਰੇ ਨਾ ਕਰੇ, ਰਾਜਨੀਤੀ ਉਹਦੇ 'ਚ ਹੈਗੀ ਕਿ ਨਹੀਂ ਹੈਗੀ ਆਪਾਂ ਨਹੀਂ ਪੈਂਦੇ। ਮੋਦੀ ਸਾਹਿਬ ਨਾਲ ਨਾਰਾਜ਼ਗੀ ਆ ਜਾਂ ਬੀਜੇਪੀ ਨਾਲ ਨਾਰਾਜ਼ਗੀ ਆਪਾਂ ਕਹਿੰਦੇ ਨਹੀਂ, ਪਰ ਜਿਸ ਹਿਸਾਬ ਨਾਲ ਜੋ ਚੀਜ਼ ਹੈਗੀ ਆ, ਇਹਦਾ ਪੰਜਾਬ ਨੂੰ ਨੁਕਸਾਨ ਨਾ ਹੋ ਜਾਵੇ ਕਿਤੇ, ਕਿਉਂਕਿ ਰਾਜਨੀਤੀ ਬੀਜੇਪੀ ਵਾਲਿਆਂ ਵੀ ਪੰਜਾਬ 'ਚ ਕਰਨੀ, ਇਹ ਤੇ ਹੈ ਨਹੀਂ ਵੀ ਇਹ ਕਿਤੇ ਪੰਜਾਬੋਂ ਬਾਹਰ ਜਾਏ ਕਰ ਲੈਣਗੇ। ਨਹੀਂ, ਬਹੁਤ ਜ਼ਰੂਰੀ ਆ ਸੰਧਾਲੀਆ ਸਾਹਿਬ। ਉਹ ਬੀਬੀ ਦਾ ਜਿੱਥੋਂ ਤੱਕ ਮੈਨੂੰ ਪਤਾ ਕਿ ਹਿਮਾਚਲ ਪ੍ਰਦੇਸ਼ ਨਾਲ ਨੇੜਲਾ ਸੰਬੰਧ ਹੈ, ਤੇ ਉਹ ਬੀਬੀ ਜੀ ਨੂੰ ਚਾਹੀਦਾ ਕਿ ਤੁਹਾਨੂੰ ਪਦਮ ਸ਼੍ਰੀ ਮਿਲਿਆ, ਤੁਹਾਨੂੰ ਅਸੀਂ ਤਾਂ ਕਹਿੰਦੇ ਆ ਕਿ ਸ਼ੁਭ ਇਛਾਵਾਂ ਸਾਡੀਆਂ, ਤੁਹਾਨੂੰ ਹੋਰ ਜੰਮ ਕੇ ਅਵਾਰਡ ਮਿਲਣ। ਇਹ ਪੰਜਾਬ ਬੀਜੇਪੀ ਵਾਲੇ ਤਾਂ ਬਹਿਣਗੇ, ਬੀਬੀ ਵੀ ਬੈਠੇ ਨਾ ਕਿ ਉਹ ਇਕੱਲੇ ਬੈਠ ਕੇ ਗੱਲ ਨਹੀਂ ਕਰ ਸਕਦੇ, ਨਾਲ ਉਹ ਬੀਬੀ ਦਾ ਬੈਠਣਾ ਜ਼ਰੂਰੀ ਹੈ। ਦੂਸਰਾ, ਤੁਸੀਂ ਬੀਬੀ ਜੀ ਇੱਕ ਟਾਸਕ ਲਓ, ਅਸੀਂ ਤੁਹਾਨੂੰ ਇੱਕ ਟਾਸਕ ਦਿੰਨੇ ਆ, ਤੁਹਾਨੂੰ ਵੈਸੇ ਪਦਮ ਸ਼੍ਰੀ ਹੈ, ਤੁਹਾਨੂੰ ਟਾਸਕ ਨਹੀਂ ਦੇ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਹਾਡਾ ਹਿਮਾਚਲ ਪ੍ਰਦੇਸ਼, ਜਿਹਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਪਹਿਲਾਂ ਪੰਜਾਬ ਦਾ ਵੀ ਹੁੰਦਾ ਸੀ, ਚਲੋ ਮੁਬਾਰਕ ਹਿਮਾਚਲ ਪ੍ਰਦੇਸ਼ ਦੇਵ ਭੂਮੀ ਬੱਸਾਂ ਦੇ ਉੱਤੇ ਲਿਖਿਆ ਹੁੰਦਾ, ਉਹ ਦੋ ਕੰਮਾਂ ਦੇ ਉੱਤੇ ਨਿਰਭਰ ਕਰਦਾ ਹੈ। ਤੁਸੀਂ ਉਧਰ ਧਿਆਨ ਦੇ ਲਓ ਤਾਂ ਚੰਗਾ, ਜਿਹੜਾ ਆਖਰੀ 3-4 ਟਵੀਟ ਕੀਤੇ ਆ ਇਹ ਛੱਡ ਦਿਓ, ਇਹ ਰਹਿਣ ਦਿਓ। ਤੁਹਾਡੇ ਆਪਣੇ ਕੰਮ ਕਰਨ ਵਾਲੇ ਬਹੁਤ ਨੇ, ਗੁਆਂਢੀਆਂ ਨੂੰ ਮੱਤਾਂ ਆਪਾਂ ਤਾਂ ਦਈਦੀਆਂ ਜਾ ਕੇ ਜੇ ਆਪ ਦਾ ਵਿਹੜਾ ਸੁੰਭਰ ਲਿਆ ਹੋਵੇ, ਸਾਫ਼ ਕਰ ਲਿਆ ਹੋਵੇ, ਫੇਰ ਕਹੀਦਾ ਤੇਰੇ ਖਲਾਰਾ ਬੜਾ ਪਿਆ। ਇੱਕ ਤਾਂ ਉੱਥੇ ਸੇਬ ਜਿਹੜੇ ਬੰਦੇ ਪੈਦਾ ਕਰਦੇ, ਜਿਨ੍ਹਾਂ ਦੇ ਸੇਬਾਂ ਦੇ ਬਾਗ ਨੇ, ਬੀਬੀ ਜੀ ਉਹਨਾਂ ਨੂੰ ਮੜ ਜਾ ਕੇ ਪੁੱਛ ਕੇ ਦੇਖੋ ਉਹਨਾਂ ਦੇ ਹਾਲਾਤ ਕੀ ਨੇ ਇਸ ਲਈ। ਸੇਬ ਉਹਨਾਂ ਦਾ 5 ਰੁਪਏ, 10 ਰੁਪਏ, 15 ਰੁਪਏ, 25 ਰੁਪਏ ਤੋਂ ਵੱਧ ਨਹੀਂ ਵਿਕਦਾ, ਤੇ ਮੁੜ ਕੇ ਉਹੀ 300 ਦਾ ਵਿਕਦਾ। ਉਹ ਵਿਚਾਲੇ ਵਾਲੇ 275 ਰੁਪਏ ਖਾਈ ਕੌਣ ਜਾਂਦਾ? ਤੁਸੀਂ ਆਪਣੇ ਹਿਮਾਚਲ ਪ੍ਰਦੇਸ਼ ਦੇ ਸੇਬ ਉਤਪਾਦਕਾਂ ਨੂੰ ਮੜ ਜਾ ਪੁੱਛੋ, ਉਹਨਾਂ ਦੀ ਬਾਂਹ ਫੜੋ। ਆ ਕੋਵਿਡ ਦੇ ਦੌਰਾਨ ਉਹ ਬਹੁਤੇ ਤੰਗ ਰਹੇ ਸੀ। ਦੂਸਰਾ, ਹਿਮਾਚਲ ਪ੍ਰਦੇਸ਼ ਟੂਰਿਜ਼ਮ ਦੇ ਉੱਤੇ ਬਹੁਤ ਨਿਰਭਰ ਕਰਦਾ। ਬੀਬੀ ਕੰਗਨਾ ਰਣੌਤ ਜੀ, ਤੁਸੀਂ ਪਦਮ ਸ਼੍ਰੀ ਹੋ, ਤੁਹਾਡੇ ਟਵੀਟ ਜਿਹੜੇ ਬੜੀ ਦੂਰ ਤੱਕ ਮਾਰ ਕਰਦੇ ਆ, ਪਰ ਕੋਸ਼ਿਸ਼ ਕਰੋ ਕਿ ਸੇਬਾਂ ਵਾਲੀ ਗੱਲ ਕਰਨ ਦੇ ਨਾਲ ਨਾਲ ਟੂਰਿਜ਼ਮ ਦੀ ਗੱਲ ਕਰੋ, ਕਿਉਂਕਿ ਜਿਹੜੇ ਵੀ ਤੁਹਾਡੇ ਸ਼ਹਿਰ ਇਸ ਵੇਲੇ ਇਸ ਗੱਲ ਦੇ ਉੱਤੇ, ਆਮਦਨ ਦੇ ਉੱਤੇ ਚੱਲਦੇ ਆ ਕਿ ਉੱਥੇ ਬਾਹਰੋਂ ਸੈਲਾਨੀ ਬਹੁਤ ਆਉਂਦੇ ਆ, ਪਾਰਕਿੰਗ ਦੀ ਬੜੀ ਸਮੱਸਿਆ ਹੈ। ਕਿ ਜਦੋਂ ਐਨ ਵਧੀਆ ਸੀਜ਼ਨ ਹੁੰਦਾ ਕਿ ਗਰਮੀਆਂ ਦੇ ਵਿੱਚ ਤੁਹਾਡੇ ਜਦੋਂ ਬਰਫ਼ ਪੈਂਦੀ ਹੈ, ਉਦੋਂ ਲੋਕਾਂ ਜਾਣਾ ਹੁੰਦਾ ਤੇ ਗੱਡੀ ਖੜੀ ਕਰਨ ਨੂੰ ਥਾਂ ਨਹੀਂ ਹੁੰਦਾ। ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੋ, ਹਿਮਾਚਲ ਪ੍ਰਦੇਸ਼ 'ਚ ਬੀਜੇਪੀ ਦੀ ਸਰਕਾਰ ਹੈ, ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਸਿੱਧੇ ਟਵੀਟ ਟੂਰਿਜ਼ਮ ਮਿਨਿਸਟਰ ਨੂੰ ਕਰੋ, ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਕਰੋ, ਖੁਦ ਉੱਥੇ ਜਾ ਕੇ ਫਾਈਲਾਂ ਲੈ ਕੇ ਜਾਇਆ ਕਰੋ, ਜਿੱਦਾਂ ਕਦੇ ਡਾਕਟਰ ਧਰਮਵੀਰ ਗਾਂਧੀ ਰੇਲਵੇ ਲਿੰਕ ਦੀਆਂ ਫਾਈਲਾਂ ਲੈ ਕੇ ਜਾਂਦੇ ਹੁੰਦੇ ਸੀ ਕਿ ਭਾਈ ਇੰਨੀਆਂ ਗੱਡੀਆਂ, 10,000 ਗੱਡੀਆਂ ਦੀ ਪਾਰਕਿੰਗ ਆਪਾਂ ਹੋਰ ਬਣਾਉਣੀ ਹੈ, ਇੱਥੇ ਬਣ ਸਕਦੀ ਹੈ, ਮੈਂ ਉੱਥੋਂ ਦੀ ਹਾਂ, ਮੈਨੂੰ ਸਾਰਾ ਪਤਾ, ਇੰਨੇ ਪੈਸੇ ਚਾਹੀਦੇ ਆ, ਸੂਬੇ ਕੋ ਥੋੜੇ ਨੇ, ਕੇਂਦਰ ਵਾਲੇ ਉਹ ਦੇ ਦਿਓ। ਤੁਸੀਂ ਸੇਬ ਵਾਲਿਆਂ ਦਾ ਕੰਮ ਕਰਾ ਦਿਓ, ਤੁਸੀਂ ਟੂਰਿਜ਼ਮ ਦੇ ਮੁੱਦੇ ਤੇ ਆ ਪਾਰਕਿੰਗ ਵਾਲਾ ਮਸਲਾ ਹੱਲ ਕਰਾ ਦਿਓ। ਬੀਬੀ ਜੀ, ਟਵੀਟ ਕਰਨ ਦੀ ਲੋੜ ਨਹੀਂ, ਲੋਕਾਂ ਉਹੀ ਹੱਥਾਂ 'ਤੇ ਚੁੱਕ ਲੈਣਾ। ਇਹ ਮੇਰਾ ਖਿਆਲ ਹੋ ਸਕਦਾ ਵੀ ਜੇ ਵੱਡੇ ਟਾਈਮ ਦੇ ਉੱਪਰ ਨਾ ਕੋਈ ਗੱਲ ਯਾਦ ਆਵੇ ਤੇ ਕਿਸੇ ਵੇਲੇ ਹਿਮਾਚਲ ਜਾਂਦਿਆਂ, ਕਿਤੇ ਤੁਰਦਿਆਂ ਤਰਦਿਆਂ ਕਿਸੇ ਪਗਡੰਡੀ ਤੇ, ਕਿਸੇ ਛੋਟੀ ਸੜਕ ਦੇ ਇੱਧਰ ਉੱਧਰ ਕੰਢਿਆਂ ਦੇ ਉੱਪਰ, ਹੋ ਸਕਦਾ ਵੀ ਉਹਨਾਂ ਨੂੰ ਬੜੇ ਉਹਨਾਂ ਦੇ ਪ੍ਰਦੇਸ਼ ਦੇ ਉਹ ਲੋਕ ਮਿਲ ਜਾਣ ਜਿਨ੍ਹਾਂ ਦੇ ਚਿਹਰੇ ਬੁਝੇ ਆ। ਕਿਉਂਕਿ ਜਿਹੜਾ ਸਾਲ 1.5 ਸਾਲ ਦੀ ਮਾਰ ਪਈ ਨਾ, ਟੂਰਿਜ਼ਮ ਬੰਦ ਹੋਇਆ। ਹੁਣ ਤੁਸੀਂ ਇਹ ਦੇਖੋ ਵਾਟ ਸਾਹਿਬ, ਵੀ ਆਪਾਂ ਨੂੰ ਇਹ ਬੜਾ ਪਤਾ ਆ ਗਿਆ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਟੂਰਿਜ਼ਮ ਦੀ ਗੱਲ ਕਰਦੇ ਤੇ ਬੜੇ ਲੋਕ ਨੇ ਜਿਹਨਾਂ ਨੂੰ ਪਤਾ ਹੁੰਦਾ ਵੀ ਇਹੋ ਹੀ 2-3 ਮਹੀਨੇ ਆ, ਵੀ ਇਹਨਾਂ 2-3 ਮਹੀਨਿਆਂ ਦੇ ਵਿੱਚ ਹੀ ਆਪਾਂ ਆਪਣੇ 6 ਮਹੀਨਿਆਂ ਦਾ ਜਾਂ ਸਾਲ ਦਾ ਕੋਈ ਨਾ ਕੋਈ ਪ੍ਰਬੰਧ ਕਰਨਾ। ਹੁਣ ਜਿਨ੍ਹਾਂ ਦੇ 2-2, 3-3 ਮਹੀਨੇ ਕਰਕੇ ਤੇ ਉਹ ਇੰਨਾ ਸਮਾਂ ਖਰਾਬ ਹੋ ਗਿਆ, ਉਹ ਤਾਂ ਵਿਚਾਰੇ ਡੀਕਦੇ ਆ ਵੀ ਕੋਈ ਆਵੇ। ਤੇ ਅਜੇ ਵੀ ਜੇ ਮੰਨ ਲਓ ਉੱਥੇ ਬੰਦਿਸ਼ਾਂ ਨੇ, ਉੱਥੇ ਭਾਵੇਂ ਪਾਰਕਿੰਗ ਕਰਕੇ ਕਹਿ ਲਓ ਜਾਂ ਹੋਰ ਨਾ ਕਰਨਾ ਕਰਕੇ ਕਹਿ ਲਓ, ਜਾਂ ਪਿਛਲੇ ਦਿਨ ਜਦੋਂ ਉਹ ਵੀ ਸੀਗਾ ਰੌਲਾ ਰੱਪਾ ਜਾਂ ਮੀਂਹਾਂ ਮੂੰਹਾਂ ਦਾ ਕਰਕੇ ਸੜਕਾਂ ਉਹ ਕਿਹੜੇ ਰਾਤੋਂ ਰਾਤ ਬਣ ਗਈਆਂ। ਉਸ ਇਨਫਰਾਸਟ੍ਰਕਚਰ ਵਾਲੇ ਪਾਸੇ ਜੇ ਇੰਨਾ ਜ਼ੋਰ ਲਾ ਲਿਆ ਜਾਵੇ ਵੀ ਜੇ ਇੱਕ ਟਵੀਟ ਇੱਥੋਂ ਤੱਕ ਮਾਰ ਕਰਦਾ ਤੇ ਮੈਂ ਨਾ 5-4 ਟਵੀਟ ਕਰਕੇ ਸਗੋਂ ਹਿਮਾਚਲ ਪ੍ਰਦੇਸ਼ ਦੀ ਜੂਨ ਸੁਧਾਰ ਲੈਣ। ਹੋ ਸਕਦਾ ਵੀ ਜਿਹੜੀ ਇਸ ਵਕਤ ਆਪਾਂ ਨਹੀਂ ਆਂਦੇ ਵੀ ਉਹਨਾਂ ਦਾ ਇੰਟਰਸਟ ਹੈ, ਪਰ ਵਿਰੋਧੀ ਕਹਿੰਦੇ ਆ ਵੀ ਸ਼ਾਇਦ ਉਹਨਾਂ ਰਾਜਨੀਤੀ 'ਚ ਆਉਣਾ। ਹੋ ਸਕਦਾ ਵੀ ਜੇ ਇੰਨਾ ਕੰਮ ਕਰਾ ਦੇਣ ਤੇ ਰਾਜਨੀਤੀ 'ਚ ਇਹਨਾਂ ਨੂੰ ਆਉਣ ਦੀ ਲੋੜ ਨਾ ਪਵੇ, ਅਗਲੇ ਆਪੇ ਲੈ ਆਉਣ, ਧੂ ਕੇ ਲੈ ਆਉਣ ਅਗਲੇ ਕਿ ਬੀਬੀ ਜੀ ਤੁਸੀਂ ਖਲੋਣਾ ਹੀ ਖਲੋਣਾ, ਤੁਸੀਂ ਨੁਮਾਇੰਦੇ ਆ ਸਾਡੇ। ਕਈ ਵਾਰੀ ਇਦਾਂ ਹੁੰਦਾ ਨਾ ਕਿ ਬੰਦਾ ਕਹਿੰਦਾ ਤੂੰ ਮੈਨੂੰ ਵੋਟ, ਕਹਿੰਦਾ ਵੋਟ ਨਹੀਂ ਪਾਉਣੀ, ਸਾਡੇ ਨਾਲ ਕਹਿਣ ਜਾਣਾ ਹੀ, ਅਗਲਾ ਦਾ ਵੋਟ ਪਾ ਦੂੰ ਯਾਰ।
ਤੇ ਬੀਬੀ ਤੁਹਾਨੂੰ ਰਾਜ ਸਭਾ ਦੀ ਮੈਂਬਰੀ ਜਿਹੜੀ, ਨਾਲੇ ਤੁਸੀਂ ਤਾਂ ਪਦਮ ਸ਼੍ਰੀ ਹੋ, ਅਗਲੇ ਟਵੀਟ ਸਿੱਧੇ ਉਧਰਲੇ ਪਾਸੇ ਕਰਿਓ, ਨਾਲੇ ਤੁਸੀਂ ਜਿੱਧਰ ਮਰਜ਼ੀ ਮੁਲਾਕਾਤ ਕਰ ਸਕਦੇ ਹੋ, ਸਮਾਂ ਤੁਹਾਨੂੰ ਸਾਰੇ ਦਿੰਦੇ ਆ। ਇੱਕ ਵਾਰੀ ਲਾਲ ਸੂਹੇ ਸੇਬਾਂ ਵਾਲਾ ਮਸਲਾ ਤੇ ਉੱਥੇ ਪਾਰਕਿੰਗ ਦੀ ਸਮੱਸਿਆ ਮਾੜੀ ਜਿਹੀ ਸੁਲਝਾ ਦਿਓ, ਆਪਣੇ ਆਪ ਹੀ ਮਸਲਾ ਦਰੁਸਤ ਹੋ ਜੂ। ਤੇ ਸੰਧਾਲੀਆ ਸਾਹਿਬ ਨਾਲ ਲੱਗਦੀ ਇੱਕ ਗੱਲ ਕਰ ਲਓ, ਕਰੀਏ ਫਿਰ। ਨਹੀਂ ਨਾਲ ਮੈਂ ਹਿਮਾਚਲ ਨੂੰ ਪਰੇ ਚਾਈਨਾ ਨਾਲ ਤਾਂ ਨਹੀਂ ਜਾਣਾ। ਨਹੀਂ, ਹਿਮਾਚਲ ਤੋਂ ਇਧਰਲੇ ਪਾਸੇ ਪੰਜਾਬ ਤੋਂ ਪਰਲੇ ਪਾਸੇ ਪਾਕਿਸਤਾਨ, ਭਾਰਤ ਤੇ ਪਾਕਿਸਤਾਨ ਦੇ ਨਾਲ ਲੱਗਦਾ ਕਰਤਾਰਪੁਰ ਸਾਹਿਬ। ਹਾਂ, ਇਹਦੇ ਬਾਰੇ ਹਰਸਿਮਰਤ ਬਾਦਲ ਹੋਰੀ ਕਹਿੰਦੇ ਸੀ ਵੀ ਦੇਖ ਲਓ ਜੇ ਤਬਾਦਲਾ ਹੁੰਦਾ ਤੇ ਆਪਾਂ ਕਰਾ ਲਈ, ਆਪੇ ਥੋੜੀ ਬਹੁਤ ਕੰਡਿਆਲੀ ਤਾਰ ਉਧਰ ਲੈ ਜਾਈਏ, ਕਿਸੇ ਪਾਸੇ ਇੱਧਰ ਲੈ ਆਈਏ ਤੇ ਆਪਣੇ ਕੋਲ ਵਿਹਲੀ ਜ਼ਮੀਨ ਕਹਿੰਦੇ ਕਾਫੀ ਹੈ ਕੀ ਹੈ। ਹੁਣ ਸੰਧਾਲੀਆ ਸਾਹਿਬ ਲਾਂਘਾ ਖੁੱਲਿਆ, ਫੇਰ ਧੰਨਵਾਦ ਕੇਂਦਰ ਦਾ, ਪਾਕਿਸਤਾਨ ਦਾ ਵੀ ਧੰਨਵਾਦ ਭਾਈ ਤੁਸੀਂ, ਕਿਉਂਕਿ ਦੋ ਦੇਸ਼ਾਂ ਦਾ ਮਸਲਾ ਹੈ। ਹੁਣ ਸੰਗਤ ਜਿਹੜੀ ਹੈ ਉੱਥੇ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜਾ ਆਏ, ਉਹਦੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਾਲੇ ਵੀ ਜਾ ਆਏ, ਉਹਦੇ ਤੋਂ ਬਾਅਦ ਬਾਕੀ ਕਿੰਨੀਆਂ ਸੰਗਤਾਂ ਜਾ ਆਈਆਂ। ਫਿਰ ਆਖਿਰਕਾਰ ਐਤਕੀ ਮੌਕਾ ਆਇਆ ਕਿ ਜਦੋਂ ਪ੍ਰਗਟ ਸਿੰਘ ਹੋਰੀ ਪੰਜਾਬ ਦੇ ਕੈਬਨਿਟ ਮੰਤਰੀ ਗਏ ਤੇ ਨਾਲ ਨਵਜੋਤ ਸਿੰਘ ਸਿੱਧੂ ਸੂਬਾ ਕਾਂਗਰਸ ਦੇ ਪ੍ਰਧਾਨ, ਰੌਲਾ ਫਿਰ ਪੈ ਗਿਆ, ਚਰਚਾ ਫਿਰ ਚੱਲ ਗਈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਉੱਥੇ ਫਿਰ, ਕਿਉਂਕਿ ਭਾਸ਼ਣ ਤਾਂ ਉੱਥੇ ਵੀ ਦੇਣਾ ਸੀ, ਆਣ ਕੇ ਵੀ ਪ੍ਰੈਸ ਕਾਨਫਰੰਸ ਹੋਣੀ ਸੀ, ਉੱਥੇ ਵੀ ਪੱਤਰਕਾਰ ਆ ਗਏ, ਮੱਥਾ ਉਹਨਾਂ ਨੇ ਟੇਕਿਆ ਤੇ ਉੱਥੇ ਉਹ ਰੌਲਾ ਪੈ ਗਿਆ ਕਿ ਉਹਨਾਂ ਨੇ ਵੱਡਾ ਭਰਾ ਕਹਿਤਾ ਇਮਰਾਨ ਖਾਨ ਨੂੰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ, ਕਿ ਭਾਈ ਉਹਨੇ ਵਧੀਆ ਕੀਤਾ ਲਾਂਘਾ ਖੁਲਵਾਇਆ। ਬੜੀ ਚੱਕਲੋ ਹੋ ਗਈ, ਮਨੀਸ਼ ਤਿਵਾੜੀ ਸਾਹਿਬ ਵੀ ਗਲ ਪੈ ਗਏ। ਉਹ ਕਹਿੰਦੇ ਇਦਾਂ ਕਿਦਾਂ, ਸਾਡੇ ਰੋਜ਼ ਸ਼ਹਾਦਤਾਂ ਹੁੰਦੀਆਂ, ਆ ਹੁੰਦਾ ਸਾਰਾ ਕੁਝ। ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਵੀ ਨਵਜੋਤ ਸਿੰਘ ਸਿੱਧੂ ਦੇ ਗਲ ਪੈ ਗਏ, ਦੇਖਿਆ ਅਸੀਂ ਤਾਂ ਪਹਿਲਾਂ ਦੇ ਕਹਿੰਦੇ ਸੀ। ਪਰ ਸੰਧਾਲੀਆ ਸਾਹਿਬ ਜੇ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਦੀ ਗੱਲ ਸੁਣੀਏ, ਜਿੱਥੇ ਵੀ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਮੌਕਾ ਮਿਲਿਆ, ਉਹਨਾਂ ਨੇ ਸਭ ਤੋਂ ਪਹਿਲਾਂ ਧੰਨਵਾਦ ਜਾਂ ਤਾਰੀਫ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਕੀਤੀ। ਉਹਨਾਂ ਦਾ ਨਾਂ ਲੈਣ ਤੋਂ ਬਾਅਦ ਇਮਰਾਨ ਖਾਨ ਹੋਰਾਂ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਜ਼ਿਕਰ ਕੀਤਾ। ਵੈਸੇ ਦੋਵੇਂ ਸਰਕਾਰਾਂ 'ਚੋਂ ਇੱਕ ਵੀ ਅੜ ਜਾਵੇ ਲਾਂਘਾ ਚੱਲ ਜੂ, ਨਹੀਂ ਚੱਲੂ। ਹੁਣ ਜਦੋਂ ਉਹਨਾਂ ਨੇ ਤਾਰੀਫ ਕਈਆਂ ਦੀ ਕੀਤੀ ਆ ਤੇ ਉਹਦੇ ਵਿੱਚੋਂ ਸਿਰਫ ਇੱਕੋ ਹੀ ਗੱਲ ਚੱਕੀ ਜਾਂਦੀ ਹੈ। ਹੁਣ ਕ੍ਰਿਕਟ ਖੇਡੀ ਜਾਂਦੇ ਆ, ਸਾਰਾ ਕੁਝ ਕਰੀ ਜਾਂਦੇ ਆ, ਇੱਕ ਦੂਜੇ ਦੀਆਂ ਸੜਕਾਂ ਵਰਤਣ ਨੂੰ ਫਿਰਦੇ ਆ, ਪਰ ਜੇ ਅਗਲੇ ਬੰਦੇ ਨੇ ਇਹ ਕਹਿਤਾ ਤਾਂ ਸਿਆਸੀ ਤੌਰ ਤੇ ਛੱਜ ਨਾਲ ਹੀ ਚੱਕ ਲੈਂਦੇ ਆ। ਇਹ ਮੁਸ਼ਕਲ ਪਤਾ ਕੀ ਹੈ, WhatsApp ਆਹੀ ਤੇ ਰੌਲਾ। ਬੰਦਾ ਸਿਆਸੀ ਹੈ ਜੀ, ਲੈ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਕੋਲ ਅੱਜ ਸਿਆਸਤ ਛਡਾ ਦਿਓ, ਅਗਲਾ ਕਹਿ ਦੇ ਵੀ ਮੈਂ ਜਿੱਦਾਂ ਕ੍ਰਿਕਟ ਤੋਂ ਸੰਨਿਆਸ ਲਿਆ ਸੀ ਇਦਾਂ ਯਾਰ ਮੈਂ ਸਿਆਸਤ ਤੋਂ ਸੰਨਿਆਸ ਲਿਆ। ਲੈ ਇਮਰਾਨ ਖਾਨ ਕੋਲੋਂ ਭਾਵੇਂ ਹਰੇਕ ਸ਼ਨੀਵਾਰ ਜਾ ਕੇ ਰੋਟੀ ਖਾ ਕੇ ਆਇਆ ਕਰ, ਜੇ ਕੋਈ ਨਾਂ ਲੈ ਜਾਵੇ ਇੱਥੇ ਕਿਸੇ ਨੂੰ ਫਰਕ ਹੀ ਨਹੀਂ ਪੈਣਾ ਕੋਈ ਵੀ ਨਾ, ਕਿਉਂਕਿ ਮੁਸ਼ਕਲ ਤੇ ਇਸ ਵਕਤ ਇਹੀ ਹੈ ਨਾ ਵੀ ਭਾਈ ਸਾਹਿਬ ਵੀ ਬੰਦਾ ਜਿਹੜਾ ਤੰਗ ਕਰਦਾ ਇਹਨੂੰ ਢਾਈਏ ਕਿੱਦਾਂ, ਵੀ ਹੋਰ ਕਿਸੇ ਪਾਸੇ ਕੋਈ ਗੱਲ ਬਣਦੀ ਨਹੀਂ, ਆਪਾਂ ਇਸ ਪਾਸੇ ਘੇਰ ਲੈਂਦੇ। ਪਰ ਮੈਨੂੰ ਸਮਝ ਨਹੀਂ ਆਈ ਵੀ ਜੇ ਪਹਿਲੀ ਲਾਈਨ ਜਾਂ ਦੂਜੀ ਲਾਈਨ ਦੇ ਉੱਪਰ ਹੀ ਅੜ ਜਾਣ ਨਾਲੋਂ ਚੰਗਾ ਨਹੀਂ ਸੀ ਵੀ ਜੇ ਆਪਾਂ ਬਾਕੀ ਦੀਆਂ ਵੀ ਸੁਣ ਲੈਂਦੇ, ਕਿਉਂਕਿ ਬੰਦੇ ਨੇ ਜਿਹੜੀ ਇਹ ਗੱਲ ਆਖੀ ਵੀ ਯਾਰ ਮੇਰੇ ਖਿਆਲ ਇਸ ਤੋਂ ਪਹਿਲਾਂ ਵੀ ਕਹਿੰਦੇ ਰਹੇ ਸਿੱਧੂ ਸਾਹਿਬ, ਹੁਣ ਦੁਬਾਰਾ ਫਿਰ ਉਹੀ ਗੱਲ ਕਹੀ ਵੀ ਮਹਾਰਾਜ ਆ ਜਿਹੜਾ ਆਪਣਾ ਕਿਤੇ ਆਪਸੀ ਵਪਾਰ ਖੁੱਲ ਜੇ, ਜਿੱਦਾਂ ਇਹ ਲਾਂਘਾ ਖੁੱਲਿਆ ਤੇ ਦੂਜਾ ਲਾਂਘਾ ਵੀ ਖੁੱਲ ਜੇ, ਵੀ ਕੋਈ ਟਮਾਟਰ ਆ ਗਿਆ, ਕੋਈ ਆਲੂ ਆ ਗਿਆ, ਕੋਈ ਮਸਾਲੇ ਆ ਗਏ, ਕੋਈ ਕਣਕ ਚੱਲ ਗਈ, ਕੋਈ ਕਿਸੇ ਦੀ ਸਬਜ਼ੀ ਭਾਜੀ ਤਰਕਾਰੀ ਚੱਲ ਗਈ, ਤੇ ਪੰਜਾਬ ਬਾਜੂ, ਉਧਰਲਾ ਵੀ ਬਾਜੂ ਇਧਰਲਾ ਵੀ ਬਾਜੂ। ਉੱਥੇ ਕੋਈ ਗੱਲ ਕਿਉਂ ਨਹੀਂ ਕਰਦਾ? ਸੰਧਾਲੀਆ ਸਾਹਿਬ ਇਹੀ ਸਭ ਤੋਂ ਵੱਡਾ ਮਸਲਾ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਥੋੜੇ ਦਿਨ ਪਹਿਲਾਂ ਕਿਹਾ ਸੀ ਕਿ ਦੇਸ਼ ਦੇ ਲੋਕਾਂ ਦਾ ਢਿੱਡ ਭਰਨਾ, ਉਹਨਾਂ ਨੂੰ ਭੁੱਖ ਤੋਂ ਪਰੇ ਕਰਨਾ ਸਾਡੀਆਂ ਸਰਕਾਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਹੁਣ ਰੌਲਾ ਇਹ ਆ ਕਿ ਸਾਨੂੰ ਚਾਰ ਪੈਸੇ ਦਮੜੇ ਆ ਕਿੱਥੋਂ ਸਕਦੇ ਆ। ਦੇਸ਼ ਦੇ ਫੌਜੀ ਜਵਾਨ ਸ਼ਹੀਦ ਹੁੰਦੇ ਆ, ਦੁੱਖ ਸਾਰਿਆਂ ਨੂੰ ਹੁੰਦਾ। ਸਰਹੱਦਾਂ ਦੇ ਉੱਤੇ ਹਥਿਆਰਾਂ ਦੇ ਉੱਤੇ ਸਾਡੇ ਪੈਸੇ ਲੱਗਦੇ ਆ, ਦੁੱਖ ਸਾਰਿਆਂ ਨੂੰ ਹੁੰਦਾ। ਅਸੀਂ ਨਹੀਂ ਚਾਹੁੰਦੇ ਕਿ ਭਾਈ ਮਾਵਾਂ ਦੇ ਪੁੱਤ ਜਿਹੜੇ ਆ ਸ਼ਹੀਦ ਹੁੰਦੇ ਰਹਿਣ, ਨਾ ਉਹਨਾਂ ਦੇ ਨਾ ਇਹਨਾਂ ਦੇ। ਪਰ ਰੌਲਾ ਇਹ ਨਾ ਕਿ ਦੋਨਾਂ ਦੇਸ਼ਾਂ ਦੇ ਸੰਬੰਧ ਸੁਧਰਨਗੇ ਤਾਂ ਬਚਾਅ ਹੋਣਾ। ਜੇ ਸਿੱਧੂ ਉਹਨੂੰ ਵੱਡਾ ਭਰਾ ਨਾ ਕਹੂਗਾ ਜਾਂ ਕੁਛ ਨਾ ਕਹੂਗਾ ਜਾਂ ਕੋਈ ਲੇਖਕ ਉਧਰਲੇ ਪਾਸੇ ਨਾ ਕਹੂਗਾ, ਫਿਰ ਸਰਹੱਦ ਦਾ ਤਣਾਅ ਥੋੜੀ ਘਟਦਾ। ਹੁਣ ਤੁਸੀਂ ਦੇਖੋ ਕਿ ਉਸ ਬੰਦੇ ਨੇ, ਨਵਜੋਤ ਸਿੰਘ ਸਿੱਧੂ ਨੇ ਬੰਗਲਾਦੇਸ਼ ਦੀ ਵੀ ਗੱਲ ਕੀਤੀ ਕਿ ਭਾਈ ਜਿੱਥੇ ਵੀ ਕਿਤੇ ਸਰਹੱਦ ਲੱਗਦੀ ਹੈ, ਜਿੱਦਾਂ ਯੂਰਪ ਕਹਿੰਦੇ ਉੱਥੇ ਭਾਈ ਜਿੰਨੇ ਵੀ ਦੇਸ਼ ਨੇ ਤੁਸੀਂ ਜਿੱਦਾਂ ਮਰਜ਼ੀ ਖੁੱਲੇ ਵਪਾਰ ਕਰੋ, ਖੁੱਲੇ ਆਓ ਜਾਓ, ਉਹ ਕੁਛ ਨਹੀਂ ਕਹਿੰਦੇ। ਤੇ ਯੂਰਪ ਕਿੱਥੇ ਚਲਾ ਗਿਆ? ਵਿਸ਼ਵ ਯੁੱਧਾਂ ਦਾ ਭੰਨਿਆ ਹੋਇਆ ਯੂਰਪ ਅੱਜ ਕਹਿੰਦੇ ਕਿੱਥੇ ਆ? ਇੱਦਾਂ ਕਹਿੰਦੇ ਸਾਨੂੰ ਕਰਨਾ ਪਊਗਾ। ਹੁਣ ਸੰਧਾਲੀਆ ਸਾਹਿਬ ਉਹਨਾਂ ਨੇ ਕੁਝ ਚੀਜ਼ਾਂ ਗਣਾਈਆਂ। ਉਹ ਕਹਿੰਦੇ ਜੀ 200-300 ਰੁਪਏ ਨੂੰ ਕੁਆਂਟਲ ਕਣਕ ਹੁੰਦੀ ਸੀ, 1700 ਨੂੰ ਹੋਈ ਹੈ ਇੰਨੇ ਦਹਾਕਿਆਂ 'ਚ। ਪਰ ਕਹਿੰਦੇ ਅੱਜ ਇੱਕ ਦਿਨ ਦੇ ਵਿੱਚ ਤੁਸੀਂ ਉਹ ਜਿਹੜਾ ਪਰਲਾ ਪਹਿਲੀ ਸਿਲਕ ਰੂਟ ਹੁੰਦਾ ਸੀ, ਉਹ ਕਹਿੰਦੇ ਜੇ ਕਿਤੇ ਖੋਲਦੇ ਹੋ, ਜਾਂਚ ਪੜਤਾਲ ਪੂਰੀ ਕਰੋ, ਆਹੀ 1700 ਦੀ ਕਣਕ ਕੱਲ ਨੂੰ 3000 ਦੀ ਤੁਸੀਂ ਪਾਕਿਸਤਾਨ 'ਚ ਵੇਚ ਲਓ। ਫਿਰ ਉਹਨਾਂ ਟਮਾਟਰ, ਅਦਰਕ, ਸਬਜ਼ੀ, ਆਲੂ, ਪਿਆਜ਼, ਹਰ ਉਹ ਫਸਲ ਜਿਹੜੀ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ 'ਚ ਹੁੰਦੀ ਹੈ, ਉਹ ਕਹਿੰਦੇ 10-10 ਗੁਣਾ ਰੇਟ ਤੁਹਾਨੂੰ ਵੱਧ ਮਿਲੂ, ਕਿਉਂਕਿ ਪਾਕਿਸਤਾਨ 'ਚ ਇੰਨੇ ਨੂੰ ਵਿਕਦੀ ਹੈ। ਬਾਕੀ ਉਹਨਾਂ ਨੇ 34 ਦੇਸ਼ਾਂ ਦਾ ਜ਼ਿਕਰ ਕੀਤਾ। ਉਹ ਕਹਿੰਦੇ ਲਾਂਘਾ ਖੁੱਲ ਜਵੇ,
ਸਾਡੀਆਂ ਫਸਲਾਂ ਮੁੰਦਰਾ ਬੰਦਰਗਾਹ ਦਾ ਜ਼ਿਕਰ ਕੀਤਾ, ਉਹੀ ਮੁੰਦਰਾ ਜਿੱਥੇ ਪਿਛਲੇ ਦਿਨ ਨਸ਼ਿਆਂ ਦੀ ਮੁੰਦਰੀ ਨੱਚੀ ਸੀ। ਮੈਂ ਉਸੇ ਵਾਕਿਆ ਗੱਲ ਤੇ ਆਉਣ ਲੱਗਾ ਸੀ। ਕਈ ਬੰਦੇ ਇਤਰਾਜ਼ ਕਰਦੇ ਆ ਵੀ ਟੈਲੀਵਿਜ਼ਨ ਵਾਲੇ ਵੀ ਨਾ ਇਹ ਸਿੱਧੂ ਦੀ ਗੱਲ ਕਰਦੇ, ਦੇਸ਼ ਭਗਤੀ ਨਹੀਂ ਵੇਖਦੇ। ਇੱਕੋ ਜੀ ਗੱਲ ਹੈ ਵੀ ਜੇ ਦੀ ਦੇਸ਼ ਭਗਤੀ ਆ ਸਿਰਫ ਇਸੇ ਚੀਜ਼ ਦੇ ਉੱਤੇ ਵੀ ਬਾਰਡਰ ਤੇ ਲੀਕ ਮਾਰ ਲਈ ਵੀ ਮੈਂ ਉੱਧਰ ਨਹੀਂ ਜਾਣਾ, ਉਹਨੇ ਇੱਧਰ ਨਹੀਂ ਆਉਣਾ, ਤੇ ਫਿਰ ਇਹ ਜ਼ਰੂਰ ਕਲੀਅਰ ਕਰ ਲਿਆ ਜਾਵੇ ਵੀ ਭਾਈ ਸਾਹਿਬ ਇਹ ਜਿਹੜੀ ਲੀਕ ਆ ਉਹ ਜਿਉਂ ਉੱਪਰ ਜੰਮੂ ਕਸ਼ਮੀਰ ਤੋਂ ਸ਼ੁਰੂ ਹੋ ਕੇ ਤੇ ਥੱਲਿਓ ਗੁਜਰਾਤ ਲੰਘ ਕੇ ਬੰਬੇ ਤੱਕ ਮਾਰ ਦਿਓ ਵੀ ਨਾ ਉੱਧਰੋਂ ਕੁਛ ਆਊ ਨਾ ਜਾਊ ਜੀ। ਹੁਣ ਇਤਰਾਜ਼ ਉੱਥੇ ਲੋਕਾਂ ਨੂੰ ਹੁੰਦਾ ਵੀ ਜਦੋਂ ਗੱਲ ਇੱਧਰੋਂ ਪੰਜਾਬ ਦੇ ਵਿੱਚੋਂ ਕੋਈ ਚੀਜ਼ ਪੈਦਾ ਹੁੰਦੀ ਹੈ, ਇਹਦਾ ਕੰਟੇਨਰ ਪਹਿਲਾਂ ਭਰ ਕੇ ਗੁਜਰਾਤ ਜਾਂਦਾ, ਫਿਰ ਗੁਜਰਾਤ ਚੋਂ ਲੱਦ ਕੇ ਤੇ ਫਿਰ ਉੱਥੋਂ ਕੰਟੇਨਰ ਭਰ ਕੇ ਤੇ ਉਹ ਲਾਹੌਰ ਜਾਂਦਾ। ਸਵਾਲ ਇਹ ਹੈ ਵੀ ਜੇ ਕਾਰੋਬਾਰ ਉਹ ਵੀ ਚੱਲ ਰਿਹਾ, ਉਹਦੇ 'ਚ ਵੀ ਕੋਈ ਨਾ ਕੋਈ ਕਾਰੋਬਾਰੀ ਕੋਈ ਨਾ ਕੋਈ ਪੈਸਾ ਮੁਨਾਫਾ ਕਮਾ ਰਿਹਾ, ਤੇ ਫਿਰ ਜਿਹੜੇ ਲੋਕ ਸਿੱਧੇ ਨੇ ਡਾਇਰੈਕਟ ਨੇ ਉਹਨਾਂ ਨੂੰ ਜੇ ਕੋਈ ਚਾਰ ਛਿਲੜ ਆ ਜਾਣਗੇ ਤੇ ਫਿਰ ਹਰਜ ਕੀ ਹੈ? ਅਸੀਂ ਇਹ ਵੀ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਸਿਆਸਤੀ ਕਰਦਾ ਹੋਣਾ, ਹੋ ਸਕਦਾ ਸਿਆਸਤੀ ਕਰਦਾ ਹੋਵੇ ਕਿਉਂਕਿ ਰਾਜਨੀਤਿਕ ਲੀਡਰ ਸਿਆਸਤ ਕਰਦਾ ਹੋਊਗਾ, ਪਰ ਰੌਲਾ ਹੈ ਕਿ ਇਹੀ ਗੱਲ ਪੰਜਾਬ ਦੇ ਕਿਸਾਨ ਮੰਨ ਲਓ ਖੇਤੀ ਅੰਦੋਲਨ ਜਿੱਤ ਜਾਂਦੇ ਆ, ਉਹਨਾਂ ਨੇ ਘਰੇ ਵਾਪਸ ਪਰਤਣਾ, ਆਲੂ ਕਿੱਥੇ ਵੇਚਣੇ ਆ, ਗੰਡਾ ਕਿੱਥੇ ਵੇਚਣਾ ਹੈ, ਪਿਆਜ਼ ਕਿੱਥੇ ਵੇਚਣਾ ਹੈ, ਲਸਣ ਕਿੱਥੇ ਵੇਚਣਾ ਹੈ, ਆਲੂ ਕਿੱਥੇ ਵੇਚਣਾ ਹੈ, ਰੂੰ ਕਿੱਥੇ ਵੇਚਣਾ ਹੈ, ਜਾਣੀ ਫਸਲ ਤਾਂ ਉੱਥੇ ਹੀ ਖੜੀ ਆ ਨਾ। ਸਾਡੀਆਂ ਮੰਡੀਆਂ ਦਾ ਸਿਸਟਮ ਪਹਿਲਾਂ ਕਿਹੜਾ ਚੰਗਾ ਸੀ। ਜੇ ਕੋਈ ਆਪਸ਼ਨ ਹੈਗੀ ਹੈ ਸਰਕਾਰ ਉਹ ਬੜੀ ਵਾਰੀ ਉਹ ਕਹਿੰਦੇ ਹੰਬਲ ਰਿਕੁਐਸਟ ਕਰਦਾ, ਨਿਮਾਣਾ ਭਾਰਤ ਦਾ ਨਾਗਰਿਕ ਅਸੀਂ ਬੇਨਤੀ ਕਰਦੇ ਭਾਰਤ ਦੀ ਸਰਕਾਰ ਨੂੰ, ਪਾਕਿਸਤਾਨ ਦੀ ਸਰਕਾਰ ਨੂੰ ਕਿ ਭਾਈ ਦੋਨੋਂ ਦੇਸ਼ਾਂ ਦੀ ਬੱਲੇ ਬੱਲੇ ਹੋ ਜੂ, ਕੱਲਾ ਪਾਕਿਸਤਾਨ ਦੇ ਨਾਲ ਵਪਾਰ ਦਾ ਮਸਲਾ ਤਾਂ ਨਹੀਂ। ਸੰਧਾਲੀਆ ਸਾਹਿਬ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਸਾਹਿਬ ਦਾ ਇੱਕ ਬਿਆਨ ਆਇਆ, ਬੜੇ ਇੰਟੈਲੈਕਚੁਅਲ ਬੰਦੇ ਆ, ਉਹ ਕਹਿੰਦੇ ਜੀ ਚੀਨ ਦੇ ਨਾਲ ਭਾਰਤ ਦੇ ਸਬੰਧ ਬਹੁਤ ਨਾਜ਼ੁਕ ਮੋੜ ਤੇ ਨੇ, ਬੜੇ ਖਰਾਬ ਨੇ। ਕਿਤੇ ਨਾ ਕਿਤੇ ਰੋਜ਼ ਰੌਲਾ ਪੈ ਜਾਂਦਾ, ਸਾਡੇ ਫੌਜੀ ਸ਼ਹੀਦ ਹੋਏ ਸੀ ਨਾ ਪਿੱਛੇ, ਚੀਨ ਦੇ ਨਾਲ ਰੌਲਾ ਪਿਆ ਸੀ, ਤੁਹਾਨੂੰ ਯਾਦ ਹੋਣਾ ਗਲਵਾਨ ਘਾਟੀ ਵਾਲਾ। ਫਿਰ ਆਇਆ ਮੈਂਦਾ ਜੀ ਉਹ ਸਾਡੇ ਅੰਦਰਲੇ ਪਾਸੇ ਨੂੰ ਆ ਗਿਆ 5 ਕਿਲੋਮੀਟਰ 7 ਕਿਲੋਮੀਟਰ, ਫਿਰ 15 20 ਗੇੜਾਂ ਦੀਆਂ ਗੱਲਾਂ ਚੱਲਦੀਆਂ, ਫਿਰ ਪਿੱਛੇ ਹਟਦੇ, ਕਿੰਨੇ ਖੜਦੇ ਪਤਾ ਨਹੀਂ। ਫਿਰ ਕਦੇ ਚਰਚਾ ਚੱਲਣ ਲੱਗ ਪੈਂਦੀ ਆ ਜੀ ਉਹ ਸਿੱਕਮ ਵਾਲੇ ਪਾਸੇ ਸਾਡੇ ਨਾਲ ਡਿਸਪਿਊਟ ਪਾ ਕੇ ਬੈਠੇ ਆ, ਫਿਰ ਰੌਲਾ ਪੈਣਾ ਪੈਂਦਾ ਅਰੁਣਾਚਲ ਪ੍ਰਦੇਸ਼ ਚ ਇੰਨੇ ਕਿਲੋਮੀਟਰ ਅੱਗੇ ਆ ਗਏ। ਸਰਕਾਰ ਪੁਸ਼ਟੀ ਕਰਦੀ ਹੈ ਕਿ ਨਹੀਂ ਕਰਦੀ ਵੱਖਰੀ ਗੱਲ, ਮੈਂ ਚਰਚਾਵਾਂ ਦੀ ਗੱਲ ਕਰਦਾ। ਪਰ ਹੁਣ ਜਦੋਂ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਸਾਹਿਬ ਨੇ ਖੁਦ ਆਖਿਆ ਕਿ ਸਾਡੇ ਸਬੰਧ ਬੜੇ ਨਾਜ਼ੁਕ ਮੋੜ ਤੇ ਹੈ, ਸਾਡਾ ਚੀਨਾ ਵਪਾਰ ਤਾਂ ਨਹੀਂ ਬੰਦ ਹੋਇਆ, ਅਸੀਂ ਪਾਬੰਦੀਆਂ ਲਾਉਂਦੇ ਆ, ਵਪਾਰ ਫੇਰ ਵੱਧਦਾ, ਅਸੀਂ ਵੱਖ-ਵੱਖ ਚੀਜ਼ਾਂ ਦੇ ਉੱਤੇ ਨਿਰਭਰਤਾ ਉਹਨਾਂ ਤੇ ਵੱਧ ਰਹੀ ਹੈ ਸਾਡੀ, ਤੇ ਜੇ ਇੰਨੇ ਰੌਲੇ ਦੇ ਬਾਵਜੂਦ ਸਾਡਾ ਉਹਨਾਂ ਦੇ ਨਾਲ ਵਪਾਰ ਹੋ ਸਕਦਾ ਤਾਂ ਭਾਈ ਇਧਰਲੇ ਪਾਸੇ ਕੀ ਆ, ਵੱਡੇ ਲਾਓ ਸਕੈਨਰ, ਜੇ ਇੱਕ ਦਾਣਾ ਵੀ ਨਸ਼ੇ ਦਾ ਆਉਂਦਾ ਨਹੀਂ ਆਉਣਾ ਚਾਹੀਦਾ, ਇੱਕ ਗੋਲੀ ਵੀ ਆਉਂਦੀ ਹੈ ਨਹੀਂ ਆਉਣੀ ਚਾਹੀਦੀ, ਪਿਸਤੌਲ ਜਾਂ AK-47 ਤਾਂ ਵੱਖਰੀ ਗੱਲ ਹੈ, ਪਰ ਉਹਦੇ ਲਈ ਅਸੀਂ ਪ੍ਰਬੰਧ ਕਰੀਏ। ਉੱਥੇ ਕਿਹੜਾ ਕਿ ਬਾਰਡਰ ਖੋਲ ਦੇਣਾ ਕਿ ਜਿਹੜੇ ਮਰਜ਼ੀ ਪਿੰਡੋਂ ਚਲੇ ਜਾਵੇ, ਸੜਕਾਂ ਤਾਂ 3-4 ਹੀ ਖੁੱਲਣੀਆਂ, ਤੇ ਉੱਥੇ ਅਸੀਂ ਪ੍ਰਬੰਧ ਕਰ ਲਈਏ। ਵੈਸੇ ਵੀ ਜੇ ਅਸੀਂ ਪਲਾਟ ਤੱਕ ਪਹੁੰਚ ਸਕਦੇ ਹਾਂ, ਧਰਤੀ ਤੇ ਤਾਂ ਰਹਿ ਹੀ ਸਕਦੇ ਹਾਂ। ਨਹੀਂ, ਬੜੇ ਆਰਾਮ ਨਾਲ। ਤੁਸੀਂ ਚਾਈਨਾ ਦੀ ਗੱਲ ਕੀਤੀ, ਦੇਖੋ ਚਾਈਨਾ ਹੁਣ ਪਤਾ ਨਹੀਂ ਉਹ 'ਚ ਕੀ ਸੱਚ ਹੈ ਕੀ ਝੂਠ ਹੈ। ਇੱਕ ਲਾਈਨ ਦੀ ਜਿਹੜੀ ਕਹਿ ਲਓ ਕਿ ਵੀ ਟਵੀਟੀ ਵਾਲੀ ਬਿਆਨਬਾਜ਼ੀ ਹੈ, ਉਹ ਰਾਹੁਲ ਗਾਂਧੀ ਸਾਹਿਬ ਦੀ ਵੀ ਆਈ ਜੀ। ਉਹ ਕਹਿੰਦੇ ਵੀ ਚਾਈਨਾ ਤੋਂ ਲਏ ਕਰਜ਼ੇ ਬਾਰੇ ਵੀ ਦੱਸ ਹੀ ਦੇਣਾ ਚਾਹੀਦਾ ਬੀਜੇਪੀ ਨੂੰ। ਹੁਣ ਸਵਾਲ ਨਹੀਂ, ਅੱਗੇ ਬੰਦੇ ਨੇ ਕਲੀਅਰ ਕੁਝ ਨਹੀਂ ਕੀਤਾ, ਪਰ ਜੇ ਗੱਲ ਸੱਚੀ ਹੈ ਵੀ ਚਾਈਨਾ ਤੋਂ, ਕਿਉਂਕਿ ਚਾਈਨਾ ਅੱਗੇ ਇਸ ਚੀਜ਼ ਦੇ ਲਈ ਬੜਾ ਮਸ਼ਹੂਰ ਹੈ ਵੀ ਦੁਨੀਆ ਦਾ ਪਤਾ ਨਹੀਂ ਕਿਹੜਾ ਮੁਲਕ ਹੈ ਜਿਹਨੂੰ ਉਹਨੇ ਪੈਸੇ ਨਹੀਂ ਵੰਡੇ, ਬਲੇ ਇੱਕ ਤਰ੍ਹਾਂ ਨਾਲ ਮੋਟਾ ਸ਼ਾਹੂਕਾਰ ਬਣ ਗਿਆ। ਉਹ ਪਿੱਛੇ ਜੇ ਇੱਕ ਰਿਪੋਰਟ ਵੀ ਸ਼ਾਇਦ ਸੀਗੀ ਵੀ ਜੇ ਆਪਾਂ ਹੁਣ ਅਮਰੀਕਾ ਚਾਈਨਾ ਨੂੰ ਬਰਾਬਰ ਤੇ ਰੱਖਣਾ ਹੋਵੇ ਤੇ ਸ਼ਾਹੂਕਾਰੇ ਦੇ ਵਿੱਚ ਚਾਈਨਾ ਸ਼ਾਇਦ ਵੱਡਾ ਹੋਊਗਾ। ਹੁਣ ਜੇ ਚਾਈਨਾ ਐਡਾ ਵੱਡਾ ਸ਼ਾਹੂਕਾਰ ਆ ਵੀ ਭਾਰਤ ਵੀ ਕਿਤੇ ਨਾ ਕਿਤੇ ਉਹਦਾ ਕਰਜ਼ਾਈ ਹੈ, ਜੇ ਰਾਹੁਲ ਗਾਂਧੀ ਦੀ ਗੱਲ ਸਹੀ ਹੈ ਤੇ ਫਿਰ ਸੋਚਣਾ ਤੇ ਬਣਦਾ ਵੀ ਇਹ ਸਾਰਾ ਕੁਝ ਕਿੱਥੇ ਅੱਪੜ ਗਿਆ। ਦੂਜੇ ਪਾਸੇ ਜੇ ਆਪਾਂ ਲਾਂਘੇ ਦੀ ਗੱਲ ਕਰੀਏ, ਆਪਾਂ ਜੇ ਕੱਲ੍ਹ ਕਿ ਪਰਸੋਂ ਗੱਲ ਕਰਦੇ ਸੀ ਵੀ ਅਫਗਾਨਿਸਤਾਨ ਦੇ ਨਾਲ ਸੰਬੰਧ ਚੰਗੇ ਸੀ, ਉਹਨਾਂ ਸੰਬੰਧਾਂ ਨੂੰ ਠੀਕ ਹੈ ਭਾਰਤ ਨਹੀਂ ਵਿਗਾੜਨਾ ਚਾਹੁੰਦਾ, ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਯਾਰ ਉੱਥੇ ਜੇ ਲੋੜ ਆ ਤਾਂ ਆਪਾਂ ਕਣਕ ਭੇਜਣੀ ਕਿੱਧਰ ਦੀ ਹੈ, ਪਾਕਿਸਤਾਨ ਵੇਚਦੀ। ਜੇ ਆਪਾਂ ਉਦੋਂ ਇਮਰਾਨ ਖਾਨ ਨੂੰ ਕਹਿ ਸਕਦੇ ਹਾਂ ਵੀ ਯਾਰ ਅਸੀਂ ਕਣਕ ਅਫਗਾਨਿਸਤਾਨ ਭੇਜਣੀ, ਤੂੰ ਰਾਹ ਦੇ ਅਗਲਾ ਕਹਿੰਦਾ ਠੀਕ ਹੈ ਦੇ ਦੇਣਾ ਯਾਰ, ਲੈ ਜਾਓ ਜੀ। ਤੇ ਫਿਰ ਆਪਣੇ ਜਿਹੜੇ ਮੁਲਕ ਦੇ ਵਿੱਚ ਵਸਦੇ ਲੋਕ ਨੇ, ਜਦੋਂ ਆਪਾਂ ਨੂੰ ਲੱਗਦਾ ਵੀ ਯਾਰ ਇੱਥੇ ਗੱਲ ਬਣ ਨਹੀਂ ਰਹੀ, ਆਪਾਂ ਕਈ ਵਾਰ ਦੇਖਦੇ ਹਾਂ ਵੀ ਉਹ ਉੱਥੇ ਗੋਦਾਮ 'ਚ ਪਿਆ ਜੀ, ਅਨਾਜ ਸੜ ਗਿਆ ਜੀ, ਉਹ ਕਿਸੇ ਨੇ ਚੁੱਕਿਆ ਨੇ ਜੀ, ਉਹ ਖਤਮ ਹੋ ਗਿਆ ਜੀ। ਉਹ ਚੁੱਕਿਆ ਨਹੀਂ ਗਿਆ, ਉਹ ਖਤਮ ਹੋ ਗਿਆ। ਇਹ ਸਾਰੇ ਕੁਛ ਦੇ ਵਿੱਚੋਂ ਸਰਕਾਰ ਪਿਛਲੇ ਦਿਨੀ ਇਹਨਾਂ ਕਾਨੂੰਨਾਂ ਦੇ ਵਿੱਚ ਵੀ ਤੇ ਇਹੀ ਸੀ ਨਾ ਵੀ ਨਿਕਲਣਾ ਚਾਹੁੰਦੀ ਸੀ ਵੀ ਯਾਰ ਅਸੀਂ ਪ੍ਰਬੰਧ ਨਹੀਂ ਕਰ ਸਕਦੇ, ਤੇ ਉਹਦੇ ਨਾਲੋਂ ਜ਼ਿਆਦਾ ਵਧੀਆ ਨੇ ਵੀ ਅਗਲੇ ਨੂੰ ਕਹੇ ਵੀ ਅਸੀਂ ਕੋਈ ਪ੍ਰਬੰਧ ਨਹੀਂ ਕਰਨਾ, ਵੀਰ ਮੇਰਾ ਤੇਰੇ ਲਾਗੇ ਪੋਸਟ ਆ, ਉੱਥੇ ਵਪਾਰੀ ਬੈਠੇ ਹੋਣਗੇ, ਤੂੰ ਮਾਨ ਭਰ ਕੇ ਟਰਾਲੀ ਉੱਥੇ ਦੇ ਆਈ, ਅਗਲੇ ਆਪੇ ਅੱਗੇ ਭੇਜ ਦੇਣਗੇ, ਉਹਨੂੰ ਹੀ ਉੱਥੋਂ ਨੋਟ ਮਿਲ ਜਾਣ, ਸਰਕਾਰ ਨੂੰ ਟੈਕਸ ਆ ਜਾਵੇ, ਹੋਰ ਕੀ ਚਾਹੀਦਾ। ਸੰਧਾਲੀਆ ਸਾਹਿਬ, ਬਹੁਤ ਕਮਾਲ ਹੋ ਜੂ। ਪਿਛਲੇ ਸਮੇਂ 'ਚ ਰੌਲਾ ਕੀ ਪੈਂਦਾ ਸੀ ਕਿ ਅਸੀਂ ਜੀ ਵੱਧ ਕੀਮਤ ਤੇ ਨਹੀਂ ਖਰੀਦ, MSP ਨਹੀਂ ਦਿੱਤੀ ਜਾ ਸਕਦੀ। ਅੱਜ ਤੁਸੀਂ ਗੋਡਾਊਨ ਦੇ ਵਿੱਚੋਂ ਪੰਜਾਬ 'ਚੋਂ ਚੱਕ ਨਹੀਂ ਸਕਦੇ, ਲਿਫਟਿੰਗ ਦਾ ਰੌਲਾ ਪੈਂਦਾ, ਬਾਰਦਾਨੇ ਦਾ ਰੌਲਾ ਪੈਂਦਾ। ਜੇ ਖੋਲ੍ਹਦੇ ਹੋ ਤੁਹਾਡੀਆਂ ਬੋਰੀਆਂ ਹੁਣ ਵਿਕੀਆਂ ਰਹਿ ਜਾਣੀਆਂ, ਬਾਰਦਾਨਾ ਸਾਨੂੰ ਚਾਹੀਦਾ, ਅਸੀਂ ਤਾਂ ਭੇਜਣਾ ਹੀ ਬਾਹਰ ਆ।
ਤੁਸੀਂ ਕੇਂਦਰ ਸਰਕਾਰ ਵਾਲਿਆਂ ਨੇ ਖਰੀਦਿਆ ਕਰਨਾ ਯਾਰ, ਇੰਨਾ ਅਸੀਂ ਸਾਰਾ ਨਹੀਂ ਜਾਣ ਦੇਣਾ, ਆਹ ਸਾਨੂੰ ਇੱਥੇ ਵਜਾ ਜਾਂਦਾ, ਸਾਡੇ ਬੰਦੇ ਯਾਰ ਤੁਸੀਂ ਇਦਾਂ ਨਾ ਕਰਿਆ ਕਰੋ। ਜਾਣੀ 4 ਪੈਸੇ ਕਿਸਾਨ ਦੇ ਆਉਣਗੇ, ਬਿਜਲੀ ਸਬਸਿਡੀ ਦੀ ਲੋੜ ਨਹੀਂ, 4 ਪੈਸੇ ਕਿਸਾਨ ਦੇ ਆਉਣਗੇ, ਖਾਦ ਪੂਰੀ ਕੀਮਤ ਤੇ ਖਰੀਦ ਲਓ, 4 ਪੈਸੇ ਕਿਸਾਨ ਨੂੰ ਆਉਣਗੇ, ਖੁਦਕੁਸ਼ੀਆਂ ਦਾ ਮੁਆਵਜ਼ਾ ਨਹੀਂ ਤੁਹਾਨੂੰ ਦੇਣਾ ਪਊਗਾ, ਤੁਹਾਡੇ ਗੱਲੇ 'ਚ ਵੀ 4 ਰੁਪਈਏ ਬਚਣਗੇ, ਵਿਦੇਸ਼ੀ ਕਰੰਸੀ ਆਊਗੀ, ਤੁਹਾਡਾ ਵਿਦੇਸ਼ੀ ਕਰੰਸੀ ਦਾ ਭੰਡਾਰ ਵਧੂਗਾ, ਤੁਹਾਡੀ ਬਾਰਗੇਨਿੰਗ ਦੀ ਦੁਨੀਆ ਦੇ ਨਾਲ ਪਾਵਰ ਵਧੂਗੀ, ਤੁਹਾਡਾ ਐਕਸਪੋਰਟ ਵਧੂਗਾ। ਦੁਨੀਆ ਦੇ ਵਿੱਚ ਜਦੋਂ ਐਕਸਪੋਰਟ ਦੇ ਅੰਕੜੇ ਜਾਂਦੇ ਆ ਜੀ, ਭਾਰਤ ਨੇ ਇਸ ਸਾਲ ਕਿੰਨੀਆਂ ਚੀਜ਼ਾਂ ਜਿਹੜੀਆਂ ਨਿਰਯਾਤ ਕੀਤੀਆਂ ਭੇਜੀਆਂ, ਕਿੰਨੀਆਂ ਚੀਜ਼ਾਂ ਆਯਾਤ ਕੀਤੀਆਂ ਮੰਗਵਾਈਆਂ, ਉਹਦਾ ਜਦੋਂ ਚੈਨਲ ਜਿਹਾ ਬਣਦਾ ਕਿ ਭਾਈ ਕਿੱਥੇ ਕਿਆ ਉਹਦਾ ਗ੍ਰਾਫ, ਉਹ ਫਿਰ ਤੁਹਾਡਾ ਹੌਲੀ ਹੌਲੀ ਬੈਲੈਂਸ ਹੋ ਜਾਊਗਾ, ਸਾਡੀ ਨਿਰਭਰਤਾ ਘਟ ਜੂਗੀ, ਅਸੀਂ 4 ਦੇਸ਼ਾਂ ਨੂੰ ਹੀ ਕਾਹਤੋਂ ਭੇਜਣਾ। ਤੇ ਬਾਕੀ ਕੁੱਲ ਮਿਲਾ ਕੇ ਇੱਕ ਚੀਜ਼ ਜਿਹੜੀ ਵਿੱਚੋਂ ਮਿਸ ਸੀ, ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਮੰਦਰਾਂ ਦੇ ਵੀ ਦਰਸ਼ਨ ਦਿਦਾਰੇ ਖੁੱਲਣੇ ਚਾਹੀਦੇ ਆ, ਹਰ ਧਰਮ ਦਾ ਬੰਦਾ ਜਿਹੜਾ, ਕਿਉਂਕਿ ਅਸੀਂ ਪਾਟੇ ਸੀ ਅੱਧ ਵਿਚਾਲਿਓ, ਤੇ ਜਦੋਂ ਅੱਧ ਵਿਚਾਲਿਓ ਕਹਿੰਦੇ ਪਾਟੇ ਸੀ ਤਾਂ ਫਿਰ ਜਿੰਨਾ ਸਿੱਖ ਭਾਈਚਾਰੇ ਨੂੰ ਉਹਨਾਂ ਬਾਕੀਆਂ ਨੂੰ ਵੀ ਖੋਲ ਦਿਓ ਭਾਈ ਸਾਰਾ ਕੁਝ, ਪਾਬੰਦੀਆਂ ਲਾਓ, ਜਾਂਚ ਪੜਤਾਲ ਪੂਰੀ ਕਰੋ, ਡਾਕੂਮੈਂਟ ਜਿਹੜੇ ਚਾਹੀਦੇ ਲਾਓ, ਪਰ ਆਉਣ ਜਾਣ ਦਿਓ ਐਨ ਚੰਗੇ ਤਰੀਕੇ ਨਜ਼ਰ ਰੱਖ ਕੇ, ਜਿਹਦੇ ਨਾਲ ਕਿ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਬੇਗਾਨਗੀ ਰਹੀ ਨਾ। ਚਲੋ ਮੇਰਾ ਖਿਆਲ ਹੈ ਵੀ ਜੇ ਇਹ ਗੱਲ ਚੱਲੀ ਆ, ਅੱਜ ਨਹੀਂ ਕੱਲ ਨਹੀਂ ਪਰਸੋਂ, ਕੁਛ ਨਾ ਕੁਛ ਇਹਦੇ ਤੇ ਵੀ ਹੋਊਗਾ। ਆਪਾਂ ਜੇ ਬਾਰਡਰ ਦੇ ਨਾਲ ਆ ਹੀ ਗਏ ਆ, ਪੰਜਾਬ 'ਚ ਹੁਣ ਆ ਗਏ ਤੇ ਫਿਰ ਪੰਜਾਬ ਦੀ ਰਾਜਨੀਤੀ ਦੀ ਗੱਲ ਵੀ ਕਰ ਲਈਏ। ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਬਿਆਸ ਚੱਲਣਾ ਹੀ। ਨਹੀਂ, ਬਿਆਸ ਤੇ ਹੁਣ ਮੁੱਖ ਮੰਤਰੀ ਸਾਹਿਬ ਗਏ ਨੇ, ਉਹ ਕਹਿੰਦੇ ਵੀ ਭਾਈ ਸਾਹਿਬ ਕਮਾਲ ਕਰ ਦਿੱਤੀ ਅਸੀਂ, ਉੱਥੇ ਜਿਹੜਾ ਇਨਫਰਾਸਟ੍ਰਕਚਰ ਹੈ ਭਾਵੇਂ ਕਿ ਬਣਾ ਕੇ ਡੇਰੇ ਨਹੀਂ ਦਿੱਤਾ। ਮੈਂ ਕਿਹਾ ਪਤਾ ਕਿ ਮੈਂ ਵੀ ਚੱਲਣਾ, ਕਿਉਂਕਿ ਤੁਸੀਂ ਤੇ ਲੀਡਰ, ਤੁਸੀਂ ਤੇ ਜਾਣਾ ਹੀ ਹੈ ਮੁੱਖ ਮੰਤਰੀ ਦੇ ਨਾਲ, ਵੀ ਮੈਂ ਬਿਆਸ ਚੱਲਣਾ ਹੀ। ਨਹੀਂ, ਪਰ ਚਲੋ ਇੱਕ ਗੱਲ ਆ ਵੀ ਜੇ ਇਨਫਰਾਸਟ੍ਰਕਚਰ ਆ, ਉਹ ਕਹਿੰਦੇ ਆ ਵੀ ਉਹ ਜਿਹੜਾ ਥਾਂ ਆ ਜਾਂ ਜਗ੍ਹਾ ਆ ਜਾਂ ਜੋ ਵੀ ਬਿਲਡਿੰਗ ਆ, ਵੀ ਉਹ ਡੇਰੇ ਨੇ ਬਣਾ ਕੇ ਦਿੱਤੀ, ਡੇਰਾ ਰਾਧਾ ਸਵਾਮੀ ਨੇ। ਹੁਣ ਉਹ ਬਣਾਉਣ ਤੋਂ ਬਾਅਦ ਜੇ ਉੱਥੋਂ ਦੇ ਲੋਕਾਂ ਨੂੰ, ਆਸੇ-ਪਾਸੇ ਦੇ ਲੋਕਾਂ ਨੂੰ ਫਾਇਦਾ ਹੋ ਜਾਊਗਾ, ਤੇ ਉਹਦਾ ਚਲੋ ਕ੍ਰੈਡਿਟ ਜਿਹੜਾ ਵੀ ਬੰਦਾ ABC ਇਸ ਵਕਤ ਸੀਗਾ ਕੁਰਸੀ ਤੇ ਲੈ ਗਿਆ, ਜੇ ਮੰਨ ਲਓ ਕੈਪਟਨ ਸਾਹਿਬ ਨਾ ਛੱਡਦੇ ਆ ਉਹਦਾ, ਤੇ ਫਿਰ ਉਹਨਾਂ ਨੇ ਉਦਘਾਟਨ ਕਰ ਦੇਣਾ ਸੀ। ਤੇ ਜੇ ਕੰਮ ਨਾ ਨਿਬੜਦਾ, ਕੱਲ ਨੂੰ ਬਾਈ ਸਰਕਾਰ ਬਦਲ ਜਾਂਦੀ ਤੇ ਜਿਹਨੇ ਨਵੇਂ ਮੁੱਖ ਮੰਤਰੀ ਨੇ ਆਉਣਾ ਸੀ ਉਹਨੇ ਕ੍ਰੈਡਿਟ ਲੈ ਜਾਣਾ ਸੀ। ਕ੍ਰੈਡਿਟ ਤੇ ਸਰਕਾਰਾਂ ਨੇ ਆਪਣੇ ਤੌਰ ਤੇ ਲੈਣਾ ਹੀ ਹੁੰਦਾ, ਪਰ ਚਲੋ ਇੱਕ ਗੱਲ ਤਾਂ ਹੈਗੀ ਵੀ ਜੇ ਕੋਈ ਇਨਫਰਾਸਟ੍ਰਕਚਰ ਬਣਦਾ ਜੀ ਤੇ ਐਟਲੀਸਟ ਲੋਕਾਂ ਨੂੰ ਬੈਨੀਫਿਟ ਤੇ ਹੈਗਾ। ਨਹੀਂ, ਬੈਨੀਫਿਟ ਹੈਗਾ ਜੀ, ਲੋਕਾਂ ਨੂੰ ਵੱਧ ਤੋਂ ਵੱਧ ਬਣਾਉਣਾ, SGPC ਵਾਲੇ ਬਣਾਉਣ, ਸਰਕਾਰ NGOs ਜਿੰਨੇ ਬਣਾਉਣ, ਸਰਵਿਸ ਮਿਲੇ ਲੋਕਾਂ ਨੂੰ। ਪਰ ਉੱਥੇ ਸੰਬੋਧਨ ਕਰਦਿਆਂ ਮਾਣਯੋਗ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇੱਕ ਗੱਲ ਆਖੀ, ਉਹ ਕਹਿੰਦੇ ਮੇਰਾ ਅਗਲਾ ਨਿਸ਼ਾਨਾ ਕੇਬਲ ਮਾਫੀਆ, ਜਿਹਦੇ ਬਾਬਤ ਨਵਜੋਤ ਸਿੰਘ ਸਿੱਧੂ ਹੋਰੀ ਵੀ ਚਰਚਾ ਕਰਦੇ ਹੁੰਦੇ ਕਿ ਪੰਜਾਬ ਦਾ ਕੇਬਲ ਮਾਫੀਆ, ਉਹ 'ਚੋਂ ਇੰਨੇ ਰੁਪਈਏ ਆ ਸਕਦੇ, ਆਹ ਫਾਈਲ ਪਈ ਹੈ। ਹੋ ਸਕਦਾ ਜਿਹੜੀ ਅਲਮਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰੱਖੀ ਸੀ ਕਿ ਸਿੱਧੂ ਦੀਆਂ ਫਾਈਲਾਂ ਰੱਖਣੀਆਂ, ਭਾਵੇਂ ਚਾਬੀ ਉਹ ਨਾਲ ਲੈ ਗਿਆ, ਹੁਣ ਜਿੰਦਾ ਤੋੜਨ ਨੂੰ ਕਿਹੜਾ ਦੇਰ ਲੱਗਦੀ ਹੈ, ਬਣਿਆ ਪਿਆ ਸਾਰਾ ਕੁਝ। ਹੁਣ ਉਹ ਕਹਿੰਦੇ ਮੇਰਾ ਅਗਲਾ ਟਾਰਗੇਟ ਆ ਕਿ ਮੈਂ ਕੇਬਲ ਮਾਫੀਆ ਨੂੰ ਖਤਮ ਕਰਨਾ, ਦੇਖੀ ਜਾਓ ਕੀ ਹੁੰਦਾ। ਬਹੁਤ ਵਧੀਆ ਗੱਲ ਹੈ, ਘੱਟੋ ਘੱਟ ਪੰਜਾਬ ਦਾ ਇੱਕ ਚੀਫ ਮਿਨਿਸਟਰ ਇਹਨਾਂ ਮੁੱਦਿਆਂ ਤੇ ਗੱਲ ਤਾਂ ਕਰਦਾ। ਉਹ ਕਹਿੰਦੇ ਜੀ ਬੇਅਦਬੀ ਵਾਲਾ ਪਾਈਪਲਾਈਨ 'ਚ ਕਰ ਰਹੇ ਆ ਕੰਮ, ਨਸ਼ੇ ਵਾਲਾ ਛੱਡਣਾ ਕੋਈ ਨਹੀਂ, ਅਗਲਾ ਟਾਰਗੇਟ ਕੇਬਲ ਵਾਲਾ ਤੇ ਰੇਤਾ ਵਾਲਾ ਤਾਂ ਕੰਮ ਕਹਿੰਦੇ ਕਰ ਦਿੱਤਾ। ਸੰਧਾਲੀਆ ਸਾਹਿਬ, ਇੱਥੇ ਇੱਕ ਝੋਲ ਹੈ ਜਿਹੜਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈ। ਹੁਣ ਨਸ਼ੇ ਵਾਲੇ ਮੁੱਦੇ ਤੇ ਸਾਨੂੰ ਨਹੀਂ ਪਤਾ ਕਿ ਕਦੋਂ ਕੀ ਖੁੱਲਣਾ ਹੈ, ਪਰ ਪੰਜਾਬ ਦੇ ਲੋਕਾਂ ਦੀ ਤਸੱਲੀ ਨਹੀਂ ਹੈ। ਦੂਸਰੀ ਗੱਲ, 36,000 ਕੱਚੇ ਕਰਮਚਾਰੀ ਪੱਕੇ ਕਰਨੇ ਸੀ, ਬਹੁਤ ਵਧੀਆ ਗੱਲ ਹੈ। ਅਸੀਂ ਕਹਿੰਦੇ ਕਿ ਆਉਂਦੇ ਹੀ ਜੇ ਏਡਾ ਵੱਡਾ ਕਦਮ ਚੱਕਿਆ ਤਾਂ ਵਧੀਆ ਹੈ, ਪਰ ਉਹਦਾ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਹਰ ਮਹਿਕਮੇ ਦੇ ਬੰਦੇ ਈਮੇਲ ਕਰਦੇ, ਟੈਲੀਫੋਨ ਕਰਦੇ, ਜੀ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ 36,000 'ਚ ਅਸੀਂ ਹੈਗੇ ਆ ਕਿ ਨਹੀਂ, ਜਾਂ 36,000 ਦੇ ਵਿੱਚ ਕੌਣ ਆ ਗਿਆ ਤੇ ਕੌਣ ਰਹਿ ਗਿਆ। ਕਿਉਂਕਿ ਆਪਾਂ ਜਦੋਂ ਕੋਈ ਫੈਸਲਾ ਕਰਦੇ ਹਾਂ ਤਾਂ ਸਾਰੀ ਪੁਣਛਾਣ ਕਰਕੇ ਕਰਦੇ ਹਾਂ, ਫੈਸਲਾ ਕਰਨ ਤੋਂ ਬਾਅਦ ਪੁਣਛਾਣ ਨਹੀਂ ਕਰਦੇ। ਹੁਣ ਤਾਂ ਵਿਧਾਨ ਸਭਾ ਦੇ ਵਿੱਚ ਪਾਸ ਹੋਏ ਨੂੰ ਕਿੰਨੇ ਦਿਨ ਹੋ ਗਏ, ਅਜੇ ਤੱਕ ਨੋਟੀਫਿਕੇਸ਼ਨ ਜਾਰੀ ਕਾਹਤੋਂ ਨਹੀਂ ਹੋਇਆ ਕਿ ਭਾਈ ਕਹਾਣੀ ਕਿੱਧਰ ਹੈ। ਇਹਦੇ ਨਾਲ ਇੱਕ ਬਹੁਤ ਵੱਡਾ ਰੌਲਾ ਕਿ ਐਲਾਨ ਤਾਂ ਕਰ ਦਿੰਨੇ ਹੋ, ਕੀ ਇੰਪਲੀਮੈਂਟ ਹੋਇਆ? ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਫਿਰ ਇੱਕ ਪੋਸਟ ਸੀ ਕਿ ਭਾਈ ਸਾਨੂੰ ਨਹੀਂ ਮਿਲਿਆ 15 ਰੁਪਏ ਨੂੰ ਵੀ ਰੇਤਾ, ਮੁੜ ਕੇ ਕਹਿੰਦੇ 23 ਨੂੰ ਵੀ ਰੇਤਾ। ਹੁਣ ਰੌਲਾ ਤੇ ਇਹੀ ਹੈ ਨਾ। ਇਹ ਗੱਲ ਵਾਕਈ ਧਿਆਨ ਮੰਗਦੀ ਹੈ। ਦੇਖੋ ਮੁੱਖ ਮੰਤਰੀ ਚੰਨੀ ਸਾਹਿਬ ਜਦੋਂ ਵੀ ਗੱਲ ਕਰਦੇ ਉਹ ਕਹਿੰਦੇ ਮੈਂ ਆਮ ਬੰਦਾ ਵੀ, ਮੈਂ ਤਾਂ ਤੁਹਾਡੇ ਚੋਂ ਨਿਕਲਿਆ ਯਾਰ, ਮੈਂ ਨਹੀਂ ਕੋਈ ਮੰਨਦਾ ਕਿਸੇ ਦੀ ਗੱਲ। ਪਰ ਮੈਨੂੰ ਇਹ ਲੱਗਦਾ ਵੀ ਆਪਾਂ ਚਲੋ ਇੱਕ ਦੇਸੀ ਉਦਾਹਰਨ ਹੀ ਦੇ ਦਿੰਦੇ ਆ। ਕਿਸੇ ਵੇਲੇ ਹੁੰਦਾ ਨਾ ਵੀ ਉਹ ਘਰੇ ਆ ਗਿਆ ਮੁੰਡਾ, ਹਾਂ ਪੁੱਤ ਕੀ ਕਰ ਆਇਆ, ਮੈਂ ਬੇਬੇ ਕਣਕ ਬੀਜ ਆਇਆ ਹੀ, ਵੀ ਕਣਕ ਬੀਜ ਆਇਆ। ਉਦੋਂ ਬਾਅਦ ਅਗਲਾ ਕੋਈ ਗੁਆਂਢੀ ਆਇਆ, ਉਹਨੇ ਕਿਹਾ ਵੀ ਉਹ ਮੁੰਡਾ ਆ ਗਿਆ ਘਰੇ, ਕਹਿੰਦਾ ਹਾਂ। ਉਹ ਕਹਿੰਦਾ ਕਣਕ ਬੀਜ ਆਇਆ, ਤੇ ਉੱਥੇ ਕਹਿੰਦਾ ਹਾਂ ਕਣਕ ਤੇ ਬੀਜ ਆਇਆ। ਉਹ ਕਹਿੰਦਾ ਵੀ ਪੈੜੀ ਵਾਹੀ ਆ, ਉਦੋਂ ਬਾਅਦ ਛੱਟਾ ਦਿੱਤਾ ਤੇ ਫਿਰ ਕਹਿੰਦੇ ਫੇਰ ਕਣਕ ਬੀਜੀ ਗਈ ਨਾ, ਪਹਿਲਾਂ ਪੈਲੀ ਵਾਹੀ, ਫਿਰ ਜੇ ਮੰਨ ਲਓ ਛੱਟਾ ਦਿੱਤਾ, ਫਿਰ ਸੁਹਾਗਾ ਵੀ ਫੇਰਨਾ ਸੀ, ਸੁਹਾਗਾ ਫੇਰ ਕੇ ਫਿਰ ਵੱਟਾਂ ਵੀ ਪਾਉਣੀਆਂ ਸੀ,
ਵਟਾਂ ਪਾਉਣ ਤੋਂ ਬਾਅਦ ਫਿਰ ਇਹ ਕਰਨਾ ਹੁੰਦਾ ਵੀ ਠੀਕ ਆ, ਹੁਣ ਕਿਆਰੇ ਬਣ ਗਿਆ, ਪੈਲੀ ਪੱਧਰੀ ਆ, ਸੁਹਾਗਾ ਦਿੱਤਾ ਹੈਗਾ, ਗੱਲ ਨਿਬੜ ਗਈ, ਆਪਾਂ ਵੱਤ ਵੀ ਦੱਬ ਲਈ। ਹੁਣ ਇਹ ਗੱਲ ਜਾਪਦੀ ਉੱਦਾਂ ਜਿਹੀ ਹੈ। ਜੇ ਆਪਾਂ ਗੱਲ ਕਰੀਏ ਬਿਜਲੀ ਸਮਝੌਤਿਆਂ ਦੀ, ਆਪਾਂ ਨਹੀਂ ਕਹਿੰਦੇ, ਚੰਨੀ ਸਾਹਿਬ ਦੇ ਵਿਰੋਧੀ ਕਹਿੰਦੇ ਨੇ, ਚੀਮਾ ਸਾਹਿਬ, ਹਰਪਾਲ ਸਿੰਘ ਚੀਮਾ ਸਾਹਿਬ, ਉਹ ਕਹਿੰਦੇ ਵੀ ਦੇਖੋ ਜੀ ਬਹੁਤ ਝੂਠੇ ਮੁੱਖ ਮੰਤਰੀ, ਕਹਿੰਦੇ ਬਿਜਲੀ ਦੀ ਗੱਲ ਕਰਦੇ ਸੀ, ਕੋਈ ਸਮਝੌਤਾ ਰੱਦ ਨਹੀਂ ਕੀਤਾ ਇਹਨਾਂ ਨੇ, ਜੇ ਨਹੀਂ ਕੀਤਾ ਤੇ ਦੱਸ ਦੇਣ। ਇਹੀ ਗੱਲ ਮਜੀਠੀਆ ਸਾਹਿਬ ਕਹਿੰਦੇ ਸੀ ਵੀ ਪੋਸਟਰ ਲਵਾ ਲਏ ਆ, ਸਮਝੌਤਾ ਰੱਦ ਨਹੀਂ ਹੋਇਆ। ਰੇਤਾ ਦੀ ਗੱਲ ਤੁਸੀਂ ਆਲਰੇਡੀ ਦੱਸਤੀ ਵੀ 5.5 ਰੁਪਏ ਨੂੰ ਦਰਿਆ ਪੇ ਰੇਤਾ ਮਿਲਣਾ, ਇਹੀ ਕਹਿੰਦੇ ਸੀ, ਉਹ ਮਿਲ ਨਹੀਂ ਰਿਹਾ, ਕਹਿੰਦੇ 5.5 ਰੁਪਏ ਨੂੰ ਦਰਿਆ ਤੇ ਰੇਤਾ। ਦੂਜੀ ਹੁਣ 36,000 ਜਿਹੜੇ ਅਧਿਆਪਕ ਸੀ ਜਾਂ ਕੱਚੇ ਮੁਲਾਜ਼ਮ ਸੀ ਉਹ ਵੀ ਨਹੀਂ ਪੱਕੇ ਹੋਏ। ਮਤਲਬ ਇਹ ਨਾ ਹੋਵੇ ਵੀ ਆਪਾਂ ਅੱਗੇ ਵਾਹ ਕੇ ਤੇ ਛੱਟਾ ਦਈਏ ਨਾ ਦਈਏ ਤੇ ਆਪਾਂ ਕਹਿੰਦੇ ਆ ਵੀ ਲੈ ਵੀ ਐਤਕੀ ਬੀਜਤੀ ਉਹ ਕਣਕ ਤੇ ਸੁਹਾਗਾ ਮਾਰਨ ਵਾਲਾ ਤੇ ਵਟਾਂ ਪਾਉਣ ਵਾਲੀਆਂ ਆਪਣੀਆਂ ਰਹਿ ਜਾਣ, ਫਿਰ ਉਹ ਬੀਜੀ ਨਹੀਂ ਜਾਣੀ। ਪਿਛਲੇ ਦਿਨੀ ਨਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਕਿਹਾ ਸੀ ਕਿ ਸਾਡਾ ਫਿਰ ਮੂੰਹ ਨਾ ਖੁੱਲਾ ਲਓ, ਤੁਹਾਡੇ ਇਸ਼ਤਿਹਾਰਾਂ ਦੇ ਉੱਤੇ ਜਿਹੜੇ ਖਰਚੇ ਆ ਜੀ ਅਸੀਂ ਉਹਦੀ ਜਾਂਚ ਪੜਤਾਲ ਤੇ ਲਾਪਿਆ ਤਾਂ ਔਖੇ ਹੋਵਾਂਗੇ। ਇਦਾਂ ਹੀ ਉਸੇ ਪਾਰਟੀ ਨੂੰ ਜਿਹਨੇ ਅਦਾਲਤ ਨੇ ਦਬਕਾ ਮਾਰਿਆ, ਉਸੇ ਪਾਰਟੀ ਦੇ ਪੰਜਾਬ ਦੇ ਵੱਡੇ ਲੀਡਰ ਨੇ ਹਰਪਾਲ ਸਿੰਘ ਚੀਮਾ, ਉਹ ਕਹਿੰਦੇ ਲੱਖਾਂ ਕਰੋੜਾਂ ਰੁਪਈਆ ਝੂਠੇ ਇਸ਼ਤਿਹਾਰਾਂ ਦੇ ਉੱਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਖਰਚਿਆ। ਤੇ ਇੱਕ ਗੱਲ ਦੇ ਨਾਲ ਨਿਸ਼ਾਨੇ ਹਰਪਾਲ ਸਿੰਘ ਚੀਮਾ ਨੇ ਦੋ ਲਾਏ। ਉਹਨਾਂ ਨੇ ਇਹ ਸ਼ਬਦ ਨਹੀਂ ਵਰਤਿਆ ਕਿ ਜਿਹੜੇ ਚੰਨੀ ਸਾਹਿਬ ਝੂਠੇ ਮੁੱਖ ਮੰਤਰੀ, ਉਹ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲੋਂ ਵੀ ਝੂਠੇ ਨੇ। ਮਤਲਬ ਇਹ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਾਹਤ ਦੀ ਖਬਰ ਸੀ, ਜਾਨੀ ਇਹ ਨਹੀਂ ਸਮਝੇ, ਜਾਨੀ ਉਹਨਾਂ ਨੇ ਕਿੱਥੋਂ, ਉਹ ਕਹਿੰਦੇ ਜੀ ਗੱਲ ਕੀ, ਉਹ ਕਹਿੰਦੇ ਜੀ ਪਹਿਲੀ ਗੱਲ ਤੁਸੀਂ ਪੰਜਾਬ 'ਚ ਥਾਂ-ਥਾਂ ਦੇ ਉੱਤੇ ਸਰਕਾਰੀ ਪੈਸੇ, ਜਾਨੀ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਲੱਗੇ ਇਸ਼ਤਿਹਾਰ ਦੇਖੋ, ਅਖਬਾਰਾਂ 'ਚ ਇਸ਼ਤਿਹਾਰ ਦੇਖੋ, ਇਲੈਕਟ੍ਰੋਨਿਕ ਮੀਡੀਆ 'ਚ ਇਸ਼ਤਿਹਾਰ ਦੇਖੋ ਕਿ ਅਸੀਂ ਬਿਜਲੀ ਸਮਝੌਤੇ ਰੱਦ ਕਰ ਦਿੱਤੇ। ਉਹ ਕਹਿੰਦੇ ਜੀ ਬਿਜਲੀ ਸਮਝੌਤਾ ਰੱਦ ਹੀ ਕੋਈ ਨਹੀਂ ਹੋਇਆ, ਸਗੋਂ ਬਿਜਲੀ ਸਮਝੌਤੇ ਕਾਇਮ ਨੇ, ਉਹਨਾਂ ਦੀ ਕੀਮਤ ਜਿਹੜੀ ਹੈ ਉਹ ਪੁਨਰ ਨਿਰਧਾਰਿਤ ਹੋਣੀ ਹੈ ਜੇ ਕੀਮਤ ਰੱਦ ਕੀਤੀ ਹੈ, ਤੇ ਬਿਲਕੁਲ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਝੂਠੇ ਇਸ਼ਤਿਹਾਰ ਦਿੱਤੇ ਜਾ ਰਹੇ। ਜਾਨੀ ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਤੱਕ ਦੇ ਪੰਜਾਬ ਦੇ ਸਭ ਤੋਂ ਝੂਠੇ ਮੁੱਖ ਮੰਤਰੀ ਅਸੀਂ ਨਹੀਂ ਕਹਿੰਦੇ, ਭਲਕੇ ਨੋਟੀਫਿਕੇਸ਼ਨ ਆ ਜਾਵੇ 36,000 ਕੱਚਾ ਬੰਦਾ ਪੱਕਾ ਹੋ ਜਾਣਾ, ਅੱਜ ਵੀ ਆ ਸਕਦਾ, ਉਹ ਵਾਦਾ ਵਫਾ ਹੋ ਜੂ। ਭਲਕੇ ਉਹ ਆਪਣੇ ਸਾਰੇ ਐਸਐਸਪੀਜ਼ ਨੂੰ, ਮਾਈਨਿੰਗ ਆਫੀਸਰਸ ਨੂੰ ਕਹਿ ਦੇਣ ਕਿ ਭਾਈ ਆਪ ਦਰਿਆ ਤੇ ਖੜ ਜਾਓ ਜਾ ਕੇ, 5.5 ਰੁਪਏ ਨੂੰ ਰੇਤਾ ਜਾਊਗਾ, ਠੀਕ ਹੈ, ਕਿਰਾਇਆ ਭਾੜਾ ਵੱਖਰਾ। ਫਿਰ ਪੰਜਾਬ ਦੇ ਲੋਕਾਂ ਨੂੰ ਆ ਸੋਸ਼ਲ ਮੀਡੀਆ ਤੇ ਟਿੱਪਣੀਆਂ ਨਹੀਂ ਲਿਖਣੇ ਪੈਣਗੀਆਂ ਸਾਨੂੰ 33 ਰੁਪਏ ਮਿਲਦਾ ਜੀ, ਜਾਂ ਸਾਨੂੰ ਮਿਲਦਾ ਹੀ ਨਹੀਂ। ਪਹਿਲੀ ਗੱਲ ਹੈ ਕਿ ਮਿਲੇ ਕਿਉਂ ਨਾ ਬਈ, ਜਦ ਖੱਡਾਂ ਸਾਡੇ ਕੋਲ ਨੇ, ਰੇਤਾ ਸਾਡੇ ਕੋਲ ਹੈ, ਕਿਸੇ ਦੀ ਕੀ ਹਿੰਮਤ ਹੈ ਕਿ ਭਾਈ ਉਹ ਰੇਤਾ ਨਾ ਦੇਵੇ। ਜੇ ਦੇਸ਼ ਦੇ ਪ੍ਰਧਾਨ ਮੰਤਰੀ 18 ਮਿੰਟਾਂ ਦੇ ਭਾਸ਼ਣ ਦੇ ਵਿੱਚ ਆ ਕੇ 3 ਖੇਤੀ ਕਾਨੂੰਨ ਰੱਦ ਕਰ ਸਕਦੇ ਆ, ਆ ਖੱਡਾਂ ਖੁੱਡਾਂ ਵਾਲਾ ਕੰਮ ਵੀ ਤਾਂ ਹੋ ਹੀ ਸਕਦਾ ਇੱਧਰ ਉੱਧਰ ਕਿ ਭਾਈ ਜੇ ਕੋ ਮੋਰੇ ਅੜਦਾ ਤਾਂ ਫਿਰ ਆਪਾਂ ਦੂਸਰੇ ਪਾਸੇ ਨੂੰ ਕੰਮ ਲੈ ਜਾਈਏ। ਤੀਸਰੀ ਗੱਲ ਸੰਧਾਲੀਆ ਸਾਹਿਬ ਇੱਕ ਜਿਹੜੀ ਬਹੁਤ ਇੰਪੋਰਟੈਂਟ ਆ, ਲੋਕ ਰਿਜ਼ਲਟ ਚਾਹੁੰਦੇ ਆ। ਜਦੋਂ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਜਿਹੜੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੇ ਬਾਬਤ ਗੁਰਪ੍ਰੀਤ ਸਿੰਘ ਸੰਧਾਲੀਆ ਨੇ ਸ਼ਬਦ ਵਰਤਿਆ ਕਿ ਜੇ ਉਹ ਨਾ ਜਾਂਦੇ ਉਹ ਕਿਤੇ ਆਪੇ ਹੀ ਗਏ ਆ, ਯਾਨੀ ਜੇ ਉਹ ਨਾ ਜਾਂਦੇ ਅਹੁਦੇ ਤੋਂ ਤਾਂ ਫਿਰ ਉਹਨਾਂ ਨੇ ਉਦਘਾਟਨ ਕਰਨਾ ਸੀ। ਵਾਹ ਬਈ ਵਾਹ ਗੁਰਪ੍ਰੀਤ ਸਿੰਘ ਸੰਧਾਲੀਆ। ਮੈਂ ਤੇ ਅਗਲੀ ਗੱਲ ਵੀ ਕਹੀ ਹੈ, ਮੈਂ ਕਿਹਾ ਵੀ ਜੇ ਉਦੋਂ ਤੱਕ ਬਿਲਡਿੰਗ ਨਾ ਬਣਦੀ, ਜਿਹੜਾ ਅਗਲਾ ਮੁੱਖ ਮੰਤਰੀ ਆਉਂਦਾ ਫਿਰ ਉਹਨੇ ਵੀ ਕਰਨਾ ਸੀ। ਕੁੱਲ ਮਿਲਾ ਕੇ ਤੇ ਗੱਲ ਪਤਾ ਕੀ ਹੈ WhatsApp, ਕ੍ਰੈਡਿਟ ਦੌੜੀ ਆ, ਜਿਹਨੂੰ ਮਿਲ ਗਿਆ ਕ੍ਰੈਡਿਟ ਕਹਿੰਦਾ ਲੈ ਮੇਰੇ ਕਿਹੜਾ ਹੁੰਦਾ। ਵੈਸੇ ਚੰਨੀ ਸਾਹਿਬ ਨੇ ਇੱਕ ਕ੍ਰੈਡਿਟ ਹੋਰ ਵੀ ਲਿਆ। ਮੈਂ ਕਿਹਾ ਵੀ ਤੁਸੀਂ ਇਹ ਨਾ ਕਹੋ ਵੀ ਉਹ ਆਖੇ ਵੀ ਅਸੀਂ ਇਦਾਂ ਥੋੜਾ ਵੀ ਸਾਰੇ ਕੰਮ ਕਿਤੇ ਨਹੀਂ ਕੀਤੇ। ਦੇਖੋ ਕਹਿੰਦੇ ਵੀ ਏਜੀ ਸਾਹਿਬ ਬਦਲ ਦਿੱਤੇ ਗਏ, ਪਟਵਾਲੀਆ ਸਾਹਿਬ ਨਵੇਂ ਲਾ ਦਿੱਤੇ ਨੇ, ਤੇ ਡੀਜੀਪੀ ਸਾਹਿਬ ਦੀ ਤਿਆਰੀ ਆ, ਬਸ ਕਿਤੇ ਦਿਨ 2 ਨਹੀਂ ਕਿ 4 ਲਾ ਲਓ। ਹੁਣ ਸੰਧਾਲੀਆ ਸਾਹਿਬ ਇੱਥੇ ਵੀ ਰੌਲਾ ਮੈਂ ਦੱਸਣ ਪੁੱਛਣ ਵਾਲਾ ਨੇ, ਜਿੱਦਣ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆ 3 ਬੰਦਿਆਂ ਦੇ ਨਾਂ ਚੱਲੇ ਕਿ ਉਹਨਾਂ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਲਾਉਣਾ, ਕਿਉਂਕਿ ਪਿਛਲੇ 1.5 ਸਾਲ ਦੇ ਵਿੱਚ ਭਾਵੇਂ ਉਹ ਸੁਨੀਲ ਜਾਖੜ ਸਾਹਿਬ ਸੀ, ਭਾਵੇਂ ਉਹ ਪ੍ਰਤਾਪ ਸਿੰਘ ਬਾਜਵਾ ਹੋਣੀ ਸੀ, ਵਿਰੋਧੀ ਪਾਰਟੀਆਂ ਵਾਲਿਆਂ ਨੇ ਤਾਂ ਕਹਿਣਾ ਹੀ ਸੀ, ਸਾਰੇ ਬੰਦੇ ਕਹਿੰਦੇ ਸੀ, ਨਵਜੋਤ ਸਿੰਘ ਸਿੱਧੂ ਤਾਂ ਬਾਰ-ਬਾਰ ਕਹਿੰਦੇ ਸੀ ਕਿ ਪੰਜਾਬ ਦੇ ਐਡਵੋਕੇਟ ਜਨਰਲ ਜਿਹੜੇ ਪਿਛਲੇ ਸੀ ਕਿ ਉਹ ਬਹੁਤ ਮਾੜੇ ਨੇ। ਪਿਛਲੇ ਤੋਂ ਪਿਛਲੇ, ਹਾਂ ਪਿਛਲੇ ਮਾਫ ਕਰਨਾ ਮਾਰੇ, ਪਿਛਲੇ ਤੋਂ ਪਿਛਲੇ ਤਾਂ ਹੁਣ APS ਕੈਪਟਨ ਸਾਹਿਬ ਦੇ ਸਮੇਂ ਵਾਲੇ, ਹਾਂ ਵੀ ਉਹ ਬਹੁਤ ਮਾੜੇ ਸੀ, ਉਹ ਜਾ ਕੇ ਪੈਰਵਾਈ ਨਹੀਂ ਸੀ ਕਰਦੇ। ਮੈਨੂੰ ਸੰਧਾਲੀਆ ਸਾਹਿਬ ਇੱਕ ਗੱਲ ਨਹੀਂ ਸਮਝ ਆਈ ਕਿ ਜੇ ਪੰਜਾਬ ਦੇ ਕੋਲ ਆਪਣੇ ਐਡਵੋਕੇਟ ਜਨਰਲ ਨੇ, ਕਾਬਿਲ ਐਡਵੋਕੇਟ ਜਨਰਲ, ਜੇ ਸਾਡੇ ਕੋਲੇ ਸਰਕਾਰੀ ਵਕੀਲਾਂ ਦੀ ਫੌਜ ਹੈ ਜਿਨ੍ਹਾਂ ਨੂੰ ਅਸੀਂ ਪੈਸੇ ਦਿੰਨੇ ਆ, ਪੰਜਾਬ ਦੇ ਲੋਕਾਂ ਦੇ ਟੈਕਸ ਚੋਂ ਪੈਸੇ ਦਿੰਨੇ ਆ, ਫਿਰ ਕੋਈ ਵੀ ਕੇਸ ਹੋਵੇ ਵੱਡਾ ਇੰਪੋਰਟੈਂਟ ਕੇਸ, ਅਸੀਂ ਵਕੀਲ ਦਿੱਲੀੋਂ ਕਦੋਂ ਲੈ ਕੇ ਆਉਂਦੇ ਆ? ਜਾਣੀ ਉਹਦਾ ਮਤਲਬ ਕੀ ਹੈ? ਕਿ ਸਾਡੇ ਕੋਲੇ ਸਰਕਾਰੀ ਵਕੀਲਾਂ ਦੀ ਗਿਣਤੀ ਥੋੜੀ ਹੈ, ਜਾਂ ਜਿਹੜੇ ਵੱਡੇ ਕੇਸ ਨੇ ਸਾਡੇ ਸਰਕਾਰੀ ਵਕੀਲਾਂ ਦੀ ਸਮਝ ਤੋਂ ਬਾਹਰ ਨੇ? ਜਾਣੀ ਕਹਾਣੀ ਕੀ ਹੈ? ਜਾਂ ਲੋਕਾਂ ਨੂੰ ਤਾਂ ਨਹੀਂ, ਕਿੰਨੀ ਵਾਰੀ ਕਹਾਂ ਅਸੀਂ ਤਾਂ ਜੀ ਵਕੀਲ ਵੀ ਦਿੱਲੀੋਂ ਕੀਤੇ ਆ, ਉਹ ਯਾਰ ਆਪਣੇ ਵਾਲੇ ਦਿੱਲੀੋਂ ਪੜ੍ਹਾ ਲਓ ਫੇ। ਵੈਸੇ ਗੱਲ ਹੀ ਹੈ ਨਾ ਇੱਕ ਵੀ, ਜਾਣੀ ਦਿੱਲੀ ਵਾਲਾ ਵਕੀਲ
ਲੋਕਾਂ ਦੇ ਟੈਕਸ 'ਚੋਂ ਪੈਸੇ ਦੇਣੇ ਆ, ਜਦ ਕਿ ਪਹਿਲਾਂ ਹੀ ਤੁਸੀਂ ਆਪਣੇ ਵਕੀਲਾਂ ਨੂੰ, ਐਡਵੋਕੇਟ ਜਨਰਲ ਸਾਹਿਬ ਨੂੰ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਤਨਖਾਹ ਦਿੰਦੇ ਆ। ਇਹ ਕਹਾਣੀ ਮੇਰੀ ਸਮਝ ਤੋਂ ਵੀ ਬਾਹਰ ਹੈ ਕਿ ਜੇ ਪਰਲੇ ਪਾਸੇ ਲਖੀਮਪੁਰ ਖੀਰੀ ਵਾਲੀ ਘਟਨਾ ਘਟੀ ਹੈ, ਯੂਪੀ ਸਰਕਾਰ ਵੀ ਦਿੱਲੀੋਂ ਵਕੀਲ ਆਈ ਵੱਡਾ, ਇਧਰ ਪੰਜਾਬ ਦੇ ਵਿੱਚ ਕੋਈ ਵੱਡਾ ਕੇਸ ਹੁੰਦਾ, ਪੰਜਾਬ ਸਰਕਾਰ ਵੀ ਦਿੱਲੀੋਂ ਵਕੀਲ ਆਈ ਵੱਡਾ। ਜਾਣੀ ਕਹਾਣੀ ਕੀ ਹੈ ਕਿ ਸਾਡੇ ਵਕੀਲ ਉਹਨਾਂ ਕੇਸਾਂ ਨੂੰ ਲੜ ਨਹੀਂ ਸਕਦੇ, ਜਾਂ ਉਹ ਮਿਹਨਤ ਨਹੀਂ ਕਰਦੇ, ਜਾਂ ਤੁਹਾਨੂੰ ਆਪਣੇ ਬੰਦਿਆਂ ਤੇ ਯਕੀਨ ਨਹੀਂ। ਵੈਸੇ ਜਿਹੜੇ ਬੰਦੇ ਹੁਣ ਲਾਏ ਗਏ ਆ, ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਚਾਹੁੰਦੇ ਸੀ ਕਿ ਐਡਵੋਕੇਟ ਜਨਰਲ ਪਹਿਲੇ ਦਿਨ ਹੀ ਇਹ ਲੱਗਣ, ਅਖਬਾਰਾਂ 'ਚ ਫੋਟੋ ਤੱਕ ਛਪ ਗਈਆਂ ਸੀ, ਪਰ ਆਖਰੀ ਮੌਕੇ ਤੇ ਕੰਮ ਚੇਂਜ ਹੋਇਆ। ਹੁਣ ਡੀਜੀਪੀ ਕਿਹਦੀ ਪਸੰਦ ਦਾ ਲੱਗੂਗਾ, ਇੰਤਜ਼ਾਰ ਰਹੂਗਾ। ਹਾਂ, ਲੋਕਾਂ ਦੀ ਪਸੰਦ ਆਵੇ ਤਾਂ ਬਹੁਤ ਵਧੀਆ। ਚਲੋ ਮੈਂ ਨਾ ਕਿਸੇ ਦੀ ਪਸੰਦ ਦਾ ਲਾ ਲੈਣਾ, ਪਰ ਇਹਨਾਂ ਵੀ ਭਲਾ ਲੋਕਾਂ ਦਾ ਹੋ ਜਵੇ, ਕਿਉਂਕਿ ਕੁੱਲ ਮਿਲਾ ਕੇ ਲੋਕਾਂ ਨੇ ਕਿਹੜਾ ਵੀ ਆ ਡੀਜੀਪੀ ਜਾਂ ਏਜੀ ਸਾਹਿਬ ਨਾਲ ਬਹਿ ਕੇ ਰੋਟੀ ਖਾਣੀ, ਉਹਨਾਂ ਦੇ ਕੰਮ ਹੀ ਕਰਾਉਣੇ ਆ ਵੀ ਯਾਰ ਉੱਪਰ ਕੰਮ ਸਾਰੇ ਮਸਲੇ ਹੱਲ ਹੁੰਦੇ ਰਹਿਣ। ਪਰ ਇੱਕ ਚੀਜ਼ ਆਪਾਂ ਭੁੱਲ ਨਾ ਜਾਈਏ, ਜਾਖੜ ਸਾਹਿਬ ਨੇ ਹੁਣ ਗੱਲ ਕਹੀ, ਉਹ ਕਹਿੰਦੇ ਵੀ ਵੱਡੇ ਬਾਦਲ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਕਿਸਾਨਾਂ ਤੋਂ। ਨਾਲ ਉਹਨਾਂ ਨੇ ਕੈਪਟਨ ਸਾਹਿਬ ਦੀ ਗੱਲ ਕੀਤੀ, ਪਰ ਉਹ ਕਿਸੇ ਹੋਰ ਮਾਮਲੇ 'ਚ ਆ। ਮੈਂ ਇਹ ਬੜਾ ਹੈਰਾਨ ਸੀ ਵੀ ਜਾਖੜ ਸਾਹਿਬ ਹੁਣ ਉਦੋਂ ਦੇ ਤਾਂ ਵੈਸੇ ਚੁੱਪ ਸੀ, ਪਰ ਜਦੋਂ ਵੀ ਕਿਤੇ ਟਵੀਟ ਕਰਦੇ ਸੀ ਆਪਣੀ ਪਾਰਟੀ ਦੇ ਦੁਆਲੇ ਦੁਆਲੇ ਹੋ ਕੇ ਕਰਦੇ ਸੀ। ਪਰ ਅਚਾਨਕ ਵੱਡੇ ਬਾਦਲ ਸਾਹਿਬ ਦੇ ਖਿਲਾਫ ਇਹ ਵਾਲਾ ਬਿਆਨ ਦੇਣਾ ਉਹਨਾਂ ਵੱਲੋਂ, ਖਾਸ ਕਰਕੇ ਉਹਨਾਂ ਨੇ ਪੂਰੇ ਅਕਾਲੀ ਦਲ ਬਾਰੇ ਕਹਿਤਾ ਵੀ ਇਹਨਾਂ ਦੀ ਮਜਬੂਰੀ ਦੇ ਵਿੱਚ ਉਦੋਂ ਜਾ ਕੇ ਖਹਿੜਾ ਛਡਾਇਆ ਜਦੋਂ ਉਹਨਾਂ ਨੂੰ ਪਤਾ ਸੀ ਯਾਰ ਹੁਣ ਤਾਂ ਫਸ ਗਏ, ਤੇ ਮਾਫੀ ਇਹਨਾਂ ਨੂੰ ਇਹ ਮੰਗਣੀ ਚਾਹੀਦੀ ਆ ਵੀ ਕਿਉਂਕਿ ਸਾਰਾ ਕੀਤਾ ਕਰਾਇਆ ਇਹਨਾਂ ਦਾ ਸੀ। ਦੇਖੋ, ਜਾਖੜ ਸਾਹਿਬ ਨਾ ਪੰਜਾਬ ਦੇ ਵਿੱਚ ਬੜੀ ਅਜੀਬ, ਕਸੂਤੀ, ਵਿਪਰੀਤ ਸਿਆਸੀ ਸਥਿਤੀ 'ਚ ਫਸੇ ਹੋਆ। ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੂੰ ਇਸ ਗੱਲ ਦਾ ਮਾੜਾ ਮੋਟਾ ਗੁੱਸਾ ਤਾਂ ਹੋਣਾ ਹੀ ਆ, ਮਾੜਾ ਮੋਟਾ ਹੀ। ਮੈਂ ਦੱਸਣ ਲੱਗਿਆ ਗੱਲ ਜਿਹੜੀ ਅਸਲ, ਕਿ ਜਦੋਂ ਤਾਂ ਭਾਈ ਅਕਾਲੀ ਬਹੁਤ ਗੁੱਸੇ 'ਚ ਸੀ ਤੇ ਬੜੇ ਅਗਰੈਸਿਵ ਚੱਲਦੇ ਸੀ, ਤਾਂ ਮੇਰੇ ਹਲਕੇ 'ਚ ਆ ਕੇ ਸੁਖਬੀਰ ਸਿੰਘ ਬਾਦਲ ਰੈਲੀਆਂ ਕਰਦੇ, ਉਨੀ ਦੇਰ ਤੁਸੀਂ ਮੈਨੂੰ ਪ੍ਰਧਾਨ ਬਣਾ ਰੱਖਿਆ ਕਾਂਗਰਸ ਦਾ, ਉਨੀ ਦੇਰ ਤੁਸੀਂ ਮੈਨੂੰ ਕਾਂਗਰਸ ਦਾ ਪ੍ਰਧਾਨ ਬਣਾ ਰੱਖਿਆ। ਤੁਹਾਨੂੰ ਯਾਦ ਹੋਣਾ ਜਾਖੜ ਸਾਹਿਬ ਦੇ ਹਲਕੇ ਜਾ ਕੇ ਕਹਿੰਦੇ ਹੁੰਦੇ ਸੀ ਆਪਣੇ ਪਿੰਡੋਂ ਵੀ ਜਾਖੜ ਜਿੱਤ ਨਹੀਂ ਸਕਦਾ। ਉਹਨਾਂ ਦੇ ਪਿੰਡ ਵੀ ਗਏ, ਉਹਨਾਂ ਦੇ ਪਿੰਡ ਹੀ ਕਹਿੰਦਾ ਮੈਂ ਵੀ ਉਹਨਾਂ ਦੇ ਪਿੰਡ ਜਾ ਕੇ। ਹੁਣ ਉਹ ਕਹਿੰਦੇ ਹੋਣੇ ਆ ਯਾਰ ਜਦੋਂ ਹੁਣ ਬਾਰੀ ਆਈ, ਪਹਿਲਾਂ ਪ੍ਰਧਾਨਗੀ ਤੋਂ ਲਾਤਾ, ਮੁੜ ਕੇ ਮੁੱਖ ਮੰਤਰੀ ਬਣਾਉਣ ਲੱਗੇ ਤਾਂ ਮੁੱਖ ਮੰਤਰੀ ਦੀ ਕੁਰਸੀ ਹੇਠੋਂ ਖਿੱਚ ਲਈ, ਤੇ ਕਰੀਏ ਕੀ। ਤੇ ਫਿਰ ਆਖਿਰਕਾਰ ਭਾਈ ਅਗਲੇ ਨੇ ਹੁਣ ਜਦੋਂ ਖੇਤੀ ਕਾਨੂੰਨ ਵਾਪਸ ਕਰਨ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ, ਉਹਨਾਂ ਨੇ ਫਿਰ ਐਂ ਕਹਿੰਦਾ ਕੀ ਕਰੀਏ, ਕਹਿੰਦੇ ਅੱਛਾ ਉਦੋਂ ਪਿੰਡ ਆਏ ਸੀ ਫਿਰ ਅਕਾਲੀ ਨਾ, ਆਹ ਜਰਾ ਪ੍ਰੈਸ ਵਾਲਿਆਂ ਨੂੰ ਸੱਦੋ, ਮਾੜਾ ਜਿਹਾ ਇੱਕ ਮਾੜਾ ਜਿਹਾ ਟਵੀਟ ਕਰ ਦੇਣਾ, ਇੱਕ ਪ੍ਰੈਸ ਨੋਟ ਲਿਖੋ ਖੁਸ਼ਕਤ ਕਰਕੇ, ਸਹੀ ਲਿਖਾਈ, ਸੁੰਦਰ ਲਿਖਾਈ, 5 ਅੰਕ ਦੇਣੇ 5.5 ਚੋਂ। ਫਿਰ ਉਹ ਕਹਿੰਦੇ ਜੀ ਦੇਖੋ ਵੱਡੇ ਬਾਦਲ ਸਾਹਿਬ ਦੀ ਉਹ ਕਹਿੰਦੇ ਦੇਣ ਸੀ ਖੇਤੀ ਕਾਨੂੰਨ, 700 ਕਿਸਾਨਾਂ ਦੀ ਕੁਰਬਾਨੀ ਹੋਈ ਹੈ। ਅਕਾਲੀ ਦਲ ਇਹ ਨਾ ਆਖੇ ਕਿ ਪ੍ਰਧਾਨ ਮੰਤਰੀ ਨੇ ਵਧੀਆ ਕੀਤਾ, ਅਕਾਲੀ ਦਲ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੇ, ਕਿਉਂਕਿ ਕਹਿੰਦੇ ਅੱਜ ਵੀ ਉਹ ਵੀਡੀਓ ਪੰਜਾਬ ਦੇ ਲੋਕਾਂ ਦੇ ਲਈ ਪਬਲਿਕ ਡੋਮੇਨ ਦੇ ਵਿੱਚ ਪਈ ਹੈ, ਜਿਹਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖੁਦ ਇਹਨਾਂ ਖੇਤੀ ਕਾਨੂੰਨਾਂ ਦੀ ਵੀਡੀਓ 'ਚ ਲਾਈਵ ਹੋ ਕੇ ਫੇਸਬੁੱਕ ਦੇ ਉੱਤੇ ਪ੍ਰੋੜਤਾ ਕੀਤੀ ਸੀ ਕਿ ਕਾਨੂੰਨ ਚੰਗੇ ਨੇ, ਤੇ ਉਹਦੇ ਤੋਂ ਬਾਅਦ ਉਹ ਕਹਿੰਦੇ ਬੋਲੇ ਹੀ ਨਹੀਂ ਸੀ। ਤੇ ਜਦੋਂ ਲੱਗਾ ਸੇਕ ਕਿ ਲੋਕਾਂ ਨੇ ਤਾਂ ਹੁਣ ਭਾਈ ਕੰਮ ਖਰਾਬ ਕਰ ਦੇਣਾ, ਫਿਰ ਕਹਿੰਦੇ ਇਹਨਾਂ ਨੇ ਗੱਠਜੋੜ ਤੋੜ ਲਿਆ, ਮੰਤਰੀ ਮੰਡਲ 'ਚੋਂ ਬੀਬੀ ਨੂੰ ਵਾਪਸ ਬੁਲਾ ਲਿਆ। ਪਰ ਉਹ ਕਹਿੰਦੇ ਇਹ ਜ਼ਿੰਮੇਵਾਰ ਨੇ, ਇਹਨਾਂ ਨੇ ਬਣਵਾਏ ਆ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣ। ਨਾਲ ਉਹਨਾਂ ਜਿਹੜੀ ਗੱਲ ਕੈਪਟਨ ਸਾਹਿਬ ਬਾਰੇ ਕਹੀ, ਉਹ ਕਹਿੰਦੇ ਵੀ ਬੀਜੇਪੀ ਦੇ ਨਾਲ ਕੈਪਟਨ ਸਾਹਿਬ ਕਹਿੰਦੇ ਵੀ ਮੈਂ ਗੱਠਜੋੜ ਕਰਨਾ ਜੀ, ਲੈ ਵੀ ਅਸੀਂ ਉਹਨਾਂ ਦੇ ਨਾਲ ਮਿਲ ਕੇ ਵਿੱਚ ਉਹ ਢੀਂਡਸਾ ਸਾਹਿਬ ਦੀ ਪਾਰਟੀ ਦਾ ਨਾਮ ਹੀ ਲੈਂਦੇ, ਹਾਲਾਂਕਿ ਢੀਂਡਸਾ ਸਾਹਿਬ ਨੇ ਇੱਕ ਵਾਰ ਨਹੀਂ ਕਿਹਾ ਵੀ ਮੈਂ ਇਹਨਾਂ ਦੇ ਨਾਲ ਆ। ਉਹ ਕਹਿੰਦੇ ਕੋਈ ਬੀਜੇਪੀ ਨਾਲ ਰਲ ਜੇ, ਭਾਵੇਂ ਅਕਾਲੀ ਫੇਰ ਰਲ ਜਾਣ, ਇਹਨਾਂ ਦੀ ਸਿਆਸਤ ਭਸਮ ਹੋਣੀ, ਇਹਨਾਂ ਦੇ ਪੱਲੇ ਕੁਝ ਨਹੀਂ ਹੋਣਾ, ਨਾ ਬੀਜੇਪੀ ਦੇ ਪੱਲੇ ਨਾ ਇਹਨਾਂ ਦੇ ਪੱਲੇ ਕੁਝ। ਹੁਣ ਮੈਂ ਕੁਦਰਤੀ ਸੋਚਦਾ ਇਹ ਵੀ ਵੈਸੇ ਤਾਂ ਸੁਖਬੀਰ ਬਾਦਲ ਸਾਹਿਬ ਮਨਾ ਕਰ ਚੁੱਕੇ ਆ, ਕਿਉਂਕਿ ਵਿੱਚ ਚਰਚਾ ਚੱਲਦੀ ਵੀ ਸ਼ਾਇਦ ਅਕਾਲੀ ਦਲ ਮੋੜਾ ਕੱਟ ਜੀ, ਪਰ ਚਾਂਸਿਸ ਘੱਟ ਨੇ, ਕਿਉਂਕਿ ਉਦੋਂ ਸੁਖਬੀਰ ਬਾਦਲ ਸਾਹਿਬ ਨੇ ਕਲੀਅਰ ਕੱਟ ਕਹਿਤਾ ਵੀ ਭਾਈ ਸਾਹਿਬ ਆਪਣੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ। ਹੁਣ ਹੈਗੀ ਆ ਨਹੀਂ ਹੈਗੀ, ਕਿਉਂਕਿ ਲੋਕ ਤੇ ਨਾਂ ਲਾਈ ਜਾਂਦੇ ਆ। ਹੋ ਸਕਦਾ ਵੀ ਮਹੀਨੇ ਖੰਡ ਦਾ, ਕਿਉਂਕਿ ਜਸਵੀਰ ਸਿੰਘ ਗੜੀ ਹੋਰੀ ਬੜੇ ਫਲੈਕਸੀਬਲ ਜਿਹੇ ਲੀਡਰ ਨੇ, ਉਹ ਕਹਿਣ ਵੀ ਕੋਈ ਗੱਲ ਨਹੀਂ ਜੀ, ਗੱਠਜੋੜ ਜ਼ਰੂਰੀ ਥੋੜਾ, ਦੋਵਾਂ ਪਾਰਟੀਆਂ ਦੇ ਹੁੰਦਾ, ਪੁੱਛ ਲਓ ਜੇ ਤਿੰਨਾਂ ਦਾ ਵੀ ਕਰਨਾ। ਸਾਡੀਆਂ 20 ਦੀਆਂ 20 ਰਹਿਣੀਆਂ ਚਾਹੀਦੀਆਂ, ਤੁਸੀਂ ਭਾਵੇਂ 7 ਲੈ ਆਓ। ਆਹੋ, ਹਨਾ, ਵੈਸੇ ਗੱਲ ਹੀ ਆ, ਮਤਲਬ ਜੇ ਕੋਈ ਗੱਲ ਇਹੋ ਜਿਹੀ ਬਣਦੀ ਹੋਵੇ ਤੇ ਕੀ ਪਤਾ ਕੱਲ ਨੂੰ ਬਣ ਜਾਵੇ, ਪਰ ਮੈਨੂੰ ਆਸ ਘੱਟ ਹੈ। ਪਤਾ ਕਿਉਂ ਜੀ, ਕਿਉਂਕਿ ਜਿਸ ਹਿਸਾਬ ਨਾਲ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਬੀਜੇਪੀ ਪੰਜਾਬ ਵਾਲੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਯਾਰ ਆਪਣੀਆਂ ਤੇ ਸਿੱਧੀਆਂ ਤਾਰਾਂ 11 kV ਤੇ ਚੱਲਦੀਆਂ, ਆਪਾਂ ਨਿੱਕਾ ਟਰਾਂਸਫਾਰਮਰ ਕੱਲ ਹੀ ਰਖਾਉਣਾ ਦੱਸ। ਨਹੀਂ, ਉਹਨਾਂ ਨੇ ਤਾਂ ਮੈਟਰੋ ਚਲਾਉਣੀ ਆ, ਉਹ ਵੀ ਕਹਿੰਦੇ ਪਾਥੀਆਂ ਨਾਲ ਨਹੀਂ, ਦੂਜੇ ਤਰੀਕੇ। ਬਾਕੀ ਸੰਧਾਲੀਆ ਸਾਹਿਬ, ਕੈਪਟਨ ਸਾਹਿਬ ਦਾ ਜ਼ਿਕਰ ਤੁਸੀਂ ਕੀਤਾ, ਕਰੋਨਾ ਮਾੜੀ ਚੀਜ਼ ਆ ਨਾ, ਪਰ ਕਈਆਂ ਨੂੰ ਰਾਸ ਵੀ ਆਇਆ। ਹਰੀਸ਼ ਚੌਧਰੀ ਕਾਂਗਰਸ ਪਾਰਟੀ ਦੇ ਜਿਹੜੇ ਇੰਚਾਰਜ ਨੇ ਪੰਜਾਬ ਸੂਬੇ ਦੇ, ਉਹ ਜੇ ਉਹਨਾਂ ਦੇ ਬਿਆਨ ਨੂੰ ਸੱਚਾ ਮੰਨ ਲਈਏ, ਸੱਚੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਵਿਡ ਰਾਸ ਆ ਗਿਆ। ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਚੌਧਰੀ ਸਾਹਿਬ ਨੂੰ, ਚੌਧਰੀ ਸਾਹਿਬ ਕਿੱਦਾਂ ਹੋਵੇ ਕੈਪਟਨ ਸਾਹਿਬ ਲਾ ਤੇ ਉਹ ਫਿਰ ਇਦਾਂ ਨੁਕਸਾਨ ਹੋ ਜੋ, ਕਹਿੰਦੇ ਨਾ, ਤੁਸੀਂ ਅਸਲ ਗੱਲ ਸੁਣੋ।
2 ਸਾਲ ਪਹਿਲਾਂ ਹੀ ਕਹਿੰਦੇ ਫੈਸਲਾ ਹੋ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾ ਦੇਣਾ 2 ਸਾਲ ਪਹਿਲਾਂ। ਉਹ ਤਾਂ ਕਹਿੰਦੇ ਵਿੱਚ ਕੋਵਿਡ ਆ ਗਿਆ, ਉਹਦੇ ਵਿੱਚ ਸਰਗਰਮੀਆਂ ਸਿਆਸੀ ਤੌਰ ਤੇ ਕਰ ਨਹੀਂ ਸਕਦੇ ਸੀ, ਇਸ ਕਰਕੇ ਪੌਣੇ 2 ਸਾਲ ਤਾਂ ਕੋਵਿਡ ਹੀ ਮੁੱਖ ਮੰਤਰੀ ਦੀ ਕੁਰਸੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਠਾ ਗਿਆ। ਨਹੀਂ ਤਾਂ ਅਸੀਂ ਤਾਂ ਪਿਛਲੇ 2 ਸਾਲ ਪਹਿਲੇ ਫੈਸਲਾ ਕਰ ਲਿਆ ਸੀ ਕਿ ਭਾਈ ਕੈਪਟਨ ਸਾਹਿਬ ਨੂੰ ਲਾ ਦੇਣਾ ਹੀ, ਕਿਉਂਕਿ ਬੀਜੇਪੀ ਨਾਲ ਰਲਿਓ ਸੀ, ਸਾਡੀ ਸੁਣਦੇ ਕੋਈ ਨਹੀਂ ਸੀ। ਦਿੱਲੀ ਸਿੱਧੀਆਂ ਬੀਜੇਪੀ ਨਾਲ ਤਾਰਾਂ ਇਹਨਾਂ ਦੀਆਂ ਖੜਕਦੀਆਂ ਸੀ, ਜੋ ਉਹ ਕਹਿੰਦੇ ਸੀ ਉਦਾਂ ਹੀ ਕਰੀ ਜਾਂਦੇ ਸੀ, ਪੰਜਾਬ ਦਾ ਪੱਠਾ ਵਟਾਤਾ। ਪਤਾ ਕੀ ਗੱਲ ਹੈ, ਉਹ ਮੈਨੂੰ ਲੱਗਦਾ ਵੀ ਹੁਣ ਇਹ ਖੇਡਦੇ ਹੋਣੇ ਵੀ 4.5 ਸਾਲਾਂ ਦੇ ਵਿੱਚੋਂ ਆਪਾਂ ਕਿਸੇ ਤਰ੍ਹਾਂ ਕਹਿ ਕੇ 2.5 ਸਾਲ ਤੇ ਆਪਣੇ ਕਰੀਏ ਨਾ। ਪਰ ਇਹ ਮੈਨੂੰ ਜਾਪਦਾ ਵੀ ਚਲੋ ਚੌਧਰੀ ਸਾਹਿਬ ਬੰਦੇ ਸਿਆਣੇ ਆ, ਤਾਂ ਹੀ ਰਾਜਸਥਾਨ ਤੋਂ ਲਿਆ ਕੇ ਪੰਜਾਬ ਚ ਲਾਏ ਨੇ, ਹੈ ਨਾ, ਵੀ ਇਹੋ ਜੀ ਸਟੇਟਮੈਂਟ ਇੱਕ ਅੱਧੀ ਰਾਂ ਦੇ ਲਈ, ਅਗਲੀ ਰਾਂ ਨਾ ਦੇਣ। ਕਿਉਂਕਿ ਗੇਮ ਪਤਾ ਕੀ ਹੈ, ਕੈਪਟਨ ਸਾਹਿਬ ਨੇ ਕਿਹੜਾ ਵੀ ਗਲੀ ਗਲੀ ਜਾ ਕੇ ਸਾਰਾ ਕੁਝ ਕਰਨਾ ਸੀ ਜੀ, ਕਰਨੇ ਤੇ ਫੈਸਲੇ ਸੀ ਨਾ ਉੱਪਰੋਂ, ਤੇ ਉੱਪਰੋਂ ਬਹੁਤ ਸਾਰੇ ਕੇਸ ਸੀ ਜਿਨ੍ਹਾਂ ਦਾ ਰੌਲਾ ਅਦਾਲਤਾਂ 'ਚ ਆ। ਇਹ ਅਦਾਲਤਾਂ ਤੇ ਉਦੋਂ ਵੀ ਚੱਲਦੀਆਂ ਸੀ, ਕੇਸ ਤੇ ਉਦੋਂ ਵੀ ਹੁੰਦੇ ਸੀ, ਆਨਲਾਈਨ ਸੁਣਵਾਈ ਤੇ ਉਦੋਂ ਵੀ ਹੁੰਦੀ ਸੀ। ਜੇ ਕੋ ਸਾਧ ਆ ਕੋਵਿਡ ਦੇ ਦੌਰਾਨ ਦੋਹਾਂ ਕੇਸਾਂ 'ਚ ਉਹਨੂੰ ਸਜ਼ਾ ਹੋ ਸਕਦੀ ਏ, ਤੇ ਪੰਜਾਬ ਦੇ ਕਈ ਮਸਲੇ ਸੀ ਜਿਹੜੇ ਇਹੋ ਜਿਹੇ ਕਰਕੇ ਅਦਾਲਤਾਂ ਦਾ ਕਰਕੇ ਹੁਣ ਤੱਕ ਲਟਕਦੇ ਆਉਂਦੇ, ਉਹ ਤੇ ਸੁਲਝਾਈ ਜਾ ਸਕਦੇ ਸੀ। ਜੇ ਇਹਨਾਂ ਨੂੰ ਜਾਪਦਾ ਸੀ ਵੀ ਸਾਨੂੰ ਪਤਾ ਲੱਗ ਗਿਆ ਸੀ, ਅਸੀਂ ਕਰ ਲੈਣਾ ਸੀ, ਤੇ ਫਿਰ ਕਰ ਲੈਂਦੇ। ਨਹੀਂ, ਬਿਲਕੁਲ ਸੁਲਝਾਏ ਜਾ ਸਕਦੇ ਸੀ। ਬਾਕੀ ਭਗਵੰਤ ਮਾਨ ਹੋਰਾਂ ਨੇ ਆਖਿਆ ਉਹ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਸੀ, ਉਹ ਕਹਿੰਦੇ ਜੀ ਸਾਨੂੰ ਪ੍ਰਵਾਨਗੀ ਨਹੀਂ ਦਿੱਤੀ। ਡੇਰਾ ਬਾਬਾ ਨਾਨਕ ਗਏ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਗਏ, ਉੱਥੇ ਜਾ ਕੇ ਦੂਰੋਂ ਹੀ ਮੱਥਾ ਟੇਕਿਆ, ਦੂਰਬੀਨ ਦੇ ਨਾਲ ਦਰਸ਼ਨ ਦਿਦਾਰੇ ਕੀਤੇ, ਤੇ ਉਹ ਕਹਿੰਦੇ ਹੈਗਾ ਤਾਂ ਧੱਕਾ, ਪਰ ਅਸੀਂ ਇਸ ਮਸਲੇ ਨੂੰ ਕੋਈ ਸਿਆਸੀ ਪੁੱਠ ਨਹੀਂ ਦੇਣਾ ਚਾਹੁੰਦੇ। ਅਸੀਂ ਬੇਨਤੀ ਕੀਤੀ ਸੀ, ਸਾਡੀ ਪ੍ਰਵਾਨ ਨਹੀਂ ਕੀਤੀ, ਬਾਕੀ ਸਾਰਿਆਂ ਨੂੰ ਆਗਿਆ ਦੇਈ ਜਾਂਦੇ ਆ। ਹੁਣ ਜਦੋਂ ਭਗਵੰਤ ਮਾਨ ਸਾਹਿਬ ਨੇ ਇਹ ਕਹਿ ਦਿੱਤਾ, ਵੈਸੇ ਸੰਧਾਲੀ ਸਾਹਿਬ ਚਾਹੀਦਾ ਕਿ ਭਾਈ ਉੱਥੇ ਥੋੜਾ ਜਿਹਾ ਖੁੱਲ੍ਹ ਦੇ ਦੇਣ। ਜਦੋਂ ਪਹਿਲੇ 50 ਭੇਜਣੇ ਸੀ, 5-5 7 ਸਾਰਿਆਂ ਦੇ ਭੇਜ ਦਿੰਦੇ। ਇਦਾਂ ਕਿੱਦਾਂ ਭੇਜ ਦਿੰਦੇ, ਮਤਲਬ ਇਦਾਂ ਕਿੱਦਾਂ, ਪਤਾ ਕਿੱਦਾਂ, ਹਾਂ, ਜਿੱਦਾਂ $5 ਆਏ ਉਦਾਂ। ਨਹੀਂ, ਉਹ ਠੀਕ ਹੈ ਗੱਲ, ਉਹਦੇ ਖੁਸ਼ੇ ਸੀ ਉਦਣ ਸਾਡੇ। ਮੇਰਾ ਵੀਰ ਰਾਤ ਨੂੰ ਬੜਾ ਕਾਹਤੋਂ ਉੱਠਦਾ ਸੀ, ਨਹੀਂ ਬੜਾ ਕੁੰਡਾ ਖੜਕਾਵੇ, ਮੈਂ ਕਿਹਾ $5 ਨਾਲ ਇਹਨੇ ਮੇਰੀ ਧੌਣ ਮਰੋੜ ਦੇਣੀ ਬੰਦੇ ਨੇ ਅੱਜ। ਉਹਦੇ ਖੁਸ਼ੀ ਦੇ ਦਿੱਤੀ, ਉਹ ਤੇ ਮੈਂ ਕਲੀਅਰ ਗੱਲ ਕਹਿਤੀ ਗੱਲ। ਪਰ ਵੈਸੇ ਆਮ ਆਦਮੀ ਪਾਰਟੀ ਦੀ ਗੱਲ ਕਰਦੀ ਏ, ਤੇ ਮੈਨੂੰ ਇਹ ਜਾਪਦਾ ਵੀ ਸ਼ਾਇਦ 22 ਤੋਂ ਸ਼ਾਇਦ ਦੁਬਾਰਾ ਗੱਡੀ 'ਚ ਤੇਲ ਤੂਲ ਪਾਉਣਗੇ, ਕਿਉਂਕਿ ਕੇਜਰੀਵਾਲ ਸਾਹਿਬ ਨੇ ਪਹਿਲਾਂ 14 ਨੂੰ ਆਉਣਾ ਸੀ, ਉਦੋਂ ਰੂਬੀ ਹੋਣੀ ਚਲ ਗਏ ਜੀ, 18 ਨੂੰ ਆਉਣਾ ਸੀ, ਉਦੋਂ ਜੱਗੇ ਹੋਣਾ ਜੱਫੀ ਪਾਈ, ਫਿਰ 20 ਨੂੰ ਆਉਣਾ ਸੀ, ਉਧਰੋਂ ਆ ਖੇਤੀ ਅੰਦੋਲਨ ਵਾਲਾ ਕੰਮ ਹੋ ਗਿਆ। ਹੁਣ ਕਹਿੰਦੇ ਆ ਵੀ 22 ਨੂੰ ਆਉਣਾ ਉਹਨਾਂ ਨੇ। ਜੇ ਆ ਗਏ ਪੰਜਾਬ ਦੇ ਵਿੱਚ ਤੇ ਹੋ ਸਕਦਾ ਕੇਜਰੀਵਾਲ ਸਾਹਿਬ ਦੁਬਾਰਾ ਸਰਗਰਮ ਕਰਨ ਆਪ ਨੂੰ। ਨਹੀਂ, ਬਹੁਤ ਚੰਗੀ ਗੱਲ ਹੈ, ਕੇਜਰੀਵਾਲ ਸਾਹਿਬ ਹੁਣ 22 ਨੂੰ ਆ ਹੀ ਜਾਣ, ਨਹੀਂ ਤਾਂ ਕਹੇ ਆਖਰੀ ਟਾਈਮ ਵਾਲੀ ਬੱਸ ਵੀ ਪਿੰਡੋਂ ਲੰਘ ਜਵੇ, ਫਿਰ ਦੂਜੇ ਦਿਨ ਜਾਣਾ ਪੈਂਦਾ, ਤੇ ਬੱਸ ਜ਼ਰੂਰੀ ਨਹੀਂ ਹੁੰਦਾ ਆਖਰੀ ਟਾਈਮ ਵਾਲੀ ਆਵੇ। ਨਹੀਂ, ਨਾਲੇ 22 ਨੂੰ ਜਿਹੜੇ ਏਰੀਏ 'ਚ ਉਹਨਾਂ ਆਉਣਾ ਮਾਲਵੇ 'ਚ, ਉਹਨਾਂ ਕਹੇ ਕਹਿਣਾ ਹਾਂ ਬਾਈ ਕਿੱਧਰ ਬਾਈ, ਲੈ ਯਾਰ ਹੁਣ ਤਾਂ ਬਾਈ ਨਿਕਲ ਗਈ ਬੱਸ, ਬਾਈ ਹੁਣ ਤਾਂ ਵਗ ਗਿਆ ਬਾਈ। ਬਾਕੀ ਸੰਧਾਲੀਆ ਸਾਹਿਬ ਇੱਕ ਬੇਨਤੀ ਹੋਰ ਕਰਨੀ ਆ, ਸਾਰੀ ਦੁਨੀਆ ਦੇ ਵਿੱਚ ਖੁਸ਼ੀਆਂ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ, ਅੱਜ ਨਗਰ ਕੀਰਤਨ ਤੇ ਵੀ ਸਾਰੇ ਬੰਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦੇਣ ਤੋਂ ਬਾਅਦ ਕਹਿੰਦੇ ਬਹੁਤ ਵਧੀਆ ਹੋਈ, ਜਿੱਤ ਹੋ ਗਈ। ਆਪਾਂ ਫਿਰ ਵੀ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ, ਐ ਨਹੀਂ ਕਹਿਣਾ ਕਿ ਧੌਣ ਤੇ ਗੋਡਾ ਰੱਖ ਲਿਆ। ਅਜੇ ਪੈਂਡੇ ਬਹੁਤ ਜ਼ਿਆਦਾ ਲੰਬੇ ਨੇ। ਮੇਧਾ ਪਾਟੇਕਰ ਹੋਰੀ ਚੰਡੀਗੜ੍ਹ ਆਏ ਸੀ, ਉਹਨਾਂ ਨੇ ਵੀ ਕਿਹਾ ਕਿ ਸ਼ੁਰੂਆਤ ਨੇ, ਅਜੇ ਤਾਂ ਬਹੁਤ ਦੂਰ ਤੱਕ ਜਾਣਾ। ਸੋ ਚੜ੍ਹਦੀ ਕਲਾ 'ਚ ਰਹੋ, ਹਾਂ ਪੱਖੀ ਰਹੋ, ਆਲੇ ਦੁਆਲੇ ਦੇਖਦੇ ਸੁਣਦੇ ਰਹੋ। ਸੰਯੁਕਤ ਕਿਸਾਨ ਮੋਰਚਾ ਫੈਸਲਾ ਕੀ ਕਰਦਾ ਉਹਦੇ ਤੇ ਧਿਆਨ ਰੱਖੋ, ਤੇ ਚਾਹੇ ਕੋਈ ਸੱਤਾਧਾਰੀ ਹੈ, ਵਿਰੋਧੀ ਹੈ, ਆਪਣਾ ਮਾੜੇ ਸ਼ਬਦ ਨਹੀਂ ਬੋਲਣੇ, ਚੰਗੀ ਭਾਸ਼ਾ ਲਿਖਣੀ ਤੇ ਚੰਗੀ ਬੋਲਣੀ ਹੈ। ਬਿਲਕੁਲ। ਸੋ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਦੇ ਨਾਲ ਉਹ ਲਾਈਕ ਵਾਲਾ ਬਟਨ ਜ਼ਰੂਰ ਦਬਦੇ ਰਿਹਾ ਕਰੋ, ਅੱਗੇ ਸ਼ੇਅਰ ਵੀ ਕਰਦੇ ਰਿਹਾ ਕਰੋ। ਬੜਾ ਧੰਨਵਾਦ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।